KRP 1550 AM ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। 12:11 ਹੋਏ ਨੇ। ਬੁੱਧਵਾਰ ਦਾ ਦਿਨ ਹੈ, 30 ਸਤੰਬਰ ਵਰਾ 2020 ਦਾ ਤੇ 15 ਅਸੂਨ ਨਾਨਕ ਸ਼ਸਮ 552 ਨਿੱਘਾ ਹਾਰਦਿਕ ਸਵਾਗਤ ਹੈ ਜੀ। ਅੱਜ ਦੀ ਲੋਕ ਸਭਾ ਦੇ ਵਿੱਚ ਅਹਿਮ ਘਟਨਾਵਾਂ, ਗੱਲਾਂ ਬਾਤਾਂ, ਗੀਤ ਸੰਗੀਤ, ਸੁਲਝਦੇ ਮਸਲਿਆਂ ਤੇ ਗੱਲਬਾਤ ਹੋਏਗੀ। ਪਹਿਲੇ ਹਿੱਸੇ ਦੇ ਵਿੱਚ ਲੋਕਲ ਖਬਰਾਂ, ਕੀ ਹੋ ਰਿਹਾ ਭਾਈਚਾਰੇ ਦੇ ਵਿੱਚ, ਇਹਦੀ ਗੱਲਬਾਤ ਨਾਲ ਕਰਾਂਗੇ। ਉਹ ਤੋਂ ਬਾਅਦ ਕਹਾਣੀ ਅੱਜ ਬਾਈ ਜੱਗੀ ਕੁੱਸੇ ਦੀ ਦਰਦ ਦਰਵੇਸ਼ਾਂ, ਇਹ ਤੁਹਾਡੇ ਸਨਮੁਖ ਹੋਏਗੀ। ਕੁਝ ਖਬਰਾਂ ਵੀ ਨੇ, ਕੁਝ ਵਿਸ਼ੇ ਵੀ ਨੇ ਵਿਚਾਰਨ ਵਾਲੇ, ਤੇ ਨਾਲ ਕਹਾਣੀ। ਬੁੱਧਵਾਰ ਦਾ ਦਿਨ ਕਹਾਣੀ ਦਾ ਹੁੰਦਾ ਹੈ। 1844 247 1550 ਨੰਬਰ ਹੈ। 184424715550 ਆਉਣੇ ਨੰਬਰ ਰਹੇਗਾ। KRPradio.com ਤੇ ਸਿੱਧਾ ਪ੍ਰਸਾਰਣ ਹੋ ਰਿਹਾ। ਜਿੱਥੇ ਵੀ ਬੈਠੇ ਹੋ, ਪ੍ਰੋਗਰਾਮ ਰਹਿ ਜੇ ਤਾਂ ਉਸਨੂੰ YouTube ਤੇ ਪਾ ਦਿੱਤਾ ਜਾਂਦਾ ਹੈ। ਲੋਕ ਸਭ ਦੇ ਥੱਲੇ ਤੁਸੀਂ ਪ੍ਰੋਗਰਾਮ ਸਾਰਾ ਸੁਣ ਸਕਦੇ ਹੋ। ਤੇ ਦਫ਼ਤਰ ਦਾ ਨੰਬਰ 604 440 6462 ਹੈ ਨਿੰਮੀ ਡੌਲਾ ਜੀ ਦਾ, ਤੇ 604 729 1224 ਮੇਰਾ ਨੰਬਰ ਹੈ WhatsApp ਤੇ ਟੈਕਸਟ ਲਈ। 6047291224 ਇੱਥੇ ਤੁਸੀਂ ਗੱਲਬਾਤ। ਤੇ ਫੇਸਬੁੱਕ ਦਾ ਪੇਜ ਹਰਜੀਤ ਸਿੰਘ ਗਿੱਲ ਫੈਨ ਪੇਜ, ਜਿੱਥੇ ਤੁਸੀਂ ਨਾਲ ਰਹਿਣਾ। ਕੋਈ ਵੀ ਤੁਹਾਡਾ ਸੁੱਖ ਸੁਨੇਹਾ, ਕੋਈ ਮਸ਼ਵਰਾ, ਕੋਈ ਕਿਸੇ ਕਿਸਮ ਦੀ ਗੱਲਬਾਤ ਤੁਸੀਂ ਵਿਚਾਰਨ ਵਾਲੀ ਕਰਨੀ ਚਾਹੁੰਦੇ ਹੋ ਤਾਂ ਯਾਦ ਰੱਖਿਓ ਕਿ ਤੁਸੀਂ ਇਸ ਨੰਬਰ ਤੇ ਗੱਲਬਾਤ ਕਰ ਸਕਦੇ ਹੋ। 604 729 1224 ਤੇ ਫੇਸਬੁੱਕ ਦਾ ਪੇਜ ਹਰਜੀਤ ਸਿੰਘ ਗਿੱਲ ਫੈਨ ਪੇਜ। ਜ਼ਮੀਨ ਅੰਦਰ ਗਾਹੇ ਤੂੰ ਅੰਦਰੋਂ ਹੀ ਲੱਭਿਆ, ਮੈਂ ਮਰੀ ਰਣ ਤੂੰ ਦਾ ਲੱਗਿਆ। ਜ਼ਮੀਨ ਅੰਦਰ ਗਾਹੇ ਤੂੰ ਅੰਦਰੋਂ ਹੀ ਲੱਭਿਆ, ਮੈਂ ਮਰੀ ਰੱਟ ਤੂੰ ਦਾ ਲੱਗਿਆ। ਬੜੇ ਦੀਪ ਜਾਲੇ ਬੜੇ ਮੋਨ ਧਾਰੇ, ਰਹੇ ਵੀ ਖਲੋਤੇ ਆ ਇੱਕ ਲੱਤ ਧਾਰੇ। ਧੂਣੇ ਤਪਾਏ ਤੇ ਚੁੱਭੀਆਂ ਵੀ ਲਾਈਆਂ, ਡੰਡੌਤਾਂ ਵੀ ਕਰੀਆਂ ਪਰ ਸਮਝਾ ਨਾ ਆਈਆਂ। ਤੂੰ ਜੋਗਾ ਜਤਾ ਤੇ ਸਮਾਧਾਂ ਤੋਂ ਪਾਸੇ, ਜਤਾਵਾਂ ਨਾ ਚੋਲੇ ਨਾ ਮੁੰਡਣ ਨਾ ਕਾਸੇ। ਤੂੰ ਧੁੱਪਾਂ ਤੇ ਸ਼ਾਮਾਂ ਹਵਾਵਾਂ ਚ ਖੇਲੇ, ਤੂੰ ਸਭ ਥਾਂ ਹੀ ਵਿਚਰੇ ਕੀ ਰੱਕੜ ਕੀ ਬੇਲੇ। ਨਾ ਕਾਲਾ ਨਾ ਚਿੱਟਾ ਨਾ ਸੋਹਣਾ ਕਰੂਪ ਹੈ, ਅਜਿਤ ਹੈ ਅਮਿਟ ਹੈ ਬੇਮੂਰਤ ਅਰੂਪ ਹੈ। ਨਾ ਸੁਨਤਾ ਨਾ ਬੋਧੀ ਖੜਾਵਾ ਨਾ ਪਾਵੇ, ਨਾ ਸੰਖ ਨਾ ਜੋਤਾ ਨਾ ਅਜ਼ਾਨ ਨਾ ਬੁਲਾਵੇ। ਨਾ ਬ੍ਰਹਮਾ ਨਾ ਵਿਸ਼ਨੂੰ ਨਾ ਕ੍ਰਿਸ਼ਨ ਕਨਈਆ, ਨਾ ਪੈਰਾਂ ਚ ਘੁੰਗਰੂ ਕਰੇ ਥਈਆ ਥਈਆ। ਨਿਰਭੈਰ ਨਿਰਭਉ ਡਰੇ ਨਾ ਡਰਾਵੇ, ਦੱਸਿਆ ਨਾ ਜਾਵੇ ਤੂੰ ਲਿਖਿਆ ਨਾ ਜਾਵੇ। ਕਣਕਣ ਦਾ ਬਾਲੀ ਤੂੰ ਕਣਕਣ ਦੇ ਅੰਦਰ, ਤਪਸਵੀ ਬਿਰਾਗੀ ਤੇ ਨਾ ਹੀ ਕਲੰਦਰ। ਨਾ ਤਨ ਰਾਖ ਮਲਿਆ ਨਾ ਘਰ ਬਾਰ ਛੱਡਿਆ, ਨਾ ਮਿਲੇ ਨੱਕ ਰਗੜੇ ਨਾ ਹੀ ਹੱਥ ਅੱਡਿਆ। ਅੱਖਾਂ ਦੇ ਸਾਹਵੇ ਤੂੰ ਨਜ਼ਰਾਂ ਤੋਂ ਓਲੇ, ਸੋਈ ਤੈਨੂੰ ਲੱਭੇ ਜੋ ਆਪੇ ਨੂੰ ਫੋਲੇ। ਸੋਹਣੇ ਲਈ ਤੈਨੂੰ ਲਿਬਾਸਾਂ ਚ ਫੱਬਿਆ, ਪਰ ਜ਼ਮੀਨ ਅੰਦਰ ਗਾਹੇ ਤੂੰ ਅੰਦਰੋਂ ਹੀ ਲੱਭਿਆ। ਮੈਂ ਮਰੀ ਰੱਟ ਤੂੰ ਦਾ ਲੱਗਿਆ। ਉਹ ਮੈਂ ਮਰੀ ਰੱਟ ਤੂੰ ਦਾ ਲੱਗਿਆ। ਮਾਂਗਟ ਦਾਊ ਮਾਜਰਾ ਸੁਰਿੰਦਰ ਸਿੰਘ ਲਿਖਦਾ ਹੈ। ਅੱਜ ਦੀਆਂ ਖਬਰਾਂ 'ਚ ਵੱਡੀ ਖਬਰ ਲੋਕਲ ਜਿਹੜੀ ਚੱਲ ਰਹੀ ਹੈ ਸਾਰੇ ਪਾਸੇ ਮੇਨ ਸਟ੍ਰੀਮ ਦੇ ਵਿੱਚ, ਉਹ ਇਹ ਹੈ ਕਿ ਫਰੀਦਕੋਟ ਦੇ ਵਿੱਚ ਜਿਹੜੀ ਜਾਣਕਾਰੀ ਲਈ ਮੇਲ ਐਂਡ ਬੈਲਟ ਦੀ ਗੱਲ ਕੀਤੀ ਤੇ NDP ਨੇ ਵਕੀਲਾਂ ਦੇ ਰਾਹੀਂ ਇਲੈਕਸ਼ਨ BC ਨੂੰ ਉਹਦੀ ਰਿਪੋਰਟ ਕਰ ਦਿੱਤੀ ਤੇ ਉਸ ਦੀ ਗੱਲ ਬਹੁਤ ਚੱਲ ਰਹੀ। ਉਹ ਹੋਇਆ ਕਿਉਂ? ਉਹਦੇ 'ਚ ਹੁਣ ਬਾਕੀ ਵੀ ਕਾਇਮ ਹੋ ਗਏ, ਬਾਕੀ ਵੀ ਝਾਕਣ ਲੱਗ ਗਏ ਆਪਣੇ ਕੰਸਟੀਚੁਐਂਸੀਆਂ ਦੇ ਵਿੱਚ। ਇਹ ਤੇ ਰਵੀ ਕਾਲੂ ਨੇ ਟਵੀਟ ਕੀਤਾ, ਉਹ ਪ੍ਰੈਸ ਕਾਨਫਰੰਸ ਕਰਨੀ ਚਾਹੁੰਦੇ ਨੇ ਛੇਤੀ। ਜਗਰੂਪ ਸਿੰਘ ਬਰਾੜ, ਉਹਨਾਂ ਨੂੰ ਮੈਂ ਕੋਸ਼ਿਸ਼ ਕਰ ਰਿਹਾ ਮੇਰੇ ਨਾਲ ਸ਼ਾਮਲ ਹੋ ਕੇ ਦੱਸਣ ਕਿ ਉਹ ਕੀ ਸੋਚਦੇ ਆ, ਕਿਉਂਕਿ ਉਹ NDP ਦੇ ਉਮੀਦਵਾਰ ਨੇ। ਇਹਦੇ ਤੇ ਆਪਣਾ ਪੱਖ ਗੈਰੀ ਥਿੰਦ ਉਹਨੇ ਵੀ ਦੇ ਸਕਦੇ ਨੇ, ਉਹ ਵੀ ਫੋਨ ਕਰਨ 1844 247 1550। ਉਹ ਇਹਦੇ ਬਾਰੇ ਕੀ ਸੋਚਦੇ ਨੇ। ਲਾਈਨਾਂ ਖੁੱਲੀਆਂ ਨੇ। ਦਫ਼ਤਰ ਨੂੰ ਵੀ ਮੈਂ ਕਹਾਂਗਾ, ਆਫਿਸ ਨੂੰ ਵੀ ਕਹਾਂਗਾ, ਉਹਨਾਂ ਨੂੰ ਫੋਨ ਤੇ ਗੱਲ ਕਰਨ, ਉਹ ਵੀ ਆਪਣਾ ਪੱਖ ਦੇਣ। ਪਰ ਇਹ ਗੱਲ ਜਿਹੜੀ ਵੱਡੀ ਹੋਈ ਹੈ, ਮੈਂ ਇਸ ਤੇ ਗੱਲਬਾਤ ਕਰਨੀ ਚਾਹੁੰਦਾ ਵੀ ਇਹ ਅਸੀਂ ਕਿੱਧਰ ਨੂੰ ਚੱਲੇ। ਕਿਉਂਕਿ 12:30 ਵਜੇ ਸੀ ਇਮੀਗ੍ਰੇਸ਼ਨ ਤੋਂ ਇੰਟਰਵਿਊ ਹੈ ਇੱਕ। ਪਰ ਜਗਰੂਪ ਸਿੰਘ ਬਰਾੜ ਮੇਰੇ ਨਾਲ ਨੇ, ਹੁਣ ਉਹਨਾਂ ਨੂੰ ਪੁੱਛਦੇ ਹਾਂ। ਸਰ ਜਗਰੂਪ ਸਿੰਘ ਜੀ, ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਗਿੱਲ ਸਾਹਿਬ, ਤੁਹਾਡੀ ਬਹੁਤ ਮਿਹਰਬਾਨੀ ਜੀ ਮੈਨੂੰ ਮੌਕਾ ਦੇਣ ਵਾਸਤੇ ਇਸ ਅਹਿਮ ਮੁੱਦੇ ਤੇ ਗੱਲਬਾਤ ਕਰਨ ਦੇ ਲਈ।
ਧੰਨਵਾਦ ਜੀ। ਜਿਹੜੀ ਬ੍ਰੇਕਿੰਗ ਨਿਊਜ਼ ਤੁਹਾਡੀ ਕੰਸਟੀਚੁਐਂਸੀ ਦੀ, ਜਿਹਦੇ ਤੁਸੀਂ ਪਹਿਲਾਂ ਐਮਐਲਏ ਰਹੇ ਹੋ ਤੇ ਐਨਡੀਪੀ ਦੇ ਹੁਣ ਉਮੀਦਵਾਰ ਹੋ, ਉਹ ਜਿਹੜੀ ਆ ਰਹੀ ਹੈ ਕਿ ਤੁਹਾਡੇ ਵਿਰੋਧੀ ਲਿਬਰਲ ਕੈਂਡੀਡੇਟ ਗੈਰੀ ਸਿੰਧ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਮੇਲ ਇਨ ਬੈਲਟ ਦਾ ਇੱਕ ਮੈਸੇਜ ਭੇਜਿਆ ਕਿ ਲੋਕੇਟ ਕਰੋ ਤੇ ਉਹਨਾਂ ਦੀ ਇਨਫੋਰਮੇਸ਼ਨ ਲਓ। ਇਹ ਜੇ ਸਿੱਧਾ ਮੈਸੇਜ ਭੇਜਿਆ ਹੁੰਦਾ ਤਾਂ ਇਹ ਕੀ ਹੋਣਾ ਸੀ? ਤੁਸੀਂ ਬਹੁਤ ਚਿਰਾਂ ਦੇ ਰਾਜਨੀਤੀ ਦੇ ਵਿੱਚੋਂ ਇਹਦਾ ਅੰਤਰੀਵ ਕੀ ਹੈ ਮੈਸੇਜ ਦਾ, ਇਹ ਸੁਨੇਹਾ ਕੀ, ਤੁਸੀਂ ਕਿਵੇਂ ਇਹਨੂੰ ਲੈਂਦੇ ਹੋ? ਗਿੱਲ ਸਾਹਿਬ, ਇਹ ਬਹੁਤ ਸੰਜੀਦਾ ਜਿਹੜੇ ਦੋਸ਼ ਨੇਗੇ ਜੀ ਜਿਹੜੇ ਲੱਗੇ ਆ। ਕੱਲ ਜਦੋਂ ਇਹ ਸੰਜੀਦਾ ਮਸਲੇ ਦੀ ਜਾਣਕਾਰੀ ਪਬਲਿਕ ਹੋਈ ਔਰ ਉਸੇ ਸਮੇਂ ਜਿਹੜੀ ਸਾਡੀ ਪਾਰਟੀ ਸੀ ਉਸ ਦੇ ਵਕੀਲ ਨੇ ਇੱਕ ਵਿਸ਼ੇਸ਼ ਜਿਹੜੀ ਚਿੱਠੀ ਲਿਖ ਕੇ ਇਲੈਕਸ਼ਨਸ BC ਨੂੰ ਇਹਦੀ ਇਨਵੈਸਟੀਗੇਸ਼ਨ ਕਰਨ ਵਾਸਤੇ ਕਿਹਾ, ਕਿਉਂਕਿ ਇਲੈਕਸ਼ਨ BC ਹੀ ਇੱਕ ਬੋਡੀ ਹੈ ਜੀ ਜਿਹੜੀ ਆਖਰ ਦੇ ਵਿੱਚ ਇਹ ਦੱਸ ਸਕਦੀ ਹੈ ਵੀ ਇਹ ਕਿੰਨਾ ਸੰਜੀਦਾ ਮਸਲਾ ਤੇ ਇਹਦੇ ਵਿੱਚ ਸੱਚ ਕੀ ਹੈ। ਮੈਂ ਇਹ ਗੱਲ ਕਹਿ ਸਕਦਾ ਜੀ, ਮੈਨੂੰ ਇਲੈਕਸ਼ਨ BC ਦੇ ਉੱਤੇ ਪੂਰਨ ਭਰੋਸਾ ਹੈ ਕਿ ਜੀ ਉਹ ਇਸ ਮਸਲੇ ਦੀ ਮੁਕੰਮਲ ਡੂੰਘਾਈ ਤੱਕ ਜਿਹੜਾ ਜਾ ਕੇ ਲੋਕਾਂ ਦਾ ਜਾਣਗੇ, ਤਾਂ ਕਿ ਜਿਹੜਾ ਲੋਕਾਂ ਦਾ ਭਰੋਸਾ ਹੈ ਸਾਡੇ ਇਲੈਕਸ਼ਨ ਸਿਸਟਮ ਦੇ ਵਿੱਚ ਉਸ ਨੂੰ ਬਣਾਈ ਰੱਖਿਆ ਜਾ ਸਕੇ। ਇਹ ਗੱਲ ਸੱਚ ਹੈ ਜੀ ਕਿ ਕੋਈ ਵੀ ਪੋਲੀਟੀਕਲ ਪਾਰਟੀ ਜਾਂ ਕਿਸੇ ਪਾਰਟੀ ਦਾ ਕੋਈ ਵੀ ਕੈਂਡੀਡੇਟ ਕਦੇ ਵੀ ਜਿਹੜਾ ਵੋਟਰਸ ਤੋਂ ਉਹਨਾਂ ਦੀ ਪ੍ਰਾਈਵੇਟ ਇਨਫੋਰਮੇਸ਼ਨ ਨਹੀਂ ਮੰਗ ਸਕਦਾ, ਨਾ ਮੰਗਣੀ ਚਾਹੀਦੀ ਹੈ, ਚਾਹੇ ਉਹ ਹੈਲਥ ਕਾਰਡ ਨੰਬਰ ਹੋਵੇ ਜਾਂ ਤੁਹਾਡਾ SIN ਨੰਬਰ ਹੋਵੇ, ਕਿਉਂਕਿ ਇਹ ਲੋਕਾਂ ਦੀ ਪ੍ਰਾਈਵੇਟ ਜਿਹੜੀ ਇਨਫੋਰਮੇਸ਼ਨ ਹੈ ਜੀ ਜਿਹੜੇ ਕਾਨੂੰਨ ਦੇ ਥੱਲੇ ਪ੍ਰੋਟੈਕਟਡ ਉਹ ਹੈਗੀ ਆ। ਇਸ ਇਨਫੋਰਮੇਸ਼ਨ ਦੇ ਨਾਲ ਜਿਹੜਾ ਲੋਕ ਇੱਕ ਕੋਈ ਵਿਅਕਤੀ ਦੂਜੇ ਲੋਕਾਂ ਦੀਆਂ ਵੋਟਾਂ ਜਿਹੜੀਆਂ ਉਹ ਪਵਾਈਆਂ ਜਾ ਸਕਦੀਆਂ ਜੇ ਕਿਸੇ ਕੋਲ ਇਹ ਇਨਫੋਰਮੇਸ਼ਨ ਹੋਵੇ ਤਾਂ। ਇਸ ਵੇਲੇ ਮੈਂ ਗੱਲ ਕਹਿ ਸਕਦਾ ਕਿ ਸਾਨੂੰ ਇਹ ਪਤਾ ਨਹੀਂ ਕਿ ਇਹ ਹੋਇਆ ਕਿ ਨਹੀਂ ਹੋਇਆ, ਪਰ ਇਸ ਸਵਾਲ ਦਾ ਜਿਹੜਾ ਉੱਤਰ ਹੈ ਜੀ ਉਹ ਜਿਹੜੇ ਲਿਬਰਲ ਪਾਰਟੀ ਦੇ ਲੀਡਰ ਨੇ ਮਿਸਟਰ ਵਿਲਕਨਸਨ, ਜਿਹੜਾ ਉਹਨੂੰ ਐਕਸਪਲੇਨ ਕਰਨਾ ਪੈਣਾ BC ਦੇ ਲੋਕਾਂ ਨੂੰ ਵੀ ਕੀ ਇਹ ਹੋਇਆ, ਕਿੱਥੋਂ ਤੱਕ ਕੀ ਸੱਚ ਹੈ। ਜਿਹੜੀ ਉਹ WhatsApp ਦੇ ਮੈਸੇਜ ਜਿਹੜੇ ਗਏ ਨੇ ਉਹਨਾਂ ਦੇ ਵਿੱਚ ਕੀ ਲਿਖਿਆ ਔਰ ਉਹਦੇ ਵਿੱਚੋਂ ਕੀ ਲੋਕਾਂ ਦਾ ਜਿਹੜਾ ਰਿਸਪੌਂਸ ਆਇਆ, ਇਹ ਮਿਸਟਰ ਵਿਲਕਨਸਨ ਜਿਹੜੇ ਹੈਗੇ ਉਹ BC ਦੇ ਲੋਕਾਂ ਨੂੰ ਦੱਸਣ, ਤਾਂ ਕਿ ਜਿਹੜਾ ਇਸ ਸਿਸਟਮ ਦੇ ਵਿੱਚ ਲੋਕਾਂ ਦਾ ਵਿਸ਼ਵਾਸ ਹੈ ਉਹ ਬਣਿਆ ਰਵੇ। ਬਰਾੜ ਸਾਹਿਬ, ਆਇਡੈਂਟੀਫਾਈ ਵੋਟਰ ਕਰਦੇ ਨੇ ਸਾਰੇ, ਤੁਸੀਂ ਵੀ ਆਪਣੇ ਆਇਡੈਂਟੀਫਾਈ ਵੋਟਰ ਕਰਨੇ ਨੇ ਕਿ ਮੇਰੀ ਗ੍ਰੀਨ ਲਾਈਨ ਕਿਹੜੀ ਹੈ, ਯੈਲੋ ਕਿਹੜੀ ਹੈ, ਰੈੱਡ ਕਿਹੜੀ ਹੈ, ਤੇ ਉਹਦੇ ਤੇ ਸਾਰੇ ਜਿਹੜੇ ਉਮੀਦਵਾਰ ਕੰਮ ਕਰਦੇ ਆ। ਤੇ ਇਨਫੋਰਮੇਸ਼ਨ ਜਦ ਤੁਸੀਂ ਡੋਰ ਟੂ ਡੋਰ ਜਾਂਦੇ ਹੋ, ਮੇਰੇ ਖਿਆਲ ਪਰਸਨਲ ਇਨਫੋਰਮੇਸ਼ਨ ਤਾਂ ਜੀ ਕਿਸੇ ਦੀ ਤੁਸੀਂ ਮੰਗਦੇ ਨਹੀਂ ਵੀ ਮੈਨੂੰ ਆਪਣਾ SIN ਨੰਬਰ ਦੇ ਦੇ ਮੈਨੂੰ। ਜੇ ਤੁਸੀਂ ਇਹ ਮੇਲ ਇਨ ਬੈਲਟ ਦਾ ਤੁਸੀਂ ਸੁਨੇਹਾ ਦੇਣਾ ਹੁੰਦਾ, ਤੁਸੀਂ ਇਹ ਸੁਨੇਹਾ ਕੀ ਦੇਣਾ ਸੀ ਤੁਹਾਡੇ ਸ਼ਬਦਾਂ 'ਚ? ਉਹਦੇ 'ਚ ਅਸੀਂ ਸੁਨੇਹਾ ਦੇ ਰਹੇ ਹਾਂ ਜੀ, ਹੁਣ ਵੀ ਦੇ ਰਹੇ ਹਾਂ, WhatsApp ਰਾਹੀਂ ਦੇ ਰਹੇ ਹਾਂ, ਸੋਸ਼ਲ ਮੀਡੀਆ ਰਾਹੀਂ ਦੇ ਰਹੇ ਹਾਂ ਲੋਕਾਂ ਨੂੰ, ਜਿਹੜਾ ਉਹ ਦੇ ਰਹੇ। ਉਹਦੇ 'ਚ ਜਿਹੜਾ ਇਲੈਕਸ਼ਨ BC ਦਾ ਹੀ ਉੱਥੇ ਮੈਸੇਜ ਪਿਆ ਜੀ ਸਿੱਧਾ ਹੀ ਕਿ ਜੀ ਜੇ ਤੁਸੀਂ ਮੇਲ ਇਨ ਬੈਲਟ ਤੁਸੀਂ ਆਪਣਾ ਆਰਡਰ ਕਰਨਾ ਤਾਂ ਉਹਦੇ ਸਟੈਪ ਆਣਗੇ। ਉਹੀ ਜੋ ਇਲੈਕਸ਼ਨ BC ਦੀ ਇਨਫੋਰਮੇਸ਼ਨ ਆ ਉਹ ਅਸੀਂ ਲੋਕਾਂ ਤੱਕ ਪਹੁੰਚਦੀ ਬੇਸਿਕਲੀ ਕਰ ਰਹੇ ਹਾਂ। ਜਿਹੜਾ ਆਪਾਂ ਡੋਰ ਨੌਕਿੰਗ ਤੁਸੀਂ ਕਹਿੰਦੇ ਕਰਦੇ ਆ ਹਰੇਕ ਕੈਂਡੀਡੇਟ ਨੂੰ, ਗਿੱਲ ਸਾਹਿਬ, ਜਦੋਂ ਤੁਸੀਂ ਰਸਮੀ ਤੌਰ ਦੇ ਉੱਤੇ ਪੇਪਰ ਭਰਨ ਤੋਂ ਬਾਅਦ ਕੈਂਡੀਡੇਟ ਬਣ ਜਾਂਦੇ ਹੋ, ਉਸ ਤੋਂ ਬਾਅਦ ਤੁਹਾਨੂੰ ਵੋਟਰਸ ਲਿਸਟ ਮਿਲਦੀ ਹੈ ਜਿਹੜੀ ਇਲੈਕਸ਼ਨ BC ਮਹਿਕਮੇ ਦੇ ਵੱਲੋਂ, ਜਿਹੜੀ ਦੇ ਵਿੱਚ ਜਦੋਂ ਤੁਸੀਂ ਕੈਂਡੀਡੇਟ ਬਣਦੇ ਹੋ ਜੀ ਉਹਦੇ 'ਚ ਲਿਖਿਆ ਹੁੰਦਾ ਕਿ ਇਹ ਲੋਕਾਂ ਦੀ ਪ੍ਰਾਈਵੇਟ ਇਨਫੋਰਮੇਸ਼ਨ ਹੈ। ਹਾਲਾਂਕਿ ਉਹਦੇ ਵਿੱਚ ਸਿਰਫ ਲੋਕਾਂ ਦੇ ਨਾਂ ਤੇ ਐਡਰੈਸ ਵਗੈਰਾ ਸ਼ਾਮਲ ਹੁੰਦੇ ਆ, ਫੋਨ ਨੰਬਰ, ਪਰ ਤੁਸੀਂ ਇਸ ਨੂੰ ਸਾਂਭਣ ਵਾਸਤੇ ਜ਼ਿੰਮੇਵਾਰ ਹੋ ਕਿਉਂਕਿ ਪ੍ਰਾਈਵੇਸੀ ਐਕਟ ਦੇ ਥੱਲੇ ਇਹ ਇਨਫੋਰਮੇਸ਼ਨ ਪ੍ਰੋਟੈਕਟਡ ਆ। ਸੋ ਉਹ ਵੋਟਰ ਲਿਸਟ ਵੀ ਤੁਹਾਨੂੰ ਪਹਿਰਾ ਦੇਣਾ ਪੈਂਦਾ ਜੀ। ਪਰ ਇਹ ਜਿਹੜੇ ਮੈਸੇਜ ਗਏ ਨੇ ਜੀ WhatsApp ਦੇ ਉੱਤੇ, ਉਹਦੇ 'ਚ ਤਾਂ ਇਦੋਂ ਗਾਹਾਂ ਜਾ ਕੇ ਜਿਹੜੀ ਗੱਲ ਕਹੀ ਗਈ ਹੈ ਕਿ ਲੋਕਾਂ ਦੀ ਜਿਹੜੀ ਪ੍ਰਾਈਵੇਟ ਇਨਫੋਰਮੇਸ਼ਨ ਮੰਗੀ ਗਈ ਹੈ, ਤਾਂ ਹੀ ਜਿਹੜੀ ਇਹ ਸੰਜੀਦਾ ਗੱਲ ਬਣੀ ਹੈ। ਔਰ ਮੈਨੂੰ ਜਿਹੜੇ ਫੋਨ ਆ ਰਹੇ ਜੀ ਲੋਕਾਂ ਦੇ ਸਵਾਲ ਨੇਗੇ, ਲੋਕ ਕਿਉਂਕਿ WhatsApp ਬਾਰੇ ਆਪਣੀ ਕਮਿਊਨਿਟੀ ਕਾਫੀ ਯੂਜ਼ ਕਰਦੀ ਹੈ, ਲੋਕ ਸਵਾਲ ਪੁੱਛ ਰਹੇ ਜੀ ਮੈਨੂੰ ਕਿ ਜੀ ਆਹ ਸਵਾਲ ਤੁਸੀਂ ਜਿਹੜੇ ਲੋਕਾਂ ਦੇ ਬਣਦੇ ਇਹ ਪੁੱਛੋ। ਉਹਦੇ 'ਚ ਮਿਸਾਲ ਦੇ ਤੌਰ ਤੇ ਉਹ ਕਹਿ ਰਹੇ ਕਿ ਕੀ BC ਲਿਬਰਲ ਜਿਹੜੇ ਹੈਗੇ ਆ ਉਹਨਾਂ ਨੇ ਜਿਹੜਾ ਇਸ ਸੰਜੀਦਾ ਜਿਹੜਾ ਦੋਸ਼ ਲੱਗਿਆ ਇਹਦੇ ਸੰਬੰਧ ਵਿੱਚ ਜਿਹੜੇ ਸਾਰੇ WhatsApp ਮੈਸੇਜ ਨੇ ਉਹ ਕੀ ਲੋਕਾਂ ਨੂੰ ਰਿਲੀਜ਼ ਕਰਨਗੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਵੀ ਕੀ ਉਹਦੇ ਵਿੱਚ ਕੋਈ ਜਾਣਕਾਰੀ ਪ੍ਰਾਈਵੇਟ ਜਿਹੜੀ ਹੋਈ ਹੈ ਕਿ ਨਹੀਂ ਹੋਈ। ਇਸੇ ਤਰੀਕੇ ਨਾਲ ਸਵਾਲ ਆ ਰਿਹਾ ਜੀ ਲੋਕਾਂ ਤੋਂ ਕਿ ਕੀ BC ਲਿਬਰਲਸ ਜਿਹੜੇ ਹੈਗੇ ਤੁਰੰਤ
ਜਿਹੜੇ ਸਾਰੇ WhatsApp ਗਰੁੱਪ ਦੇ ਵਿੱਚ ਉਹ ਮੈਂਬਰ ਨੇਗੇ ਉਹਨਾਂ ਦੀ ਕੰਟੈਕਟ ਇਨਫੋਰਮੇਸ਼ਨ ਜਿਹੜੀ ਹੈਗੀ ਆ ਉਹ ਇਲੈਕਸ਼ਨ BC ਨੂੰ ਮੁਹੱਈਆ ਕਰਨਗੇ ਤਾਂ ਕਿ ਉਹ ਆਪਣੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਢੰਗ ਤਰੀਕੇ ਨਾਲ ਉਹ ਠੀਕ ਢੰਗ ਨਾਲ ਉਹ ਕਰ ਸਕਣ। ਇਸੇ ਤਰੀਕੇ ਨਾਲ ਸਵਾਲ ਆ ਰਿਹਾ ਜੀ ਕਿ ਕੀ BC ਲਿਬਰਲਸ ਨੇ ਸਾਰੇ ਜਿਹੜੇ ਉਹ ਗਰੁੱਪ ਮੈਂਬਰਸ ਨੇ ਕੀ ਉਹਨਾਂ ਦੇ ਆਪਣੇ ਨੁਮਾਇੰਦੇ ਨੇ ਉਹਨਾਂ ਨਾਲ ਸਿੱਧੀ ਗੱਲਬਾਤ ਕੀਤੀ ਹੈ ਜਿਹੜੀ ਕਿ 100 ਦੇ ਕਰੀਬ ਮੈਂਬਰ ਦੱਸਿਆ ਜਾਂਦਾ ਜੀ ਕਿ ਉਹਨਾਂ ਨੇ ਕਿਸੇ ਦੀ ਕੋਈ ਪ੍ਰਾਈਵੇਟ ਇਨਫੋਰਮੇਸ਼ਨ ਤਾਂ ਨਹੀਂ ਲਈ। ਜੇ ਇਹ ਗੱਲਬਾਤ BC ਲਿਬਰਲ ਪਾਰਟੀ ਨੇ ਕੀਤੀ ਨਹੀਂ ਕਿਸੇ ਦੇ ਨਾਲ ਤਾਂ ਫਿਰ BC ਲਿਬਰਲ ਜਿਹੜਾ ਕਲੇਮ ਕਰ ਰਹੀ ਹੈ ਇਸ ਵੇਲੇ ਕਿ ਸਭ ਕੁਝ ਠੀਕ ਠਾਕ ਹੈ ਉਹ ਕਿਵੇਂ ਕਲੇਮ ਕਰ ਸਕਦੀ? ਕਾਰਨ ਇੱਕ ਡਾਕਟਰ ਸਾਹਿਬ ਅਖੀਰ ਦੇ ਵਿੱਚ ਕਿਉਂ ਮੇਰੇ ਕੋਲ ਇੰਟਰਵਿਊ ਹੈ ਜੀ ਅਗਲੇ ਹਿੱਸੇ 'ਚ ਤੇ ਮੈਂ ਇਸ ਕੰਮਾਂ ਦੇ ਬਾਰੇ ਵਿਸ਼ਿਆਂ ਦੇ ਬਾਰੇ ਮੈਨੀਫੈਸਟੋ ਦੇ ਬਾਰੇ ਕਿਸ ਦਿਨ ਡਿਟੇਲ 'ਚ ਗੱਲ ਕਰਨੀ ਚਾਹੁੰਦਾ ਕਿ ਲੋਕ ਜਿਹੜਾ NDP ਨੂੰ ਕਹਿ ਰਹੇ ਨੇ ਆਹ ਕੰਮ ਨਹੀਂ ਕੀਤਾ ਉਹਦਾ ਤੁਹਾਤੋਂ ਜਵਾਬ ਮੈਂ ਲੈਣੇ ਚਾਹੁੰਦਾ ਕਿਸੇ ਦਿਨ। ਪਰ ਅਖੀਰ 'ਚ ਮੈਨੂੰ ਇਹਦੇ ਤੇ ਇੱਕ ਸੁਹਿਰਦ ਸੱਜਣ ਨੇ ਆਪਣੇ ਸ਼ੋਅ ਦੇ ਵਿੱਚ ਵੀ ਇਹ ਗੱਲ ਕੀਤੀ। ਉਹ ਕਹਿੰਦਾ ਮੈਨੂੰ ਮੈਸੇਜ ਆ ਗਿਆ ਤੇ ਮੈਂ ਉੱਥੇ ਮੈਸੇਜ ਤੇ ਕੱਲ੍ਹ ਲਈ ਉਹ ਕਹਿੰਦਾ ਮੈਂ ਇਨਫੋਰਮੇਸ਼ਨ ਸਾਰੀ ਭੇਜਤੀ ਜੀ ਮੈਂ ਹੁਣ ਕੀ ਕਰਾਂ ਕਿਉਂਕਿ ਦੋਸਤਾਂ ਦੇ ਸਰਕਲ ਦੇ ਵਿੱਚ ਕੋਈ ਸੁਨੇਹਾ ਆ ਗਿਆ ਉਹ ਕਹਿੰਦਾ ਯਾਰ ਦੋਸਤ ਨੇ ਮੰਗੀ ਆ ਦੇ ਦਿਓ ਕਿਉਂਕਿ ਲੋਕਾਂ ਨੂੰ ਪਤਾ ਨਹੀਂ ਜੀ ਹੈ ਕਿ ਜਦ ਤੁਸੀਂ ਡੇਟ ਆਫ ਬਰਥ ਨਾਂ ਐਡਰੈਸ ਤੇ ਆਪਣਾ ਆਇਡੈਂਟੀਫਿਕੇਸ਼ਨ ਦੇਤੀ ਉਹਦੇ ਬਾਅਦ ਤੁਹਾਡਾ ਕੁਝ ਵੀ ਸੁਰੱਖਿਅਤ SIM ਨੰਬਰ ਤਾਂ ਬਹੁਤ ਡੇਂਜਰਸ ਹੈ। ਸੋ ਅਖੀਰ 'ਚ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਇਹਦੇ ਵਿੱਚ ਵੀ ਆਪਾਂ ਇੱਕ ਸਾਖ ਭਾਈਚਾਰੇ ਦੀ ਕਿਵੇਂ ਬਚਾ ਸਕੀਏ ਲੋਕਤੰਤਰ ਕਿਵੇਂ ਰੱਖ ਸਕੀਏ ਆਪਣੇ ਆਪਣੇ ਉਮੀਦਵਾਰ ਪਾਰਟੀਆਂ ਕੰਮ ਕਰਨ ਆਪਣੇ ਏਜੰਡੇ ਦੱਸਣ ਤੇ ਲੋਕ ਟ੍ਰਾਂਸਪੇਰੈਂਸੀ ਨਾਲ ਵੋਟ ਪਾਉਣ ਤੇ ਸਾਡਾ ਇਹ ਕਿਉਂ ਹਰ ਵਕਤ ਮਨ 'ਚ ਰਹਿੰਦਾ ਲੋਕਾਂ ਦੇ ਜਿੱਥੇ ਆਪਣੇ ਬੰਦੇ ਜਦ ਖੜਦੇ ਆ ਵੀ ਇੱਥੇ ਕੋਈ ਗੜਬੜ ਹੋ ਇਹ ਇਹੋ ਜਿਹਾ ਮਾਹੌਲ ਕਿਵੇਂ ਕ੍ਰੀਏਟ ਹੋ ਜਾਂਦਾ ਜੀ? ਗਿੱਲ ਸਾਹਿਬ ਗੱਲ ਇਹ ਆ ਕਿ ਵੀ ਪਹਿਲੀ ਗੱਲ ਤਾਂ ਹੈਗੀ ਕਿ ਜਿਹੜੇ ਆਪਾਂ ਸਿਸਟਮ ਦੇ ਵਿੱਚ ਸਾਨੂੰ ਮੌਕਾ ਮਿਲਿਆ ਬਹੁਤ ਮੈਂ ਕਹਿੰਦਾ ਵੀ ਚੰਗੇ ਸਾਡੇ ਕਿਸਮਤ ਦੀ ਗੱਲ ਕਹਿ ਲਓ ਉਹਨੂੰ ਭਾਗਾਂ ਦੀ ਗੱਲ ਹੈ ਕਿ ਸਾਨੂੰ ਬਹੁਤ ਖੂਬਸੂਰਤ ਸੂਬੇ ਦੇ ਵਿੱਚ ਮੁਲਕ ਦੇ ਵਿੱਚ ਅਸੀਂ ਇੱਥੇ ਆ ਕੇ ਆਪਣਾ ਜੀਵਨ ਬਸਰ ਕਰ ਰਹੇ ਹਾਂ। ਇੱਥੋਂ ਦਾ ਜਿਹੜਾ ਡੈਮੋਕ੍ਰੈਟਿਕ ਸਿਸਟਮ ਹੈ ਜੀ ਜਿਹਦੇ ਚੋਣ ਪ੍ਰਕਿਰਿਆ ਉਹਦਾ ਹਿੱਸਾ ਬੜਾ ਸਾਫ਼ ਸੁਥਰਾ ਤੇ ਬੜਾ ਪਾਰਦਰਸ਼ੀ ਸਿਸਟਮ ਇਹ ਹੈਗਾ ਜੀ। ਇਹਦੇ ਵਿੱਚ ਆਪਾਂ ਦੇਖਿਆ ਕੋਈ ਜਿਹੜੀ ਬੂਥ ਕੈਪਚਰਿੰਗ ਕਦੇ ਨਹੀਂ ਹੋ ਸਕਦੀ। ਇਹਦੇ 'ਚ ਆਪਾਂ ਦੇਖਿਆ ਕਿ ਪੈਸੇ ਦੇ ਕੇ ਵੋਟਾਂ ਨਹੀਂ ਪਾਈਆਂ ਜਾਂਦੀਆਂ। ਇਹਦੇ 'ਚ ਆਪਾਂ ਦੇਖਿਆ ਕਿ ਬੋਤਲਾਂ ਦਾਰੂ ਦੀਆਂ ਭੇਜ ਕੇ ਉਹ ਵੋਟਾਂ ਨਹੀਂ ਪਾਈਆਂ ਜਾਂਦੀਆਂ। ਇਹੀ ਕਾਰਨ ਹੈ ਜੀ ਕਿ ਇਹ ਸਿਸਟਮ ਵਧੀਆ ਤਰੀਕੇ ਦੇ ਨਾਲ ਕੰਮ ਕਰ ਰਿਹਾ ਹੈ ਔਰ ਲੋਕਾਂ ਨੂੰ ਇਹ ਜਵਾਬਦੇਹ ਹੈ ਔਰ ਮੈਂ ਸਮਝਦਾ ਕਿ ਸਾਡੇ ਸਾਰੇ ਲੋਕਾਂ ਦੀ ਇਹ ਜ਼ਿੰਮੇਵਾਰੀ ਹੈ ਆਪਣੀ ਇਕੱਲੇ ਦੀ ਇਸ ਸਿਸਟਮ ਨੂੰ ਇਸ ਤਰੀਕੇ ਨਾਲ ਬਰਕਰਾਰ ਕਰਕੇ ਰੱਖਣਾ। ਜਿਹੜਾ ਸਾਡਾ ਸਰਕਾਰ ਦਾ ਸਿਸਟਮ ਹੈ ਉਹਦੀ ਜ਼ਿੰਮੇਵਾਰੀ ਹੈ ਕਿ ਲੋਕਾਂ ਦਾ ਵਿਸ਼ਵਾਸ ਇਹਦੇ 'ਚ ਬਣਾਈ ਰੱਖਣਾ। ਜਿਵੇਂ ਸਾਡਾ ਇਲੈਕਸ਼ਨ BC ਹੈਗਾ ਉਹਨੇ ਜੋ ਵੀ ਇਨਵੈਸਟੀਗੇਸ਼ਨ ਕਰਕੇ ਜਦੋਂ ਵੀ ਕੋਈ ਗੱਲ ਹੁੰਦੀ ਹੈ ਉਹ ਲੋਕਾਂ ਸਾਹਮਣੇ ਰੱਖਦੇ ਆ। ਜਿਹੜੀ ਵਿਅਕਤੀਗਤ ਤੁਸੀਂ ਗੱਲ ਕੀਤੀ ਹੈ ਜਿੱਥੇ ਲੋਕਾਂ ਦੀ ਜ਼ਿੰਮੇਵਾਰੀ ਹੈ ਨਾ ਗਿੱਲ ਸਾਹਿਬ ਉਹਦੇ 'ਚ ਇਹ ਜ਼ਿੰਮੇਵਾਰੀ ਹੈ ਵੀ ਕਈ ਵਾਰੀ ਆਪਾਂ ਕਹਿੰਦੇ ਵੀ ਸਰਕਾਰ ਆਹ ਕੰਮ ਇਉਂ ਕਰੇ। ਸਰਕਾਰ ਤਾਂ ਜਿਹੜੀ ਕੰਮ ਤਾਂ ਕਰੂਗੀ। ਹੁਣ ਜਿਹੜਾ ਇਹ ਦੋਸ਼ ਲਾਗੇ ਬੜੇ ਸੰਜੀਦਾ ਕੁਝ ਜਿਹੜੀਆਂ ਹੈਗੀਆਂ ਉਹ WhatsApp ਦੀਆਂ ਜਿਹੜੀਆਂ ਗੱਲਾਂ ਬਾਤਾਂ ਸਾਹਮਣੇ ਆਈਆਂ ਪਰ ਜੇ ਕਿਸੇ ਕੋਲੇ ਉਹ ਇਨਫੋਰਮੇਸ਼ਨ ਹੈ ਜੇ ਕਿਸੇ ਨੇ ਉਹ ਪ੍ਰਾਈਵੇਟ ਇਨਫੋਰਮੇਸ਼ਨ ਦਿੱਤੀ ਹੈ ਉਹਦੀ ਇੱਕ ਚੰਗੇ ਸ਼ਹਿਰੀ ਹੋਣ ਦੀ ਜਿਹੜੀ ਜ਼ਿੰਮੇਵਾਰੀ ਜਾਂ ਪਰਖ ਇੱਥੋਂ ਹੀ ਆਉਣੀ ਹੈ ਜੀ ਕਿ ਜੇ ਉਹ ਜਾ ਕੇ ਹੁਣ ਇਲੈਕਸ਼ਨ BC ਨੂੰ ਦੱਸੇ ਕਿਉਂਕਿ ਅਦਰਵਾਈਜ਼ ਇਲੈਕਸ਼ਨ BC ਜੇ 100 ਦੇ 100 ਬੰਦੇ ਨੂੰ ਪੁੱਛ ਵੀ ਲਵੇ ਉਸ ਨੂੰ ਜੇ ਉਹ ਕਹਿਣ ਵੀ ਚਾਹੇ ਇਨਫੋਰਮੇਸ਼ਨ ਗਈ ਵੀ ਹੋਵੇ ਫਿਰ ਵੀ ਕਹਿਣ ਵੀ ਉਹ ਸਾਡੀ ਇਨਫੋਰਮੇਸ਼ਨ ਤਾਂ ਦਿੱਤੀ ਨਹੀਂ ਹੈ ਫਿਰ ਇਲੈਕਸ਼ਨ BC ਉਹਦੇ 'ਚ ਕੁਝ ਨਹੀਂ ਕਰ ਸਕਦਾ। ਸੋ ਇਸ ਕਰਕੇ ਡਿਊਟੀ ਹੈ ਸਾਡਾ ਫਰਜ਼ ਹੈ ਇਸ ਚੰਗੇ ਸਿਸਟਮ ਨੂੰ ਚੰਗਾ ਬਣਾ ਕੇ ਰੱਖਣ ਦਾ। ਜੇ ਵੀ ਜੋ ਵੀ ਗੱਲ ਜਿਹੜੀ ਲੋਕਾਂ ਕੋਲੇ ਜੋ ਸੱਚੀ ਇਨਫੋਰਮੇਸ਼ਨ ਹੈਗੀ ਹੈ ਉਹ ਦੇ ਦੇਣੀ ਚਾਹੀਦੀ ਹੈ ਤਾਂ ਕਿ ਜਿਹੜੀ ਉਹਦੀ ਇਨਵੈਸਟੀਗੇਸ਼ਨ ਹੈ ਉਹ ਠੀਕ ਢੰਗ ਨਾਲ ਜਿਹੜੀ ਉਹ ਹੋ ਸਕੇ। ਧੰਨਵਾਦ ਜੀ ਤੁਹਾਡੇ ਸਮੇਂ ਲਈ ਤੇ ਕਿਸੇ ਦਿਨ ਮੈਂ ਜਿਹੜੇ NDP ਨਾਲ ਸੰਬੰਧਿਤ ਸਵਾਲ ਨੇ ਉਹ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ। ਮੈਂ ਬਰਾਬਰ ਦਾ ਟਾਈਮ ਦੂਸਰੇ ਤੁਹਾਡੇ ਕੈਂਡੀਡੇਟ ਉਹਨਾਂ ਨੂੰ ਵੀ ਦੇਣਾ ਚਾਹੁੰਦਾ ਜਿਵੇਂ ਜਿੰਨਾ ਕਿਉਂਕਿ ਸਾਨੂੰ ਰੂਲ ਦੇ ਮੁਤਾਬਕ ਅੱਜ ਇਹ ਕਿਉਂਕਿ ਬ੍ਰੇਕਿੰਗ ਨਿਊਜ਼ ਚੱਲ ਰਹੀ ਹੈ ਇਸ ਲਈ ਮੈਂ ਤੁਹਾਨੂੰ ਸੱਦਿਆ ਸੀ। ਪਰ ਮੈਨੀਫੈਸਟ ਕੰਮ ਸਰੀ ਦੇ ਕਿਹੜੇ ਤੁਹਾਡੇ ਸਮੇਂ ਹੋਏ ਤੁਹਾਡੇ ਜਿਹੜੇ NDP ਦੇ ਉੱਪਰ ਲੋਕ ਇਹ ਕਹਿ ਰਹੇ ਨੇ ਵੀ ਹਸਪਤਾਲ ਦਾ ਰੌਲਾ ਸਕੂਲਾਂ ਦਾ ਰੌਲਾ ਪ੍ਰੀਮੀਅਮ ਬਣਾਉਣ ਦਾ ਰੌਲਾ ਉਹ ਤੁਹਾਡੇ ਤੋਂ ਮੈਂ ਜਵਾਬ ਕਿਸ ਦਿਨ ਆਪਾਂ ਸੈੱਟ ਕਰੂੰਗਾ ਜੀ ਟਾਈਮ ਤੇ ਤੁਸੀਂ ਸ਼ਾਮਲ ਹੋਣਾ ਜੀ ਮੇਰੇ। ਗਿੱਲ ਸਾਹਿਬ ਬਿਲਕੁਲ ਜਦੋਂ ਵੀ ਤੁਸੀਂ ਆਵਾਜ਼ ਮਾਰੋਗੇ ਉਦੋਂ ਹੀ ਹਾਜ਼ਰ ਹਾਂ ਜੀ। ਮੈਨੂੰ ਬਹੁਤ ਜਿਹੜਾ ਹੈਗਾ ਇਸ ਗੱਲ ਦਾ ਜਿਹਨੂੰ ਕਹਿੰਦੇ ਮਾਣ ਹੈ ਕਿ ਜੋ 3.5 ਸਾਲਾਂ ਦੇ ਵਿੱਚ NDP ਸਰਕਾਰ ਨੇ ਸਰੀ ਦੇ ਲਈ ਕੀਤਾ। ਮੈਂ ਡਿਟੇਲ ਦੇ ਵਿੱਚ ਨਹੀਂ ਜਾਣਾ। ਮੈਨੂੰ ਪਤਾ ਹੈ ਕਿ ਕੁਝ ਲੋਕ ਭੁਲੇਖਾ ਪਾਉਣ ਦੀ ਕੋਸ਼ਿਸ਼ ਕਰ ਰਹੇ ਆ
ਪਰ ਜਿਹੜਾ ਹੈਗਾ ਜੋ ਕੁਝ ਕੀਤਾ NDP ਨੇ 3.5 ਸਾਲਾਂ ਦੇ ਵਿੱਚ, ਮੈਨੂੰ ਬੜਾ ਮਾਣ ਹੈ। ਮੈਂ ਬੜੇ ਮਾਣ ਦੇ ਨਾਲ ਤੁਹਾਡੇ ਸਾਹਮਣੇ ਆ ਕੇ ਉਹਦਾ ਜਿਹੜੀ ਸਾਰੀ ਲੋਕਾਂ ਨੂੰ ਜਾਣਕਾਰੀ ਵੀ ਦੇਵਾਂਗਾ, ਔਰ ਕੋਈ ਵੀ ਸਵਾਲ ਕਿਸੇ ਦਾ ਹੋਵੇ ਆਪਾਂ ਉਹਦਾ ਉੱਤਰ ਵੀ ਜਿਹੜਾ ਹੈਗਾ ਜਿਹੜਾ ਉਹ ਮੈਂ ਦੇਣ ਦੀ ਕੋਸ਼ਿਸ਼ ਕਰੂੰਗਾ ਪੂਰੀ। ਤੇ ਜਦੋਂ ਵੀ ਤੁਸੀਂ ਸਾਨੂੰ ਆਵਾਜ਼ ਮਾਰੋਗੇ ਅਸੀਂ ਹਾਜ਼ਰ ਹਾਂ। ਧੰਨਵਾਦ ਜੀ, ਸ਼ੁਭ ਸ਼ਾਮ, ਥੈਂਕ ਯੂ। ਮਿਹਰਬਾਨੀ। ਗੁਰੂ ਸਿੰਘ ਬਰਾੜ ਫਰੀਦਕੋਟ DP ਦੇ ਉਮੀਦਵਾਰ ਸਨ, ਕਿਉਂਕਿ ਇਸ਼ੂ ਵੱਡਾ ਇੱਕ ਹੋ ਗਿਆ ਜਿਸ 'ਚ ਇਲੈਕਸ਼ਨ ਕੈਨੇਡਾ ਇਨਵੋਲਵ ਆ। ਵਪਾਰਕ ਸੰਦੇਸ਼ਾਂ ਤੋਂ ਬਾਅਦ ਅਮਨ ਖਹਿਰਾ ਜੀ ਨਾਲ CWC ਤੋਂ ਗੱਲਬਾਤ ਕਰਾਂਗੇ। ਅਮਨ ਖਹਿਰਾ ਮੇਰੇ ਨਾਲ ਨੇ ਅੱਜ CWC ਤੋਂ। ਤੁਹਾਡੇ ਵੀ ਕੋਈ ਸਵਾਲ ਹੋਏ ਪਲੀਜ਼ ਲਿਖਿਓ। ਸਪੋਜ਼ਲ ਐਪਲੀਕੇਸ਼ਨ ਤੱਕ ਘਰ ਵਾਲਾ ਜਾਂ ਘਰ ਵਾਲੀ ਨੂੰ ਜ਼ਿਆਦਾ ਅਪਲਾਈ ਕਰਨਾ ਹੈ ਇੱਥੋਂ ਕੈਨੇਡਾ ਤੋਂ, ਤਾਂ ਉਹਦੇ ਬਾਰੇ ਕੁਝ ਸਵਾਲ ਤੁਹਾਨੂੰ ਪੁੱਛਣੇ ਨੇ। ਅਮਨ ਖਹਿਰਾ ਜੀ ਸਵਾਗਤ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬਾਈ ਜੀ, ਔਰ ਤੁਹਾਡੇ ਸਾਰੇ ਲਿਸਨਰਸ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ ਤੇ ਆਦਾਬ ਜੀ। ਸਤਿ ਸ੍ਰੀ ਅਕਾਲ ਜੀ। ਤੇ ਇਹ ਦੱਸਿਓ ਕਿ ਲੇਟਲੀ ਕੁਛ ਇਹ ਗੱਲ ਹੋਈ ਹੈ ਕਿ ਜਿਹੜੀ ਸਪਾਊਜ਼ਲ ਐਪਲੀਕੇਸ਼ਨ ਹੈ ਉਸ ਨੂੰ ਉਹਦੇ 'ਚ ਤੇਜ਼ੀ ਲਿਆਂਦੀ ਜਾਵੇਗੀ। ਉਹ ਤੇਜ਼ੀ ਲਿਆਉਣ ਦਾ ਕੀ ਮਤਲਬ ਹੈ ਜੀ? ਬਿਲਕੁਲ ਬਾਈ ਜੀ, ਪਿਛਲੇ ਸਮੇਂ ਦੇ ਵਿੱਚ ਜਿਹੜੀ ਸਪਾਊਸਲ ਐਪਲੀਕੇਸ਼ਨ ਸੀ, ਸਪਾਊਸਲ ਐਪਲੀਕੇਸ਼ਨ ਦੀ ਪ੍ਰੋਸੈਸਿੰਗ ਸੀ, ਉਹਦੇ ਵਿੱਚ ਬਹੁਤ ਦੇਰੀ ਹੋ ਰਹੀ ਸੀ, ਕਿਉਂਕਿ ਮੈਜੋਰਿਟੀ ਆਫ ਇਹ ਐਪਲੀਕੇਸ਼ਨ ਜਦੋਂ ਆਊਟਸਾਈਡ ਵੀਜ਼ਾ ਪੋਸਟ ਤੋਂ ਪ੍ਰੋਸੈਸ ਕੀਤੀਆਂ ਜਾਂਦੀਆਂ ਨੇ ਤਾਂ ਉਹਦੇ ਵਿੱਚ ਇਨ ਪਰਸਨ ਇੰਟਰਵਿਊ ਦੀ ਰਿਕੁਆਇਰਮੈਂਟ ਲਾਜ਼ਮੀ ਹੋ ਜਾਂਦੀ ਹੈ। ਉਹਦਾ ਕਾਰਨ ਹੈ ਕਿਉਂਕਿ ਜਿਹੜੇ ਫਿਲਟਰ ਰੱਖਿਆ ਗਿਆ ਸਰਕਾਰ ਨੇ ਜਿਹੜੀ ਐਪਲੀਕੇਸ਼ਨ ਨੂੰ ਪ੍ਰੋਸੈਸ ਕੀਤਾ ਜਾਂਦਾ, ਉਹ ਫਿਲਟਰ ਨੂੰ ਬਹੁਤ ਬਰੀਕ ਕਰਤਾ। ਹਰੇਕ ਐਪਲੀਕੇਸ਼ਨ ਨੂੰ ਪ੍ਰੋਪਰ ਤਰੀਕੇ ਨਾਲ ਟੈਸਟ ਕੀਤਾ ਜਾਂਦਾ ਔਰ ਆਉਣ ਵਾਲੇ ਵਿਅਕਤੀ ਦੀ ਇਰਾਦਾ ਔਰ ਇਸ ਤੋਂ ਇਲਾਵਾ ਜੈਨੂਨੈਸ ਦੋਨੇ ਚੀਜ਼ਾਂ ਨੂੰ ਟੈਸਟ ਤੇ ਰੱਖਿਆ ਜਾਂਦਾ। ਜੇ ਇੰਡੀਵਿਜੂਅਲ ਦੋਨੇ ਪ੍ਰੋਂਗਸ ਨੂੰ ਮੀਟ ਕਰਦਾ ਫਿਰ ਹੀ ਜਿਹੜੀ ਸਪਾਊਸਲ ਸਪਾਂਸਰਸ਼ਿਪ ਐਪਲੀਕੇਸ਼ਨ ਹੈ ਉਹ ਅਪਰੂਵ ਹੁੰਦੀ ਹੈ। ਨਾਓ ਇਰਾਦਾ ਜਾਣਨ ਦੇ ਲਈ ਜਿਹੜੇ ਵੀਜ਼ਾ ਪੋਸਟ ਦੇ ਆਫਿਸਰਸ ਬੈਠੇ ਨੇ ਉਹ ਇੰਟਰਵਿਊ ਜਿਹੜੀ ਇਨ ਪਰਸਨ ਇੰਟਰਵਿਊਜ਼ ਕਾਲ ਇਨ ਕਰਦੇ ਸੀ। ਕੋਵਿਡ ਹੋਣ ਕਰਕੇ ਜਿਹੜੀਆਂ ਇਨ ਪਰਸਨ ਇੰਟਰਵਿਊਜ਼ ਨੇ ਉਹ ਵੀਜ਼ਾ ਪੋਸਟ ਤੇ ਹੋਣੀਆਂ ਬੰਦ ਹੋ ਗਈਆਂ ਸੀ ਔਰ ਤਕਰੀਬਨ 90 ਤੋਂ 120 ਦਿਨ ਦਾ ਐਵਰੇਜ ਸਮਾਂ ਸੀ ਜਦੋਂ ਐਪਲੀਕੇਸ਼ਨ ਬਿਲਕੁਲ ਡੈਡ ਸਟਾਪ ਤੇ ਆ ਗਈ ਸੀ। ਆਫਿਸਿਸ ਦੇ ਵਿੱਚ ਪ੍ਰੋਸੈਸਿੰਗ ਚੱਲ ਰਹੀ ਸੀ ਪਰ ਇੰਟਰਵਿਊ ਨਾ ਹੋਣ ਕਰਕੇ ਜਿਹੜੀਆਂ ਐਪਲੀਕੇਸ਼ਨ ਸੀ ਉਹ ਬੈਕਲੌਗ ਦੇ ਵਿੱਚ ਜਾਣ ਲੱਗ ਗਈਆਂ ਸੀ। ਨਾਓ ਕੈਨੇਡਾ ਦੀ ਇਹ ਖੂਬਸੂਰਤੀ ਹੈ ਬਈ ਜੀ, ਇੱਥੇ ਦੀ ਜਿਹੜੀ ਸਰਕਾਰ ਹੈ ਕਿਸੇ ਤਰ੍ਹਾਂ ਦੀ ਵੀ ਸਰਕਾਰ ਹੈ ਜਦੋਂ ਸੁਣੀ ਜਾਂਦੀ ਹੈ ਤਾਂ ਉਹ ਕੰਨ ਰੱਖਦੀ ਹੈ, ਉਹ ਪਬਲਿਕ ਦੀ ਆਵਾਜ਼ ਨੂੰ ਸੁਣਦੀ ਹੈ ਔਰ ਪਬਲਿਕ ਦੀ ਆਵਾਜ਼ ਸੁਣ ਕੇ ਉਹਦੇ ਵਿੱਚ ਤਬਦੀਲੀਆਂ ਵੀ ਲਿਆਈਆਂ ਜਾਂਦੀਆਂ ਨੇ ਸਮੇਂ ਦੇ ਵਿੱਚ। ਨਾਓ ਬਹੁਤ ਵੱਡਾ ਇੱਕ ਪ੍ਰੋਟੈਸਟ ਹੋਇਆ ਸੀ ਓਨਟਾਰੀਓ ਦੇ ਵਿੱਚ, ਆਟਵਾ ਦੇ ਵਿੱਚ, ਦੋਨੇ ਜਗ੍ਹਾਵਾਂ ਤੇ ਬਹੁਤ ਵੱਡਾ ਪ੍ਰੋਟੈਸਟ ਹੋਇਆ ਸੀ ਜਿੱਥੇ ਸਰਕਾਰ ਨੂੰ ਇਹ ਮੰਗ ਕੀਤੀ ਗਈ ਸੀ ਵੀ ਜੇ ਤੁਸੀਂ ਸਪਾਊਸਲ ਸਪਾਂਸਰਸ਼ਿਪ ਐਪਲੀਕੇਸ਼ਨ ਦੇ ਵਿੱਚ ਦੇਰੀ ਕਰਨੀ ਹੈ ਤਾਂ ਫਿਰ ਸਾਡੇ ਸਪਾਊਸਸ ਨੂੰ ਕੈਨੇਡਾ ਆਉਣ ਦੀ ਇਜਾਜ਼ਤ ਦਿੱਤੀ ਜਾਵੇ। ਨਾ ਇਸ ਨੂੰ ਕਰਨ ਦੇ ਲਈ ਸਰਕਾਰ ਕਰ ਸਕਦੀ ਸੀ, ਇੱਕ ਪਾਇਲਟ ਚਲਾ ਕੇ ਸਪਾਊਸਸ ਨੂੰ ਟੈਂਪਰੇਰੀ ਤੌਰ ਤੇ ਕੈਨੇਡਾ ਲਿਆ ਸਕਦੀ ਸੀ, ਬਟ ਸਰਕਾਰ ਦੇ ਕੋਲ ਇੱਕ ਸਾਈਨ ਆਫ ਕੌਸ਼ਨ ਸੀ ਵੀ ਜੇ ਇੰਨੇ ਵਿਅਕਤੀਆਂ ਨੂੰ ਅਸੀਂ ਕੈਨੇਡਾ ਲਿਆਂਦਾ ਬਿਨਾਂ ਟੈਸਟ ਕੀਤੇ ਔਰ ਕੱਲ ਨੂੰ ਇਹ ਪਾਇਆ ਗਿਆ ਵੀ ਇੰਡੀਵਿਜੂਅਲ ਜਿਹੜੇ ਨੇ ਬ੍ਰੀਚ ਕਰ ਗਏ ਨੇ ਸੈਕਸ਼ਨ 4 ਨੂੰ ਜਾਂ ਸਪਾਊਸਲ ਸਪਾਂਸਰਸ਼ਿਪ ਦੀ ਰਿਕੁਆਇਰਮੈਂਟ ਨੂੰ ਮੀਟ ਨਹੀਂ ਕਰਦੇ ਤੇ ਮੈਂਬਰ ਆਫ ਫੈਮਿਲੀ ਕਲਾਸ ਨਹੀਂ ਹੈਗੇ, ਤਾਂ ਫਿਰ ਉਹਨਾਂ ਨੂੰ ਕੈਨੇਡਾ ਤੋਂ ਰਿਮੂਵ ਕਰਨਾ ਇੱਕ ਬਹੁਤ ਹੀ ਐਕਸਪੈਂਸਿਵ ਪ੍ਰੋਸੈਸ ਹੈ ਕਿਉਂਕਿ ਇੰਡੀਵਿਜੂਅਲ ਜਦੋਂ ਕੈਨੇਡਾ 'ਚ ਮੌਜੂਦ ਹੁੰਦਾ ਤਾਂ ਉਹਦੇ ਲੀਗਲ ਰਾਈਟਸ ਵੀ ਐਗਜ਼ਿਸਟ ਕਰਦੇ ਨੇ। ਸੋ ਇੱਕ ਬਹੁਤ ਲੰਬੀ ਲੜਾਈ ਹੈ ਜਿਹੜੀ ਸਰਕਾਰ ਨੂੰ ਲੜਨੀ ਪੈ ਸਕਦੀ ਹੈ ਉਹਨਾਂ ਇੰਡੀਵਿਜੂਅਲ ਨੂੰ ਕੈਨੇਡਾ ਤੋਂ ਰਿਮੂਵ ਕਰਨ ਦੇ ਲਈ। ਸੋ ਉਸੇ ਕਰਕੇ ਸਰਕਾਰ ਨੇ ਇਹਦਾ ਦੂਜਾ ਬਦਲ ਇਹ ਸੋਚਿਆ ਵੀ ਸਰਕਾਰ ਨੇ ਹੁਣ ਰਿਮੋਟਲੀ ਇਹ ਐਪਲੀਕੇਸ਼ਨ ਨੂੰ ਪ੍ਰੋਸੈਸ ਕਰਨਾ ਸ਼ੁਰੂ ਕਰਤਾ। ਇਹਨਾਂ ਐਪਲੀਕੇਸ਼ਨ ਨੂੰ ਜਿੱਥੇ ਮੈਜੋਰਿਟੀ ਆਫ ਐਪਲੀਕੇਸ਼ਨ ਬੈਕਲੌਗ ਦੇ ਵਿੱਚ ਨੇ, ਖਾਸ ਕਰਕੇ ਹਿੰਦੁਸਤਾਨ ਦੀ ਜੇ ਮੈਂ ਗੱਲ ਕਰਾਂ ਉੱਥੇ ਮੈਜੋਰਿਟੀ ਆਫ ਐਪਲੀਕੇਸ਼ਨ ਬੈਕਲੌਗ ਦੇ ਵਿੱਚ ਨੇ। ਸੋ ਉਹਨਾਂ ਐਪਲੀਕੇਸ਼ਨ ਨੂੰ ਸਪਰੈਡ ਆਊਟ ਕੀਤਾ ਜਾਏਗਾ ਗਲੋਬਲੀ ਜਿਹੜੇ ਵੀਜ਼ਾ ਪੋਸਟ ਦੇ ਉੱਤੇ ਰਸ਼ ਘੱਟ ਹੈ। ਸੋ ਉਹਨਾਂ ਆਫਿਸਰਸ ਨੂੰ ਡਿਜੀਟਲ ਫੋਟੋਕਾਪੀ ਕੀਤੀ ਜਾਏਗੀ ਉਹਨਾਂ ਕੇਸਿਸ ਦੀ ਔਰ ਉਹਨਾਂ ਨੂੰ ਇਹ ਈਮੇਲ ਦੇ ਦੁਆਰਾ ਜਾਂ ਇੰਟਰਨਲ ਜਿਹੜਾ ਇਹਨਾਂ ਦਾ ਪ੍ਰੋਸੈਸ ਹੈਗਾ ਜਿਹੜੀ ਉਹ ਡਿਜੀਟਲ ਕਾਪੀਜ਼ ਨੂੰ ਟ੍ਰਾਂਸਫਰ ਕਰਨ ਦਾ ਉਹਨੂੰ ਯੂਜ਼ ਕਰਕੇ ਆਫਿਸਰ ਜਿਹੜਾ ਹੈਗਾ ਰਿਮੋਟਲੀ ਉਹਨੂੰ ਪ੍ਰੋਸੈਸ ਕਰੇਗਾ। ਨਾਓ ਸਰਕਾਰ ਨੇ ਕਿਹਾ ਵੀ ਹਰ ਮਹੀਨੇ ਅਸੀਂ 6000 ਐਪਲੀਕੇਸ਼ਨਾਂ ਪ੍ਰੋਸੈਸ ਕਰਾਂਗੇ ਕਿਉਂਕਿ ਇਸ ਸਾਲ ਦਾ ਟੀਚਾ ਜਿਹੜਾ ਸੀ ਉਹ 70000 ਸਪਾਊਸਲ ਐਪਲੀਕੇਸ਼ਨ ਨੂੰ ਪ੍ਰੋਸੈਸ ਕਰਨ ਦਾ ਸੀ। ਸੋ ਸਰਕਾਰ ਜਿਹੜਾ ਕੁੱਲ 17000 ਐਪਲੀਕੇਸ਼ਨ ਹੀ ਪ੍ਰੋਸੈਸ ਕਰ ਪਾਈ ਹੈ ਹੁਣ ਤੱਕ। ਸੋ
ਸੋ ਇਸ ਕਰਕੇ ਸਰਕਾਰ ਨੇ ਕਿਹਾ ਵੀ ਅਸੀਂ ਕੋਸ਼ਿਸ਼ ਇਹ ਕਰਾਂਗੇ ਵੀ ਇਹਨੂੰ ਐਕਸਪੀਡਾਈਟ ਕਰਕੇ ਤਕਰੀਬਨ 49,000 ਐਪਲੀਕੇਸ਼ਨਾਂ ਜਿਹੜੀਆਂ ਅਸੀਂ ਪ੍ਰੋਸੈਸ ਕਰੀਏ। ਮਿਨੀਮਮ ਜਿਹੜਾ 6,000 ਦਾ ਕੋਟਾ ਰੱਖਿਆ ਹੋਇਆ ਵੀ ਅਸੀਂ ਮਿਨੀਮਮ ਇੰਨੀਆਂ ਤਾਂ ਪ੍ਰੋਸੈਸ ਕਰਾਂਗੇ। ਨਾਓ ਇਹਦੇ ਵਿੱਚ ਜਿਹੜੀ ਸਭ ਤੋਂ ਬੜੀ ਪ੍ਰੋਬਲਮ ਆਉਣੀ ਹੈ ਬਈ ਜੀ, ਉਹ ਆਉਣੀ ਹੈ ਕਿ ਖਾਸ ਕਰਕੇ ਵੀਜ਼ਾ ਪੋਸਟ ਹਿੰਦੁਸਤਾਨ ਦੀ ਹੈ ਤਾਂ ਉੱਥੇ ਦੇ ਆਫਿਸਰ ਆਲਰੇਡੀ ਇਕੁਇਪ ਹੋ ਚੁੱਕੇ ਨੇ ਇਹਨਾਂ ਡਿਸੀਜਨ ਨੂੰ ਬਣਾਉਣ ਦੇ ਲਈ। ਖਾਸ ਕਰਕੇ ਜਿਹੜੇ ਕਲਚਰ ਨੂੰ ਉਹ ਸੈਂਸਿਟਿਵ ਹੋ ਚੁੱਕੇ ਨੇ, ਉਹਨਾਂ ਨੂੰ ਪਤਾ ਹੈ ਵੀ ਇਸ ਕਲਚਰ ਦੇ ਵਿੱਚ ਅਰੇਂਜ ਮੈਰਿਜਸ ਐਗਜ਼ਿਸਟ ਕਰਦੀਆਂ ਨੇ, ਇਸ ਕਲਚਰ ਦੇ ਵਿੱਚ ਜਿਹੜੀਆਂ ਕੁਝ ਇਨਕੰਪੈਟੇਬਿਲਿਟੀਜ਼ ਨੇ, ਜਿਵੇਂ ਕਿ ਫੋਰ ਐਗਜ਼ਾਮਪਲ ਸਪਾਊਸ ਦੀ ਏਜ ਕਿਸੇ ਦੀ ਵੱਧ ਹੈ, ਖਾਸ ਕਰਕੇ ਲੜਕੀ ਦੀ ਏਜ ਵੱਧ ਹੈ, ਜਾਂ ਖਾਸ ਕਰਕੇ ਲੜਕੀ ਦਾ ਪਹਿਲਾ ਡਿਵੋਰਸ ਹੋ ਚੁੱਕਿਆ, ਉਹਨਾਂ ਕੇਸਿਸ ਦੇ ਵਿੱਚ ਜਿਹੜੀ ਅਰੇਂਜ ਮੈਰਿਜ ਹੈ ਉਹ ਬਹੁਤ ਡਿਸਕਰੇਜ ਕੀਤੀ ਜਾਂਦੀ ਹੈ, ਉਹ ਅਰੇਂਜ ਮੈਰਿਜ ਐਗਜ਼ਿਸਟ ਨਹੀਂ ਕਰਦੀ। ਸੋ ਇਸ ਕਰਕੇ ਜਿਹੜੀ ਐਪਲੀਕੇਸ਼ਨਸ ਜਿਹੜੀ ਬੇਸਿਕ ਕੰਪੈਟੇਬਿਲਿਟੀ ਅਰੇਂਜ ਮੈਰਿਜ ਦੀ ਮੀਟ ਕਰਦੇ ਨੇ, ਉਹਨਾਂ ਨੂੰ ਇੰਟਰਵਿਊ ਵੇਵਰ ਆਉਣ ਦਾ ਬਹੁਤ ਵੱਡਾ ਚਾਂਸ ਰਹਿੰਦਾ ਸੀ। ਸੋ ਇਹਨਾਂ ਐਪਲੀਕੇਸ਼ਨਸ ਦੇ ਵਿੱਚ ਜਦੋਂ ਇਹ ਗਲੋਬਲੀ ਟ੍ਰਾਂਸਫਰ ਕੀਤੀਆਂ ਜਾਣਗੀਆਂ ਤਾਂ ਡਿਸੀਜਨ ਵੀ ਜਿਹੜੇ ਨੇ ਉਹ ਬਹੁਤ ਖਿਲਾਫ ਲਏ ਜਾ ਸਕਦੇ ਨੇ। ਜਲਦੀ ਪ੍ਰੋਸੈਸ ਕਰਨ ਦਾ ਮਤਲਬ ਇਹ ਨਹੀਂ ਹੈਗਾ ਵੀ ਜਿਹੜਾ ਫਿਲਟਰ ਹੈ ਉਹਨੂੰ ਵੱਡਾ ਕਰਤਾ ਜਾਂ ਉਹਨੂੰ ਚੌੜਾ ਕਰਤਾ ਤੇ ਬਹੁਤ ਐਪਲੀਕੇਸ਼ਨਾਂ ਛੇਤੀ ਪੋਜ਼ਿਟਿਵ ਡਿਸੀਜਨ ਲੈ ਲੈਣਗੀਆਂ। ਪਿਛਲੇ ਸਾਲ ਦੇ ਬਈ ਜੀ ਇਹ ਸਟੈਟਸ ਨੇ ਸਪਾਊਸਲ ਸਪਾਂਸਰਸ਼ਿਪ ਨੂੰ ਲੈ ਕੇ, ਜਦੋਂ ਦਾ ਸਰਕਾਰ ਨੇ ਜਿਹੜਾ ਇੱਕ ਪਿਛਲੇ ਵਾਰ ਕਾਨੂੰਨ ਲਿਆਂਦਾ ਸੀ ਵੀ ਕੰਡੀਸ਼ਨਲ ਪਰਮਨੈਂਟ ਰੈਜ਼ੀਡੈਂਸੀ ਦਿੱਤੀ ਜਾਊਗੀ, ਜਿਹੜਾ ਕੈਨੇਡਾ ਦੇ ਵਿੱਚ ਸਪਾਊਸ ਐਂਟਰ ਹੋਏਗਾ 2 ਸਾਲ ਲਈ ਉਹਨੂੰ ਸਰਵੇਲੈਂਸ ਤੇ ਰੱਖਿਆ ਜਾਊਗਾ। 2 ਸਾਲ ਦੇ ਵਿੱਚ ਕੋਈ ਸਪਾਂਸਰ ਕੰਪਲੇਂਟ ਕਰ ਦਿੰਦਾ ਤਾਂ ਬਿਨਾਂ ਜਿਹੜੇ ਕਿਸੇ ਬਹੁਤ ਬੜੀ ਸੁਣਵਾਈ ਤੋਂ ਜਿਹੜਾ ਇੰਡੀਵਿਜੂਅਲ ਕੈਨੇਡਾ ਦੇ ਵਿੱਚ ਆਇਆ ਹੋਇਆ ਸਪਾਂਸਰਡ ਸਪਾਊਸ ਉਹਨੂੰ ਕੱਢ ਦਿੱਤਾ ਜਾਊਗਾ। ਨਾ ਸਰਕਾਰ ਨੇ ਰੈਸਟ੍ਰਿਕਸ਼ਨ ਹਟਾਤੀ। ਇਹ ਹਟਾਉਣ ਦਾ ਮਤਲਬ ਹੈ ਹੁਣ ਜਿਹੜਾ ਵੀਜ਼ਾ ਪੋਸਟ ਦੇ ਆਫਿਸਰ ਬੈਠਾ ਹੈ ਉਹਦੀ ਰਿਸਪੌਂਸਿਬਿਲਿਟੀ ਹੋਰ ਵੀ ਵੱਧ ਗਈ, ਉਹਨੂੰ ਟੈਸਟ ਹੋਰ ਵੀ ਸਖਤੀ ਨਾਲ ਅਪਲਾਈ ਕਰਨਾ ਪੈ ਰਿਹਾ ਵੀ ਜੇ ਇੰਡੀਵਿਜੂਅਲ ਜਿਹੜਾ ਮੈਂ ਇਜਾਜ਼ਤ ਦੇ ਰਿਹਾ ਕੈਨੇਡਾ ਆਉਣ ਦੀ, ਉਹ ਕੰਡੀਸ਼ਨਲ ਪਰਮਨੈਂਟ ਰੈਜ਼ੀਡੈਂਸੀ ਤੇ ਨਹੀਂ ਜਾ ਰਿਹਾ, ਉਹ ਐਜ਼ ਅ ਨਾਰਮਲ ਪਰਮਨੈਂਟ ਰੈਜ਼ੀਡੈਂਟ ਜਾ ਰਿਹਾ ਤੇ ਉਹਦੇ ਅਪੀਲ ਰਾਈਟਸ ਵੀ ਐਗਜ਼ਿਸਟ ਕਰਨਗੇ। ਸੋ ਇਸ ਕਰਕੇ ਜਿਹੜੇ ਡਿਸੀਜਨਸ ਨੇ, ਜਿਵੇਂ ਪਿਛਲੇ ਸਾਲ ਦੇ ਮਾਫ ਕਰਨਾ ਮੈਂ ਸਟੈਟਸ ਦੱਸਣਾ ਚਾਹੂੰਗਾ, ਹਰੇਕ ਚੌਥਾ ਕੇਸ ਜਿਹੜਾ ਸਪਾਊਸਲ ਸਪਾਂਸਰਸ਼ਿਪ ਦਾ ਇੰਡੀਆ ਤੋਂ ਰਿਫਿਊਜ਼ ਹੋ ਰਿਹਾ। ਇਹ ਬਹੁਤ ਅਲਾਰਮਿੰਗ ਰਿਫਿਊਜ਼ਲ ਰੇਟ ਹੈ, ਜਿਹੜਾ ਚਾਹੇ ਉਹ ਪਹਿਲਾ ਵਿਆਹ ਹੈ ਚਾਹੇ ਉਹ ਦੂਜਾ ਵਿਆਹ ਹੈ, ਕਈਆਂ ਦਾ 3rd ਮੈਰਿਜਸ ਵੀ ਨੇ। ਉਹੋ ਜਿਹੇ ਕੇਸਿਸ ਜਦੋਂ ਵੀਜ਼ਾ ਪੋਸਟ ਤੇ ਜਾਂਦੇ ਨੇ ਤਾਂ ਉਹਦਾ ਰਿਫਿਊਜ਼ਲ ਰੇਟ ਬਹੁਤ ਹਾਈ ਹੈ ਔਰ ਅਲਾਰਮਿੰਗਲੀ ਹਾਈ ਹੈ, ਖਾਸ ਕਰਕੇ ਇੰਡੀਆ ਦੇ ਵਿੱਚ। ਸੋ ਇਹ ਜਿਹੜਾ ਫਾਸਟ ਕੀਤਾ ਬਹੁਤ ਵਧੀਆ ਕਦਮ ਹੈ, ਦੇयर इज नो डाउट, ਪਰ ਜਿਸ ਹਿਸਾਬ ਨਾਲ ਪ੍ਰੋਸੈਸ ਕੀਤਾ ਜਾਏਗਾ ਉਹ ਬਿਲਕੁਲ ਇੱਕ ਚੈਲੰਜਿੰਗ ਡਿਸੀਜਨ ਹੋਏਗਾ ਆਫਿਸਰਸ ਲਈ ਵੀ। ਔਰ ਇਹ ਹੋ ਸਕਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਅਪੀਲਸ ਦੇ ਵਿੱਚ ਲਾਈਨ ਅਪ ਹੈ ਉਹ ਹੋਰ ਲੰਬੀ ਹੋ ਜਾਏ। ਜਦੋਂ ਤੁਸੀਂ ਰਿਫਿਊਜ਼ਲ ਹੋ ਜਾਂਦੀ ਹੈ ਤੁਹਾਡੇ ਸਪਾਊਸ ਦੀ ਤਾਂ ਤੁਸੀਂ ਇਮੀਗ੍ਰੇਸ਼ਨ ਅਪੀਲ ਡਿਵੀਜ਼ਨ 'ਚ ਟ੍ਰਿਬਿਊਨਲ ਦੇ ਵਿੱਚ ਜਿਹੜੀ ਅਪੀਲ ਕਰ ਸਕਦੇ ਹੋ। ਸੋ ਨਾਓ ਜਦੋਂ ਇਹ ਲਾਈਨ ਅਪ ਉੱਥੇ ਲੰਬੀ ਹੋਏਗੀ ਰਿਫਿਊਜ਼ਲਸ ਦੀ, ਤਾਂ ਫਿਰ ਜਿਹੜਾ ਅਪੀਲ ਦੇ ਡਿਸੀਜਨ ਨੇ ਉਹ ਬਹੁਤ ਲੰਬੇ ਹੋ ਜਾਣਗੇ, ਜਿਵੇਂ 1.5 ਸਾਲ ਹੋ ਸਕਦਾ ਤੁਹਾਨੂੰ ਵੇਟ ਕਰਨਾ ਪਵੇ ਐਜ਼ ਕੰਪੇਅਰ ਟੂ 7 to 8 months ਜਿਹੜਾ ਹੁਣ ਦਾ ਸਮਾਂ। ਅੱਛਾ, ਇੱਕ ਇਹ ਦੱਸਿਓ ਖਹਿਰਾ ਸਾਹਿਬ, ਇਹ ਜਦ ਜਿਹੜੀਆਂ ਐਪਲੀਕੇਸ਼ਨ ਨੇ ਸਪਾਊਸਲ ਜਿੰਨੀਆਂ ਐਪਲੀਕੇਸ਼ਨਸ ਨੇ, ਇਹਦਾ ਮਾਪਦੰਡ ਕੀ ਹੈ? ਅਪਰੂਵਡ ਐਪਲੀਕੇਸ਼ਨ ਹੋਣ ਤੋਂ ਬਾਅਦ ਇੰਟਰਵਿਊ ਹੁੰਦੀ ਹੈ ਜਾਂ ਇੰਟਰਵਿਊ ਤੋਂ ਬਾਅਦ ਐਪਲੀਕੇਸ਼ਨ ਅਪਰੂਵਡ ਹੁੰਦੀ ਹੈ? ਇਹ ਵੀ ਸਮਝਾਇਓ ਜੀ। ਬਿਲਕੁਲ ਬਾਈ ਜੀ, ਜਿਹੜੀ ਐਪਲੀਕੇਸ਼ਨ ਹੈ ਬਾਈ ਜੀ, ਸਭ ਤੋਂ ਪਹਿਲਾਂ ਜਿਹੜੀ ਫਰਸਟ ਸਟੇਜ ਅਸੈਸਮੈਂਟ ਹੈ ਮਿਸਿਸਾਗਾ, ਜੇ ਆਪਾਂ ਆਊਟਸਾਈਡ ਕੈਨੇਡਾ ਫਾਈਲ ਕਰਦੇ ਹਾਂ 2 stage ਐਪਲੀਕੇਸ਼ਨ ਪ੍ਰੋਸੈਸ ਹੈ, ਤਾਂ ਉਹ ਸਿਰਫ ਸਪਾਂਸਰ ਦੀ ਐਲੀਜੀਬਿਲਿਟੀ ਟੈਸਟ ਕਰਦੀ ਹੈ। ਸੋ ਉਹਦੇ ਵਿੱਚ ਸਿਰਫ ਇਹ ਦੇਖਿਆ ਜਾਂਦਾ ਵੀ ਜਿਹੜਾ ਸਪਾਂਸਰ ਹੈ ਉਹਦੇ ਤੇ ਕੋਈ ਜਿਹੜੀ ਅੰਡਰਟੇਕਿੰਗ ਪ੍ਰੀਵੀਅਸ ਕੋਈ ਅੰਡਰਟੇਕਿੰਗ ਦਿੱਤੀ ਸੀ ਉਹਦੀ ਕੋਈ ਆਬਲੀਗੇਸ਼ਨ ਤਾਂ ਨਹੀਂ ਹਾਲੇ ਪਈ ਹੈਗੀ, ਜਾਂ ਉਹ ਆਬਲੀਗੇਸ਼ਨ ਉਹਨੇ ਪੂਰੀ ਨਹੀਂ ਕੀਤੀ ਹੈਗੀ। ਉਸ ਤੋਂ ਬਾਅਦ ਸਪਾਂਸਰ ਦੀ ਐਲੀਜੀਬਿਲਿਟੀ ਦੇਖੀ ਜਾਂਦੀ ਹੈ ਵੀ ਉਹ ਕਿਸੇ ਕਿਸਮ ਦੀ ਇੰਡਾਇਟੇਬਲ ਅਫੈਂਸ ਦੇ ਵਿੱਚ ਚਾਰਜ ਤਾਂ ਨਹੀਂ ਹੈਗਾ, ਜਾਂ ਉਹਨੇ ਅਨਡਿਸਚਾਰਜ ਬੈਂਕਰਪਸੀ ਤਾਂ ਨਹੀਂ ਡਿਕਲੇਅਰ ਕੀਤੀ ਹੋਈ। ਸੋ ਇਹ ਕੁਝ ਐਲੀਜੀਬਿਲਿਟੀ ਦੀਆਂ ਕੰਡੀਸ਼ਨਸ ਨੇ। ਏਜ ਵੀ ਇੱਕ ਐਲੀਜੀਬਿਲਿਟੀ ਦੀ ਕੰਡੀਸ਼ਨ ਹੈ ਜਿਹੜੀ ਦੇਖੀ ਜਾਂਦੀ ਹੈ। ਨਾਓ ਇਸ ਤੋਂ ਬਾਅਦ ਜਦੋਂ ਸਪਾਂਸਰਸ਼ਿਪ ਇੱਥੋਂ ਅਪਰੂਵ ਹੋ ਜਾਂਦੀ ਹੈ ਤਾਂ ਸੈਕਿੰਡ ਸਟੇਜ ਦੇ ਵਿੱਚ ਜੋ ਵੀਜ਼ਾ ਪੋਸਟ ਨਿਊ ਦਿੱਲੀ ਦੀ ਹੈ, ਜੇ ਹਿੰਦੁਸਤਾਨ ਤੋਂ ਕੋਈ ਆਉਣਾ ਚਾਹੁੰਦਾ ਤਾਂ ਉਹਨਾਂ ਦੇ ਲਈ ਇਹ ਦੇਖਿਆ ਜਾਂਦਾ ਵੀ ਜਿਹੜਾ ਇੰਡੀਵਿਜੂਅਲ ਹੈ, 2 ਤਰ੍ਹਾਂ ਦੇ ਟੈਸਟ ਅਪਲਾਈ ਕੀਤੇ ਜਾਂਦੇ ਨੇ ਵੀ ਇਹ ਜਿਹੜਾ ਇੰਡੀਵਿਜੂਅਲ ਹੈ ਐਜ਼ ਅ ਸਪਾਊਸਲ ਸਪਾਂਸਰਸ਼ਿਪ ਆ ਰਿਹਾ ਤਾਂ ਉਹਨਾਂ ਦੀ ਕੀ ਇਹ ਮੈਰਿਜ ਜੈਨੂਨ ਹੈ, ਰਿਲੇਸ਼ਨਸ਼ਿਪ ਕੀ ਹੈ ਜੈਨੂਨ ਹੈ। ਸੈਕਿੰਡ ਚੀਜ਼ ਇਹ ਦੇਖੀ ਜਾਂਦੀ ਹੈ ਵੀ ਕੀ ਦੋਨਾਂ ਇੰਡੀਵਿਜੂਅਲ ਦੀ ਜਿਹੜੀ ਸਪਾਂਸਰ ਕਰ ਰਿਹਾ ਤੇ ਸਪਾਂਸਰਡ ਇੰਡੀਵਿਜੂਅਲ ਹੈ
ਦੋਨਾਂ ਇੰਡੀਵਿਜੂਅਲ ਦਾ ਇਰਾਦਾ ਕੀ ਹੈ, ਮੋਟੀਵੇਸ਼ਨ ਕੀ ਹੈ, ਇਸ ਮੈਰਿਜ ਦੇ ਵਿੱਚ ਆਉਣ ਦਾ ਉਹਨਾਂ ਦਾ ਇਰਾਦਾ ਕੀ ਬਣਦਾ ਸੀ। ਔਰ ਇਹ ਟੈਸਟ ਅਪਲਾਈ ਕੀਤਾ ਜਾਂਦਾ ਵੀ ਜੇ ਇਹਨਾਂ ਨੂੰ ਅਸੀਂ ਇਜਾਜ਼ਤ ਦੇ ਦਿੰਦੇ ਕੈਨੇਡਾ ਰਹਿਣ ਦੀ ਤਾਂ ਕਿੰਨੀ ਕੁ ਪ੍ਰੋਬੇਬਿਲਿਟੀ ਹੈ ਵੀ ਇਹ ਇਕੱਠੇ ਰਹਿਣਗੇ, ਕਿੰਨਾ ਕਿ ਮੈਰਿਜ ਸਕਸੈਸਫੁਲ ਹੋ ਪਾਏਗੀ। ਨੋ ਇਹ ਜਿਹੇ ਜਦੋਂ ਟੈਸਟ ਰੱਖੇ ਜਾਂਦੇ ਨੇ ਉਸੇ ਤਰ੍ਹਾਂ ਦਾ ਟੈਸਟ ਹੈ ਜਿਹੜਾ 179 ਦੇ ਵਿੱਚ ਜਿਵੇਂ ਆਫਿਸਰ ਨੂੰ ਇੱਕ ਹਿਸਾਬ ਦੀ ਡਿਸਕ੍ਰਿਸ਼ਨ ਦਿੱਤੀ ਹੈ, ਕੋਈ ਵਿਜ਼ਿਟਰ ਅਪਲਾਈ ਕਰਦਾ ਤਾਂ ਵਿਜ਼ਿਟਰ ਵੀਜ਼ਾ ਤੇ ਬੰਦੇ ਨੇ ਸਾਬਤ ਕਰਨਾ ਹੁੰਦਾ ਵੀ ਕੈਨੇਡਾ ਜਾ ਕੇ ਉਹ ਵਾਪਸ ਆ ਜਾਏਗਾ। ਉਹ ਹਾਲੇ ਤਾਂ ਕੈਨੇਡਾ ਗਿਆ ਨਹੀਂ ਪਰ ਉਹਨੂੰ ਟੈਸਟ ਪਹਿਲਾਂ ਹੀ ਕੀਤਾ ਜਾਂਦਾ, ਉਹਦਾ ਫਿਊਚਰ ਪਹਿਲਾਂ ਟੈਸਟ ਕਰਿਆ ਜਾਂਦਾ। ਸੇਮ ਲੈਵਲ ਨਾਲ ਜਿਹੜੀ ਸਪਾਊਸਲ ਸਪਾਂਸਰਸ਼ਿਪ ਹੈ ਇਹਦਾ ਵੀ ਟੈਸਟ ਜਿਹੜਾ ਇਰਾਦੇ ਦਾ ਟੈਸਟ ਹੈ ਇਹ ਬਹੁਤ ਇੱਕ ਸੈਂਸਿਟਿਵ ਟੈਸਟ ਹੈ। ਇਹਦੇ 'ਚ ਜੇ ਤੁਹਾਡੇ ਈਵਨ ਬੱਚਾ ਵੀ ਹੋ ਜਾਂਦਾ ਰਿਲੇਸ਼ਨਸ਼ਿਪ ਦੇ ਵਿੱਚ ਤਾਂ ਇਹ ਕੇਸ ਲਾਅ ਆਲਰੇਡੀ ਐਗਜ਼ਿਸਟ ਕਰਦਾ ਵੀ ਜੇ ਸਪੈਸ਼ਲੀ ਜਿਹੜਾ ਇੰਡੀਅਨ ਕਲਚਰ ਹੈ ਉਹਦੇ ਵਿੱਚ ਕੋਈ ਬੱਚਾ ਆ ਜਾਂਦਾ ਤਾਂ ਜੈਨੂਇਨਨੈਸ ਦਾ ਟੈਸਟ ਜਿਹੜਾ ਮੀਟ ਕਰ ਲੇਗਾ, ਉਹਦੇ 'ਚ ਕੋਈ ਪ੍ਰੋਬਲਮ ਨਹੀਂ, ਜੈਨੂਇਨਨੈਸ ਉਹ ਪ੍ਰੂਵ ਹੋ ਜਾਏਗਾ। ਪਰ ਜਿਹੜੀ ਕੰਡੀਸ਼ਨ ਇਰਾਦੇ ਨੂੰ ਲੈ ਕੇ ਹੈ ਉਹਨੂੰ ਫੇਰ ਵੀ ਚੈਲੰਜ ਕੀਤਾ ਜਾ ਸਕਦਾ। ਵੀਜ਼ਾ ਆਫਿਸਰ ਲਾਈਨ ਵੀ ਐਕਸਟੈਂਡ ਕਰ ਸਕਦਾ ਹੈ ਕਹਿ ਕੇ ਵੀ ਜਿਹੜਾ ਤੁਸੀਂ ਬੱਚਾ ਲਿਆ ਇਹ ਆਪਣਾ ਚਾਂਸਸ ਇਨਹੈਂਸ ਕਰਨ ਦੇ ਲਈ ਲਿਆ ਵੀ ਤੁਸੀਂ ਤਾਂ ਕਿ ਕੈਨੇਡਾ ਆ ਸਕੋ। ਬਟ ਤੁਹਾਡਾ ਰਿਲੇਸ਼ਨਸ਼ਿਪ ਜਿਹੜਾ ਹੈਗਾ ਕਿਉਂਕਿ ਇਨਕੰਪੈਟੇਬਿਲਿਟੀ ਹੈ, ਜਿਹੜੀ ਇਹ ਚੀਜ਼ਾਂ ਜਿਹੜੀਆਂ ਨੇ ਡਾਊਟਫੁਲ ਨੇ ਜਾਂ ਹੇਸਟੀ ਮੈਰਿਜ ਹੈ ਜਾਂ ਤੁਹਾਡੇ ਵਿਆਹ ਦੇ ਵਿੱਚ ਜਿਹੜੇ ਡਿਸੀਜਨ ਨੇ ਬਹੁਤ ਕਾਹਲੀ ਹੋਏ ਨੇ, ਕੋਈ ਚੀਜ਼ਾਂ ਤੁਹਾਡੀ ਆਪਸ ਦੇ ਵਿੱਚ ਜਿਹੜਾ ਪ੍ਰਾਇਰ ਟੂ ਜਦੋਂ ਤੁਸੀਂ ਰਿਲੇਸ਼ਨਸ਼ਿਪ ਤੁਹਾਡਾ ਬਣਦਾ ਜਾਂ ਵਿਆਹ ਦੀ ਜਿਹੜੀ ਪੱਕ ਠੱਕ ਹੁੰਦੀ ਹੈ ਉਹ ਤੋਂ ਪਹਿਲਾਂ ਜਿਹੜਾ ਇਹ ਜਿਹੜੇ ਡਿਸੀਜਨ ਲਏ ਗਏ ਨੇ ਇਹ ਬੜੇ ਗ੍ਰੇ ਏਰੀਆ 'ਚ ਆਉਂਦੇ ਨੇ, ਜਾਂ ਫਿਰ ਜਦੋਂ ਵਿਆਹ ਹੋ ਜਾਂਦਾ ਉਹ ਤੋਂ ਬਾਅਦ ਜਿਹੜੀ ਤੁਹਾਡੇ ਇੱਕ ਦੂਜੇ ਬਾਰੇ ਨੌਲੇਜ ਹੈ ਉਹਦੇ 'ਚ ਬੜੇ ਲੂਪ ਹੋਲਸ ਨੇ, ਉਹਦੇ ਵਿੱਚ ਬੜੇ ਗੈਪਸ ਨੇ। ਤੁਸੀਂ ਆਪਣੇ ਸਪਾਊਸ ਦੇ ਬਾਰੇ ਉਹਨਾਂ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ, ਤੁਸੀਂ ਕੈਨੇਡਾ ਬਾਰੇ ਉਹਨਾਂ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ। ਸੋ ਕਿਸੇ ਕਿਸਮ ਦੇ ਵੀ ਸਵਾਲ ਨੇ ਜਿਹੜੇ ਪੁੱਛੇ ਜਾ ਸਕਦੇ ਨੇ। ਸਧਾਰਨ ਜਿਹੜੇ ਰਿਲੇਸ਼ਨਸ਼ਿਪਸ ਨੇ, ਹੋ ਸਕਦਾ ਜਿਹੜਾ ਇੰਡੀਆ ਦੇ ਵਿੱਚ ਸਪਾਊਸ ਬੈਠਾ ਜੌਬ ਨੂੰ ਲੈ ਕੇ ਇੰਟਰਸਟ ਨਾ ਹੋਵੇ ਪਰ ਵੀਜ਼ਾ ਆਫਿਸਰ ਇਹ ਸਵਾਲ ਪੁੱਛਦਾ ਵੀ ਤੁਹਾਡਾ ਜਿਹੜੇ ਸਪਾਊਸ ਕੈਨੇਡਾ 'ਚ ਜੌਬ ਕਰ ਰਹੇ ਨੇ ਜਾਂ ਸਪਾਂਸਰ ਜਿਹੜੀ ਜੌਬ ਕਰ ਰਹੇ ਨੇ ਤੁਹਾਡੇ ਬੌਸ, ਉਹਨਾਂ ਦੇ ਬੌਸ ਦਾ ਨਾਮ ਕੀ ਹੈ। ਤਾਂ ਬੜਾ ਇੱਕ ਅਜੀਬ ਜਿਹਾ ਸਵਾਲ ਹੈ ਬਟ ਇਹਨੂੰ ਵੀ ਵੇਟ ਦਿੱਤਾ ਜਾਂਦਾ। ਉਹ ਕਿਹਾ ਜਾਂਦਾ ਵੀ ਤੁਸੀਂ ਆਪਣੇ ਸਪਾਊਸ ਦੇ ਜਿਹੜੇ ਡੇ ਟੂ ਡੇ ਲਾਈਫ ਹੈ ਕੈਨੇਡਾ ਦੀ ਉਹਦੇ ਬਾਰੇ ਜਾਣਨ ਦੀ ਤੁਸੀਂ ਕੋਸ਼ਿਸ਼ ਨਹੀਂ ਕੀਤੀ। ਸੋ ਇਹਨਾਂ ਡਿਸੀਜਨਸ ਦੇ ਜਿਹੜੇ ਰਿਜ਼ਲਟਸ ਨੇ ਉਹ ਨੈਗੇਟਿਵ ਹੁੰਦੇ ਨੇ ਜਿਹੜਾ ਇੰਡੀਵਿਜੂਅਲ ਉਹ ਟੈਸਟ ਨੂੰ ਮੀਟ ਨਹੀਂ ਕਰ ਪਾਉਂਦਾ। ਨਾਓ ਇਹ ਦੋ ਟੈਸਟ ਬਹੁਤ ਇੰਪੋਰਟੈਂਟ ਟੈਸਟ ਨੇ ਜਿਹਦੇ ਕਰਕੇ ਐਪਲੀਕੇਸ਼ਨ ਜ਼ਿਆਦਾਤਰ ਰਿਫਿਊਜ਼ ਹੁੰਦੀ ਹੈ। ਬਹੁਤ ਰੇਅਰ ਸਰਕਮਸਟੈਂਸਸ ਨੇ ਜਿਹੜੇ ਇੰਡੀਵਿਜੂਅਲ ਇੱਥੇ ਵੈਲਫੇਅਰ ਲੈ ਰਹੇ ਨੇ ਜਾਂ ਉਹ ਪ੍ਰੀਵੀਅਸਲੀ ਚਾਰਜ ਹੋ ਚੁੱਕੇ ਨੇ ਕਿਸੇ ਕਿਸਮ ਦਾ ਡੋਮੈਸਟਿਕ ਵਾਇਲੈਂਸ ਦੇ ਵਿੱਚ, ਉਹਨਾਂ ਤੇ ਬਿਲਕੁਲ ਬਾਹਰ ਹੈ, ਉਹ ਸਪਾਂਸਰਸ਼ਿਪ ਨਹੀਂ ਕਰ ਸਕਦੇ ਜੀ। ਹੋਰ ਇਨ ਜਨਰਲ ਤੁਹਾਡੇ ਕੋਲ 2 ਮਿੰਟ ਨੇ, ਇਹਨੂੰ ਜੇ ਤੁਸੀਂ ਕਨਕਲੂਡ ਕਰਨਾ ਹੋਵੇ ਇਸ ਜਿਹੜਾ ਐਕਸਪੀਡਾਈਟ ਕੀਤਾ ਹੈ ਸਪਾਊਸਲ ਐਪਲੀਕੇਸ਼ਨ ਦਾ ਸਿਸਟਮ, ਇਹਦੇ ਤੇ ਕੁਝ ਹੋਰ ਐਡ ਕਰਨਾ ਹੋਵੇ ਜੀ ਪਲੀਜ਼। ਜੀ ਬਈ ਹੁਣ ਜਿਹੜੀਆਂ ਇੰਟਰਵਿਊਜ਼ ਨੇ ਉਹ ਓਵਰ ਦਾ ਫੋਨ, ਓਵਰ ਜਿਹੜੀ ਇੰਟਰਨੈਟ ਜਿਵੇਂ ਥਰੂ ਵੀਡੀਓ ਕਾਨਫਰੰਸ ਇਹ ਲਈਆਂ ਜਾਣਗੀਆਂ। ਕੋਵਿਡ ਹੋਣ ਕਰਕੇ ਇਨ ਪਰਸਨ ਇੰਟਰਵਿਊ ਸਰਕਾਰ ਨੇ ਬੰਦ ਕਰ ਦਿੱਤੀਆਂ। ਜਦੋਂ ਫੋਨ ਤੇ ਇੰਟਰਵਿਊ ਹੁੰਦੀ ਹੈ ਬਹੁਤ ਇੰਪੋਰਟੈਂਟ ਹੈ, ਤੁਹਾਨੂੰ ਇੰਟਰਵਿਊ ਦੀ ਕਾਲ ਇਨ ਡੇਟ ਜਿਹੜੀ ਹੈ ਜਦੋਂ ਲੈਟਰ ਮਿਲੇਗੀ ਤਾਂ ਤੁਹਾਨੂੰ ਬਹੁਤ ਲਿਮਿਟਿਡ ਸਮਾਂ ਮਿਲੇਗਾ। ਸੋ ਜੇ ਤੁਸੀਂ ਸਪਾਊਸਲ ਸਪਾਂਸਰਸ਼ਿਪ ਐਪਲੀਕੇਸ਼ਨ ਫਾਈਲ ਕੀਤੀ ਹੈ ਤਾਂ ਇੰਟਰਵਿਊ ਦੀ ਪ੍ਰਿਪਰੇਸ਼ਨ ਹੋਣੀ ਬਹੁਤ ਜ਼ਰੂਰੀ ਹੈ। ਤਾਂ ਤੁਸੀਂ ਆਪਸ ਦੇ ਵਿੱਚ ਡਿਸਕਸ਼ਨ ਕਰੋ ਜਿਹੜੀ ਤੁਸੀਂ ਐਪਲੀਕੇਸ਼ਨ ਕਰੀ ਹੋਈ ਹੈ। ਜਿਸ ਤਰ੍ਹਾਂ ਮੈਂ ਕਿਹਾ ਸੀ ਵੀ ਤੁਹਾਨੂੰ ਕਿਸੇ ਕਿਸਮ ਦੀ ਵੀ ਇਨਫੋਰਮੇਸ਼ਨ ਦੀ ਜ਼ਰੂਰਤ ਹੈ ਸਪਾਊਸਲ ਸਪਾਂਸਰਸ਼ਿਪ ਨੂੰ ਲੈ ਕੇ ਜਾਂ ਇੰਟਰਵਿਊ ਦੀ ਤਿਆਰੀ ਨੂੰ ਲੈ ਕੇ, ਜਾਂ ਤੁਹਾਡਾ ਕੇਸ ਰਿਫਿਊਜ਼ ਹੋ ਜਾਂਦਾ ਤੁਸੀਂ ਅਪੀਲ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਬਹੁਤ ਸਾਲਾਂ ਦਾ ਲੰਬਾ ਤਜਰਬਾ ਹੈ। ਅਸੀਂ ਕਾਫੀ ਇਹ ਕੇਸਿਸ ਨੂੰ ਆਪਣੇ ਆਪ ਰਿਪਰੈਜ਼ੈਂਟ ਕਰਕੇ ਤੁਹਾਨੂੰ ਜਿਹੜਾ ਫੇਅਰ ਡਿਸੀਜਨ ਅਸੀਂ ਦਵਾ ਚੁੱਕੇ ਹਾਂ ਇਮੀਗ੍ਰੇਸ਼ਨ ਅਪੀਲ ਡਿਵੀਜ਼ਨ ਦੇ ਵਿੱਚ, ਔਰ ਅਸੀਂ ਖੁਦ ਰਿਪਰੈਜ਼ੈਂਟ ਕਰਦੇ ਹਾਂ ਤੁਹਾਡਾ ਕੇਸ ਟ੍ਰਿਬਿਊਨਲ ਦੇ ਵਿੱਚ। ਤਾਂ ਤੁਸੀਂ ਐਨੀ ਟਾਈਮ ਸਾਨੂੰ ਕੰਟੈਕਟ ਕਰ ਸਕਦੇ ਹੋ। ਜੇ ਸਰੀ ਸਾਡੇ ਕੰਟੈਕਟ ਕਰਨਾ ਆਫਿਸ 604-598-5555 ਜਾਂ ਫਿਰ ਐਬਸਫੋਰਡ ਆਫਿਸ 604-852-4444 ਜਾਂ ਵੈਬਸਾਈਟ ਤੇ ਜਾਇਆ ਜਾ ਸਕਦਾ www.cwccanada.com। ਧੰਨਵਾਦ ਜੀ ਬਹੁਤ ਬਹੁਤ ਖਹਿਰਾ ਸਾਹਿਬ, ਥੈਂਕ ਯੂ ਤੁਹਾਡੇ ਸਮੇਂ ਲਈ। ਥੈਂਕ ਯੂ ਜੀ। ਅਮਨ ਖਹਿਰਾ ਜੀ ਦੱਸ ਰਹੇ ਸੀ ਕਿ ਆਪਣਾ ਵਿਆਹ ਜਿਹੜੀਆਂ ਅਰਜ਼ੀਆਂ ਉਹਨਾਂ ਦੇ ਵਿੱਚ ਤੇਜ਼ੀ ਆਈ ਹੈ, ਐਕਸਪੀਡਾਈਟ ਕੀਤੀ ਹੈ ਉਹਨੂੰ, ਪਰ ਉਹਦਾ ਇਹ ਨਹੀਂ ਮਤਲਬ ਹੈ ਬਈ ਹੁਣ ਆਪਣਾ ਕੋਈ ਚੈੱਕ ਕਰਨਾ ਹੀ ਨਹੀਂ ਉਹਨਾਂ ਨੇ।
ਜਗਰਾਉਂ ਵਾਲੇ ਬੈਂਕੁਟ ਹਾਲ ਵਾਲਿਆਂ ਦੀਆਂ ਤਾਂ ਰੀਲਾਂ ਚੈੱਕ ਕਰਦੇ ਆ, ਜਿੱਥੇ ਸੈੱਟ ਲਾਇਆ ਹੋਇਆ ਸੀ ਵੀ ਤੁਸੀਂ ਇੱਧਰੋਂ ਆਉਣਾ, ਇੱਧਰੋਂ ਪੈਸੇ ਪਾ ਕੇ ਲੰਘ ਜਾਣਾ। ਪਤਾ ਨਹੀਂ ਸਾਡੀ ਕਮਿਊਨਿਟੀ ਅਸੀਂ ਕਿਉਂ ਇਹ ਸੋਚਦੇ ਹਾਂ ਬਈ ਬਾਹ ਜਿਹੜੀ ਦੂਜੇ ਪਾਸੇ ਦੀ ਘੁਮਾ ਕੇ ਕੰਨ ਫੜ ਕੇ ਸਵਾਦ। ਕੋਈ ਵੀ ਵਿਸ਼ਾ ਲਾ ਲਓ, ਹੁਣ ਇਹ ਗੱਲ ਹੋ ਨਹੀਂ ਜਿਹਨਾਂ ਨੇ ਅਸੀਂ ਨਹੀਂ, ਹੋਰ ਕਮਿਊਨਿਟੀਆਂ ਵੀ ਕਰਦੀਆਂ ਨੇ। ਦੇਖੋ ਇਹਦਾ ਆਨਸਰ ਕੀ ਹੈ, ਤੇ ਮਤਲਬ ਜੇ ਹੋਰ ਕੋਈ ਚੋਰੀ ਕਰਦਾ ਤਾਂ ਫਿਰ ਤੁਸੀਂ ਵੀ ਚੋਰੀ ਕਰਨੀ ਹੈ, ਆਪਾਂ ਵੀ ਚੋਰੀ ਕਰਨੀ ਹੈ, ਜਾਣੀ ਇਹ ਮਤਲਬ ਕਹਿਣ ਦਾ ਇਹ ਆ ਵੀ ਅਸੀਂ ਕੋਸ਼ਿਸ਼ ਕਰੀਏ ਕਿ ਇਹ ਦੇਸ਼ ਇਦੋਂ ਅੱਗੇ ਮਿੱਤਰੋ ਕੁਛ ਨਹੀਂ, ਅੱਗੇ ਤਾਂ ਬਰਫ਼ ਹੀ ਹੈ ਬਸ, ਤੇ ਜਾਂ ਪਾਣੀ ਹੈ। ਤੇ ਇੱਥੋਂ ਇਉਂ ਨਹੀਂ ਹੈ ਰੋਟੀ ਨਹੀਂ ਮਿਲੂ, ਉੱਥੇ ਰੋਟੀ ਤਾਂ ਮਿਲਦੀ ਓ ਸੀ। ਆਏ ਕਾਹਦੇ ਲਈ? ਚੰਗੇ ਲਈ। ਥੋੜਾ ਜਿਹਾ ਹੱਕ ਤੇ ਸੱਚ ਨੂੰ ਜ਼ਿੰਦਗੀ ਦੇ ਵਿੱਚ ਲੈ ਆਈਏ ਤਾਂ ਆਰਾਮ ਕਰਾਂਗੇ, ਬਹੁਤ ਸੌਖ ਹੋ ਜਾਊ। ਵਪਾਰਕ ਸੰਦੇਸ਼ ਮੁੜ ਕੇ ਆਇਆ ਜੀ। ਕਿਸੇ ਵੀਰ ਜੀ ਨੇ ਪੁੱਛਿਆ ਵੀ ਜੇ ਕੋਈ ਕਿ ਕੋਈ ਫਰਾਡ ਕਰਕੇ ਇੱਥੇ ਵਿਆਹ ਕਰਾ ਲੈਂਦਾ, ਫਰਾਡ ਕਰਕੇ ਪੱਕਾ ਹੋ ਜਾਂਦਾ, ਪੱਕਾ ਹੋਣ ਤੋਂ ਬਾਅਦ ਜਵਾਕ ਜੱਲਾ ਵੀ ਹੋ ਜਾਂਦਾ, ਫਿਰ ਭੱਜ ਜਾਂਦਾ। ਇਹ ਤਾਂ ਘਰ ਘਰ ਦੀ ਕਹਾਣੀ ਹੈ। ਕਿਤੇ ਥੋੜੇ ਭੱਜੇ ਆ, ਉੱਡ ਗਏ, ਉੱਡ ਗਈਆਂ ਵੀ ਦੋਨੇ ਪਾਸੇ। ਜਦ PR ਹੋ ਗਿਆ, ਮਤਲਬ PR ਇਹ ਗੱਲਾਂ ਚੱਲੀਆਂ ਸੀ ਜਦ ਜੇਸਨ ਕੈਨੀ ਨੇ ਕਿਹਾ ਸੀ ਵੀ 2 ਸਾਲ ਪਹਿਲੇ PR ਨਹੀਂ ਹੋਣਗੇ, ਪਹਿਲਾਂ ਕੱਚਾ ਰਹੂ ਕੰਮ। ਤੁਹਾਨੂੰ ਪਤਾ ਹੈ ਕਿ ਸ਼ੇਰੇ ਪੰਜਾਬ ਦੇ ਵਿੱਚ ਇੱਕ ਆਪਾਂ ਬਹੁਤ ਇੰਟੈਂਸਿਵ ਉਹਦੇ ਤੇ ਨਿਊਜ਼ ਬ੍ਰੇਕ ਕੀਤੀ ਸੀ, ਜਿੱਥੇ ਮੁੰਡੇ ਨੇ ਇੱਕ ਨੇ ਛਾਲ ਮਾਰਤੀ ਸੀ ਪਟੋਲੋ ਤੋਂ ਜਾ ਕੇ। ਸੋ ਪਰ ਸਾਡੇ ਵਾਲੇ ਕਹਿੰਦੇ ਨਾ ਇਹ ਭੱਜ ਜਾਣ, ਚਾਹੇ ਨਹੀਂ ਤੂੰ ਲਾ ਚੇਂਜ ਕਰ, ਪਹਿਲੇ ਦਿਨ PR ਹੋਣਾ ਅਸੀਂ। ਭੱਜਣ ਦਾ ਤਾਂ ਕੀ ਕਹਾਣੀ ਉਹਦੀ ਹੈ ਕੋਈ, ਉਹਨੇ ਫੇਰ ਕਰਤਾ। ਲਿਬਰਲਸ ਦਾ ਤਾਂ ਜਿੱਤਣ ਦਾ ਕਾਰਨ ਇੱਕ ਆ ਵੀ ਉਹ ਇਮੀਗ੍ਰੇਸ਼ਨ ਦੇ ਲਈ ਖੁੱਲੇ ਨੇ ਵੀ ਆ ਜਾਓ, ਜਿਹੜਾ ਮਰਜ਼ੀ ਚੜਿਆ। ਮਤਲਬ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਜਾ ਕੇ ਏਅਰਪੋਰਟ ਤੇ ਇਮੀਗ੍ਰੈਂਟਸ ਨੂੰ ਜੱਫੀਆਂ ਪਾਉਂਦੇ ਆ, ਰਿਫਿਊਜੀਆਂ ਨੂੰ। ਅੱਗੇ ਪਹਿਲਾਂ ਸ਼ੁਰੂ ਦੇ ਵਿੱਚ ਨਾ ਜਦ ਆਪਾਂ ਇਹ ਦੇ ਰਾਜਨੀਤਿਕਾਂ ਬੰਦਿਆਂ ਨੂੰ ਦੇਖ ਕੇ ਇਉਂ ਲੱਗਦਾ ਹੁੰਦਾ ਯਾਰ ਇਹ ਕਰਦੇ ਕੀ ਹੈ, ਪਰ ਹੁਣ ਤਾਂ ਇਉਂ ਲੱਗਦਾ ਵੀ ਇਹ ਉਹ ਗੱਲ ਹੋ ਗਈ ਵੀ ਕਰਦੇ ਕੀ ਨਹੀਂ। ਇਹ ਕਹਾਣੀ ਹੋਣ ਵਾਲੀ ਆ ਜਿਹੜੀ ਹਰਦੂ ਲਾਹਨਤ ਹੋ ਰਹੀ ਆ ਬਾਹਰ, ਇਹਦੇ ਚੋਂ ਕੀ ਖੱਟਣਾ। ਹੁਣ ਦੂਜੇ ਸਾਰੇ ਭੱਜੇ ਫਿਰਦੇ ਆ, ਉਹ ਕਹਿੰਦੇ ਸਾਡੇ ਵੀ ਨਾ ਇਹ ਹੋਵੇ। ਕੱਲੀ ਕੰਸਟੀਚੁਐਂਸੀ ਦੇ ਵਿੱਚੋਂ ਨਾ ਦਿਓ ਇਨਫੋਰਮੇਸ਼ਨ ਕਿਸੇ ਨੂੰ, ਨਾ ਦਿਓ ਆਪਣਾ ਆਇਡੈਂਟੀਫਿਕੇਸ਼ਨ, ਨਾ ਦਿਓ ਕੋਈ ਵੀ ਇਨਫੋਰਮੇਸ਼ਨ। ਉਹ ਕਹਿੰਦੇ ਜੇ ਕੋਈ ਮੰਗਦਾ ਉਹਨੂੰ ਕਹੇ ਤੂੰ ਵੱਧ ਨਹੀਂ ਪੜਿਆ ਹੋਇਆ, ਅਸੀਂ ਪਾਇਆਵਾਂਗੇ ਆਪੇ ਵੋਟ, ਤੇਰੇ ਕਹੇ ਤੇ ਨਹੀਂ ਅਸੀਂ ਵੋਟ ਪਾਉਣੀ, ਅਸੀਂ ਪਾਲਿਸੀਆਂ ਤੇ ਪਾਉਣੀਆਂ। ਜੇ ਆਪਣਾ ਤੇ ਆਉਣ ਵਾਲੀਆਂ ਆਪਣੀਆਂ ਨਸਲਾਂ ਬਚਾਉਣੀਆਂ ਨੇ, ਸਿੱਧੇ ਹੋ ਜਾਓ ਲੋਕੋ, ਬੇਨਤੀ ਮੰਨ ਲਓ। ਇਹ ਜਿਹੜਾ ਨਾ ਤੁਸੀਂ ਗਲੋਰੀਫਾਈ ਕਰਦੇ ਹੋ ਚੋਰੀਆਂ ਕਰਨ ਵਾਲੇ ਲੋਕਾਂ ਨੂੰ, ਉਹਦਾ ਪੈਸਾ ਹੀ ਬਹੁਤ ਆ। ਉਹ ਦਾਰੂ ਤਾਂ ਫਿਰ ਖੁੱਲੀ ਵਰਤਾਉਂਦੇ ਨੇ, ਵਰਤਾਉਂਦੇ ਕਹਿੰਦੇ ਨੇ। ਮੁਰਗਾ ਦੇਖ ਲੈ, ਇੱਕ ਬੰਦਾ ਮੇਰੀ ਇਲੈਕਸ਼ਨ ਤੋਂ ਬਾਅਦ ਦੱਸਿਆ, ਉਹ ਕਹਿੰਦਾ ਬਾਈ ਜੀ ਤੁਸੀਂ ਚਾਹ ਵਾਲਿਆਂ ਨੂੰ ਕੌਣ ਵੋਟਾਂ ਪਾ ਦੂ। ਪਤਾ ਤੈਨੂੰ ਵੀ ਕਿਵੇਂ ਬੈਂਕਟ ਹਾਲ 'ਚ ਟੇਬਲ ਲੱਗੇ ਸੀ, ਪਿਛਲੀ ਪੌੜੀ ਚੜ ਉਧਰ ਹੀ ਉਤਰ ਜਾ। ਮੈਂ ਕਿਹਾ ਸ਼ਾਬਾਸ਼, ਬਹੁਤ ਮਾਣ ਨਾਲ ਦੱਸਣ ਲੱਗਿਆ ਨਾ ਮੈਨੂੰ ਵੀ ਤੇਰੀ ਔਕਾਤ 2 ਗਲਾਸੀਆਂ ਤੇ 1 ਮੀਟ ਦੀ ਕੌਲੀ ਹੈ। ਬਸ ਪਿਛਲੀ ਉਧਰੋਂ ਨਹੀਂ, ਦੂਜੇ ਬੰਦੇ ਨਹੀਂ, ਪਿਛਲੀ ਕੌਲ ਚੜ ਜਾਓ ਪੌੜੀ, ਉਧਰ ਹੀ ਟੇਬਲ ਲੱਗੇ ਹੋਏ, ਆਪਣਾ ਪੀ ਕੇ ਮੁੱਛਾਂ ਤੇ ਹੱਥ ਫੇਰ ਕੇ ਉਤਰਿਆ। ਮੈਂ ਦੱਸ ਆਹ ਸਾਡੀ ਔਕਾਤ ਹੈ। 1 ਪਊਆ ਤੇ 2 ਪੀਸ ਜਿਹੜੇ ਨੇ ਚਿਕਨ ਦੇ, ਤੇ ਤੁਸੀਂ ਉਹਨੂੰ ਗਲੋਰੀਫਾਈ, ਤੁਸੀਂ ਐ ਕਹੋ ਵੀ ਮੈਂ ਭਗਾ ਕੇ ਟੇਬਲ ਥੱਲੇ ਮਾਰਿਆ, ਫਿਰ ਤਾਂ ਹੈ ਸਵਾਦ ਦੱਸਣ ਦਾ ਮੈਨੂੰ। ਤੇ ਜਾਂ ਮੈਂ ਉੱਤਰੋਂ ਜਿਹੜੇ ਪੀ ਕੇ ਉਹਨਾਂ ਨੂੰ ਕਹੋ ਕੀ ਤੁਸੀਂ ਸੰਗ ਲਾਈ ਆ, ਕੋਈ ਸ਼ਰਮ ਲਾਈ ਆ, ਤੁਸੀਂ ਆਹ ਕੀ ਕਰਦੇ ਹੋ। ਔਰ ਉੱਥੇ ਕਿਸੇ ਵਰਕਰ ਨੇ ਨਹੀਂ ਜਾਣਾ। ਮੈਂ ਤੁਹਾਨੂੰ ਇੱਕ ਹੋਰ ਦੱਸ ਦਵਾਂ, ਕੰਮ ਕਰਨ ਵਾਲਿਆਂ ਨੂੰ, ਜਿਹੜੇ ਵਿਚਾਰੇ 8 to 8 ਵਾਲੇ ਨੇ, ਉਹਨਾਂ ਨੇ ਕਿਸੇ ਨੇ ਉੱਥੇ ਨਹੀਂ ਜਾਣਾ ਪਤਾ ਕੀ ਨੇ, ਜਿਹੜੇ ਸੌਖੇ ਨੇ, ਜਿਹੜੇ 3 ਪੀਸ ਪਾ ਕੇ ਤੇ ਐਨ ਫਾੜੀ ਵਾਲੇ ਬੰਨ ਕੇ ਪੱਗਾਂ, ਉਹ ਜਿਨ੍ਹਾਂ ਕੋਲ ਸਾਰਾ ਕੁਛ ਹੈ ਕਰਨ ਨੂੰ, ਉਹ ਜਾਂਦੇ ਆ। ਕੱਲ ਦੀ ਤੁਹਾਨੂੰ ਦੱਸੀ ਸੀ ਨਾ ਮੈਂ ਇੱਕ ਬੇਟੀ ਦੀ ਗੱਲ, ਉਹ ਕਹਿੰਦੀ ਮੈਂ ਆਪਣੇ ਪਿਓ ਨੂੰ ਕਿਹਾ 2018 ਜਿਵੇਂ ਬਾਬਲਾ ਮੈਨੂੰ ਕਾਹਨੂੰ ਇੱਥੇ ਭੇਜਤਾ, ਤਾਂ ਇੱਥੇ ਤਾਂ ਚੋਰੀ
ਇੱਥੇ ਤਾਂ ਕਹਿੰਦੀ ਮੈਨੂੰ ਦਿਨ 2 ਹੋਏ ਨੇ $40 ਘੰਟੇ ਦੇ, ਤੇ ਮੈਨੂੰ ਮਿਲਿਆ ਹੈ ਕੰਪਿਊਟਰ ਤੇ ਮੇਰੇ ਕੋਲ ਪਿੰਨ ਨੰਬਰ ਨੇ ਤੇ ਲੀਡਰਸ਼ਿਪ ਰੇਸ ਹੋ ਰਹੀ ਆ। ਮੈਂ ਕੱਲੀ ਨੇ 200 ਵੋਟਾਂ ਪਾਈ, ਬੂਥ ਕੈਪਚਰਿੰਗ, ਬਦਨਾਮ ਬੈਂਕਟ ਹਾਲ ਦੇ ਵਿੱਚ। ਮਤਲਬ ਤੁਸੀਂ ਆਪਾਂ ਹਲੇ ਵੀ ਦੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਛੱਡ ਦਿਓ ਆਪਣੇ ਆਪ ਤੇ ਆਪਣੀ ਕਹਾਣੀ। ਸੱਚ ਨਾਲ ਕੋਈ ਮਰਜ਼ੀ ਜਿੱਤ ਲਵੇ, ਇਹਨੂੰ ਗਲੋਰੀਫਾਈ ਨਾ ਕਰੋ। ਹੁਣ ਲੁਕਿਆ ਤਾਂ ਕੁਝ ਨਹੀਂ ਨਾ ਹੋਇਆ ਕਿਸੇ ਤੋਂ ਵੀ ਕਿਹਨਾਂ ਨਾਲ ਜਾ ਰਹੀਆਂ, ਕਿਹਨਾਂ ਦੀਆਂ ਨਿਊਜ਼ਾਂ ਲੱਗੀਆਂ, ਕਿਹਨਾਂ ਤੇ ਇਨਵੈਸਟੀਗੇਸ਼ਨ ਹੋ ਰਹੀ ਆ, ਕਿਹਨਾਂ ਦੀ ਰਾਜਨੀਤਿਕਾਂ ਨਾਲ ਜਾ ਰਹੀ ਹੈ, ਕਿੱਥੋਂ ਪਹਿਲਾਂ ਪੇਪਰ ਮਿਲਦੇ ਆ ਜਿਹਦੇ ਕਰਕੇ ਲੋਕ ਆਉਂਦੇ। ਤੇ ਹਲੇ ਵੀ ਤੁਸੀਂ ਤਾੜੀ ਤੇ ਤਾੜੀ, ਕਿਉਂਕਿ ਫਿਰ ਮੇਰੀ ਸਹੀ ਹੈ ਨਾ, ਸਾਡੀ ਸਹੀ ਹੈ, ਫਿਰ ਸਾਡੇ ਲਿਵਿੰਗ ਰੂਮ 'ਚ ਤੇ ਅਸੀਂ ਉਹਦੇ ਲਿਵਿੰਗ ਰੂਮ 'ਚ ਬਹਿਨੇ ਆ, ਫਿਰ ਸਾਡੀ ਸਹੀ ਹੈ ਨਾ, ਫਿਰ ਅਸੀਂ ਫਿਰ ਪਰਮਿਟ ਫਿਰ ਲੈ ਲੈਂਦੇ ਆ ਤੇ ਫਿਰ ਸਾਨੂੰ ਐ ਹੋ ਜਾਂਦਾ। ਬਸ ਆਹ ਸਾਡਾ ਸੋਚਣ ਦਾ ਢੰਗ। ਹੁਣ ਜਦ ਇਹ ਖਬਰਾਂ ਨਿਕਲਣਗੀਆਂ, ਇਨਵੈਸਟੀਗੇਸ਼ਨ ਇਲੈਕਸ਼ਨ ਕਰੂਗੀ ਤੇ ਇਹਦੇ 'ਚ ਚੀਜ਼ਾਂ ਬਾਹਰ ਨਿਕਲਣਗੀਆਂ ਤੇ ਕੌਣ ਕਿਹਦੀ ਬਦਨਾਮੀ ਹੋਊ? ਕਮੇਟੀ ਦੀ ਹੋਊ ਕਿ ਇੱਕ ਬੰਦੇ ਦੀ ਹੋਊ? ਅਸੀਂ ਗਲਤ ਕੰਮ ਗਲਤ ਹੈ। ਜਦ ਜਾ ਕੇ ਇਮੀਗ੍ਰੇਸ਼ਨ ਵਾਲਿਆਂ ਨੇ ਜਗਰਾਉਂ ਵਾਲਾ ਬੈਂਕਟ ਹਾਲ ਇਹ ਘੇਰ ਲਿਆ, ਫਿਰ ਉਹਨਾਂ ਨੂੰ ਪਤਾ ਲੱਗਿਆ ਵੀ ਅੱਛਾ ਇੱਥੇ ਹੁੰਦੇ ਸੀ। ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਝੂਠਾ ਵਿਆਹ ਮਾਂ ਪਿਓ ਕਰ ਰਹੇ ਨੇ ਆਪਣੀ ਧੀ ਦਾ। ਉਹ ਕਹਿੰਦਾ ਨਾ ਮਾਂ ਪਿਓ ਨਹੀਂ ਸੀ, ਮਾਂ ਪਿਓ ਵੀ ਹੋਰੇ ਹੁੰਦੇ ਸੀ, ਬਸ ਕੁੜੀਏ ਹੁੰਦੀ ਸੀ ਤੇ ਮੁੰਡਾ ਹੁੰਦਾ ਸੀ। ਅਸੀਂ ਇਹ ਚੀਜ਼ਾਂ ਤੇ ਹੱਸਣੋਂ ਹਟ ਜਾਈਏ। ਮੈਂ ਬੇਨਤੀ ਕਰਾਂ, ਗਲਤ ਨੂੰ ਗਲਤ ਕਹਿਣਾ ਸਿੱਖ ਲਈਏ, ਬਹੁਤ ਸੌਖੇ ਰਹਿਣ। ਸਾਰੇ ਆਪਾਂ ਕੋਸ਼ਿਸ਼ ਕਰੀਏ, ਜਿੱਥੇ ਮਰਜ਼ੀ ਵੋਟ ਪਾਓ, ਜਿਹਨੂੰ ਮਰਜ਼ੀ ਵੋਟ ਪਾਓ, ਜਿਹੜਾ ਉਮੀਦਵਾਰ ਵਧੀਆ ਲੱਗਦਾ, ਜਿਹੜੀ ਪਾਰਟੀ ਵਧੀਆ ਲੱਗਦੀ ਹੈ, ਕੋਈ ਕਿਸੇ ਦੇ ਕਹਿਣ ਤੇ ਨਾ ਪਾਓ। ਪਾਰਟੀ ਪਾਲਿਸੀ ਪੁੱਛੋ, ਉਹਦੇ ਬਾਅਦ ਵੋਟਾਂ ਪਾਓ। ਜੇ ਤੁਹਾਡੀ ਵੋਟ ਵੀ ਕੋਈ ਪਵਾ ਗਿਆ, ਇੱਕੋ ਹੀ ਚੀਜ਼ ਆ ਤੁਹਾਡੇ ਕੋਲ, ਉਹਦੇ ਬਾਅਦ ਤੁਹਾਡੇ ਕੋਲ ਕੁਝ ਨਹੀਂ ਹੈ। ਉਹ ਮੈਂ ਤੁਹਾਨੂੰ ਪਿਛਲੀ ਕਈ ਵਾਰ ਦੱਸਿਆ ਵੀ ਇੱਕ ਹੌਸਟਲ ਦੀ ਵਿੱਚ ਵਿਦਿਆਰਥੀ 2 ਇਕੱਠੇ ਮੁੰਡਾ ਕੁੜੀ ਰਹਿੰਦੇ ਸੀ, ਸਾਰੀ ਰਾਤ ਨਹੀਂ ਉਹ ਸੁੱਤੇ। ਅੰਟੈਰੀਓ ਦੀ ਗੱਲ ਆ, ਗੋਲਫ ਦੀ ਯੂਨੀਵਰਸਿਟੀ ਦੀ, ਵੀ ਸਵੇਰੇ ਤੱਕ ਕਿਹਨੂੰ ਵੋਟ ਪਾਉਣੀ। 6 ਪੇਪਰਾਂ ਤੇ ਏਜੰਡੇ ਲਿਖੇ ਹੋਏ। ਉਹ ਕਹਿੰਦੇ 2 ਨਾਲ। ਕਹਿੰਦਾ ਕਿਉਂ 2 ਨਾਲ? ਕੀ ਪਤਾ 2 ਨਾਲ ਹੀ ਜਿੱਤ ਜਾਵੇ ਮੇਰਾ ਬੰਦਾ। ਸਾਡਾ 2 ਦਾ ਮਤਲਬ ਕੀ? ਇਸ ਤਰ੍ਹਾਂ ਲੋਕ ਆਪਣੇ ਲੋਕਤੰਤਰੀ ਹੱਕ ਦਾ ਇਸਤੇਮਾਲ ਕਰਦੇ ਆ। ਜੇ ਪੈਸਿਆਂ ਵਾਲੇ, ਜ਼ੋਰ ਵਾਲੇ, ਮੈਨੂਪੂਲੇਟਰ। ਅੱਛਾ ਇੱਕ ਹੋਰ, ਫਲਾਣੇ ਕੋਲ ਬਹੁਤ ਪੈਸਾ, ਜਿਹੜੀ ਮਰਜ਼ੀ ਉਹ ਇਲੈਕਸ਼ਨ 'ਚ ਚਲੇ ਜਾਵੇ ਘੁਮਾ ਦਿੰਦਾ, ਚਾਹੇ ਫੈਡਰਲ ਹੋਵੇ, ਪ੍ਰੋਵਿੰਸ਼ੀਅਲ ਹੋਵੇ, ਸ਼ਹਿਰ ਦੀ ਹੋਵੇ। ਲੈ ਦੱਸੋ ਮੈਨੂੰ, ਦੱਸ ਇਹ ਕੋਈ ਕੁਆਲਿਟੀ ਹੈ ਤੁਹਾਡੀ ਜਿਹੜੀ ਤੁਸੀਂ ਕੁਆਲਿਟੀ ਦੇ ਗੁਣ ਗਾਉਂਦੇ ਹੋ? ਤੇ ਬਹੁਤ ਪੈਸਾ ਕਿਸੇ ਦੀ ਕੁਆਲਿਟੀ ਹੈ? ਤੁਸੀਂ ਪੈਸੇ ਦੇ ਵਿੱਚੋਂ ਤੁਹਾਨੂੰ ਕੋਈ ਮਿਲ ਜੂ? ਕਿਹੜੀ ਚੀਜ਼ ਅਗਲੇ ਦੀ ਪ੍ਰਮੋਟ ਕਰਦੇ ਹੋ? ਕਦੇ ਇਹ ਪੁੱਛਿਆ ਵੀ ਕਿਸੇ ਦੀ ਪੜ੍ਹਾਈ ਕੀ ਹੈ, ਕਿਸੇ ਨੂੰ ਬਹਿਣਾ ਉੱਠਣਾ ਖਾਣਾ ਪਹਿਨਣਾ ਆਉਂਦਾ, ਉਹਦੇ 'ਚ ਗੁਣ ਕੀ ਨੇ, ਇਹਦੀ ਗੱਲ ਕੀਤੀ ਹੈ ਕਦੇ? ਇਹਦਾ ਮਤਲਬ ਪੈਸਾ ਹੋ ਗਿਆ। ਉੱਥੇ ਰਾਜਨੀਤਿਕ ਬੰਦੇ ਠੱਗੀਆਂ ਮਾਰ ਕੇ ਕਮਾਉਂਦੇ ਆ, ਇੱਥੇ ਜੇ ਲੋਕ ਰਾਜਨੀਤਿਕਾਂ ਨੂੰ ਚੁਣ ਕੇ ਉਹਨਾਂ ਦਾ ਹੀ ਠੱਗੀਆਂ ਦਾ ਪੈਸਾ ਬਣਾਉਂਦੇ ਤੇ ਉਹ ਤੁਹਾਨੂੰ ਫਿਰ ਪਸੰਦ ਆ ਤੇ ਉਹਦੇ ਤੁਸੀਂ ਗੋਗੇ ਗਾਉਂ। ਜਾਂ ਤਾਂ ਕੋਈ ਦੱਸ ਦਿਓ ਵੀ ਫਲਾਣੇ ਪੈਸੇ ਵਾਲੇ ਨੇ ਦੇਖ ਲਾ ਤੁਰੇ ਜਾਂਦੇ ਮੈਨੂੰ ਹਾਕ ਮਾਰੀ, 2 ਲੱਖ ਦਾ ਚੈੱਕ ਮੈਨੂੰ ਫੜਾ ਲਗਾ, ਲੈ ਫੜ ਯਾਰ, ਗਰੀਬੀ 'ਚ ਕਾਹਨੂੰ ਫਿਰਦਾ ਤੂੰ, ਭਾਈਆਂ ਸਾਡਾ ਛੋਟਾ ਚੱਕ। ਇਹ ਕਾਹਦੇ ਲਈ ਡੱਫ ਫੜੀ ਆ? ਅਸੀਂ ਇਹੋ ਜਿਹੀ ਫੀਲਿੰਗ ਤੁਹਾਡੇ ਚਾਹੀਦੀ ਆ ਵੀ ਤੂੰ ਭਾਈ ਸਾਹਿਬ ਤੇਰਾ ਇੱਕ ਇਨਸਾਨ ਦੇ ਤੌਰ ਤੇ ਇੱਜ਼ਤ ਕਰਦੇ ਆ, ਕਮਿਊਨਿਟੀ ਦਾ ਸਾਡੀ ਦਾ ਬੰਦਾ, ਸਤਿ ਸ੍ਰੀ ਅਕਾਲ ਅਸੀਂ ਸਾਰਿਆਂ ਨੂੰ ਬੁਲਾਉਂਦੇ ਆ, ਪਰ ਤੇਰੇ ਦਮੜਿਆਂ ਤੇ ਤੇਰੀ ਮਹਿੰਗੀ ਕਾਰ ਤੇ ਤੇਰੇ ਮਹਿੰਗੇ ਘਰ ਦਾ ਸਾਡੇ ਤੇ ਕੋਈ ਇਫੈਕਟ ਨਹੀਂ, ਤੇ ਨਾ ਹਰ ਇੱਕ ਚੀਜ਼ ਸੇਲ ਤੇ। ਜਲੂਸ ਅਸੀਂ ਕਢਾ ਲਿਆ, ਮੀਡੀਆ ਕਰਪਟ ਹੋ ਗਿਆ, ਕਹਿੰਦੇ ਪੈਸੇ ਦੋ, ਖਾਕੀ ਲਿਫਾਫਾ ਦੋ, ਜਿਹੜਾ ਕੋਈ ਮਰਜ਼ੀ ਕਹਾ ਲੋ। ਦੱਸ, ਚੌਥਾ ਥੰਮ ਜਿਹੜਾ ਲੋਕਤੰਤਰ ਦਾ, ਉਹਦਾ ਹਸ਼ਰ। ਸੋ ਅਸੀਂ ਬਚੀਏ ਇਹਨਾਂ ਚੀਜ਼ਾਂ ਤੋਂ, ਕੋਸ਼ਿਸ਼ ਕਰੀਏ। ਹਾਲੇ ਵੀ ਡੁੱਲੇ ਵੇਰਾਂ ਦਾ ਕੁਛ ਨਹੀਂ ਵਿਗੜਿਆ। ਆਉਣ ਵਾਲੀ ਪੀੜ੍ਹੀ ਲਈ, ਪੀੜ੍ਹੀ ਕਿਹਨੂੰ ਕਹਿਣਾ ਮੈਂ? ਕੰਮੀਆਂ ਦੀ ਪੀੜ੍ਹੀ, ਤੁਹਾਡੀ ਮੇਰੀ ਪੀੜ੍ਹੀ। ਅਮੀਰ ਦੇ ਨੂੰ ਨਹੀਂ ਕੋਈ ਤੰਗੀ ਹੈ, ਉਹਦੇ ਤਾਂ ਬੈਠੇ ਨੇ, ਉਹਨਾਂ ਨੂੰ ਤਾਂ ਕੋਈ ਰਾਜਨੀਤੀ ਹੋ ਜਾਵੇ, ਕੋਈ ਆ ਜਾਵੇ, ਕੁਛ ਹੋ ਜਾਵੇ, ਉਹਨਾਂ ਨੂੰ ਕੁਛ ਨਹੀਂ ਹੋਣਾ। ਤੁਹਾਡੀ ਮੇਰੀ ਪੀੜ੍ਹੀ ਦੀ ਗੱਲ ਕਰਦਾ ਮੈਂ। ਜਿੱਦਣ ਅਸੀਂ ਅੱਖਾਂ ਮੀਚੀਆਂ, ਇਹ ਕੀ ਕਰਨਗੇ?
ਇਹ ਗੁਲਾਮ ਬਣਨਗੇ ਜਿਹੜੇ ਜਿਨ੍ਹਾਂ ਨੂੰ ਆਕੇ ਬਣਾ ਕੇ ਅਸੀਂ ਤੁਰ ਜਾਣਾ। ਕੋਈ ਤੁਹਾਡਾ ਯਾਰ ਸਿਟੀ 'ਚ ਹੋਵੇ, ਕੋਈ ਯਾਰ ਹੋਵੇ ਤੁਹਾਡਾ ਆਟੋਵਾ 'ਚ, ਕੋਈ ਹੋਵੇ ਵਿਕਟੋਰੀਆ 'ਚ, ਜਿੱਦਣ ਉਹ ਚੁਣੇ ਗਿਆ, ਜਿੱਦਣ ਉਹ ਚਲੇ ਗਿਆ, ਉਹਦੇ ਤੋਂ ਕੋਈ ਇਹੋ ਜਿਹੀ ਫੀਲਿੰਗ ਨਾ ਕਰੋ ਵੀ ਮੈਂ ਤਾਂ ਕੋਈ ਗਲਤ ਕੰਮ ਕਰਾਉਣਾ। ਜੇ ਤੁਹਾਡੀ ਅਸਲ ਯਾਰੀ, ਜੇ ਤੁਸੀਂ ਕਿਸੇ ਨੂੰ ਸਪੋਰਟ ਕੀਤੀ ਹੈ, ਫੇਰ ਆ ਇਨਸਾਨੀਅਤ, ਫੇਰ ਆ ਦੋਸਤੀ। ਤੇ ਨਾ ਹੀ ਕੋਈ ਪਿੱਛੇ ਮੁੜ ਕੇ ਦੇਖਦਾ। ਜਦ ਕੋਈ ਚੁਣਿਆ ਜਾਂਦਾ ਉਹਦੇ ਰੁਝੇਵੇਂ ਇੰਨੇ ਵੱਧ ਜਾਂਦੇ, ਉਹਨੂੰ ਪਤਾ ਹੀ ਨਹੀਂ ਰਹਿੰਦਾ ਕੌਣ ਆ ਮੇਰੀ ਜ਼ਿੰਦਗੀ ਦੇ ਵਿੱਚ। ਅਕਸਰ ਲੜਾਈਆਂ ਇਸ ਗੱਲ ਦੀਆਂ। ਆਪਾਂ ਰਲ ਕੇ ਕੋਈ ਚੰਗਾ ਕੰਮ ਕਰੀਏ, ਕਮਿਊਨਿਟੀ ਨੂੰ ਆਪਾਂ ਮਾਣ ਦੇ ਸਕੀਏ। ਬਾਈ ਜੱਗੀ ਕੁੱਸੇ ਦੀ ਕਹਾਣੀ, ਦਰਦ ਦਰਵੇਸ਼ਾਂ ਦੇ। ਬਿੱਲੇ ਦਾ ਨਾਂ ਅਸਲ ਹਰਮਨਪ੍ਰੀਤ, ਗੋਰਾ, ਨਿਸ਼ੋ ਤੇ ਸੋਹਣਾ ਸੁਨੱਖਾ ਮੁੰਡਾ, ਅੱਖਾਂ ਬਿੱਲੀਆਂ ਕਰਕੇ ਬਿੱਲਾ ਹੀ ਕਹਿੰਦੇ। ਮੈਡਮਾਂ ਦਾ ਖਾਸ ਚਹੇਤਾ ਕਿਉਂਕਿ ਸਾਊ ਸੀ, ਬਾਹਲਾ ਰੇਮ ਸੀ। ਵੇ ਬਿੱਲਿਆ, ਸਾਡੇ ਸਵਾਲਾਂ ਦੇ ਜਵਾਬ ਮੂੰਹ ਉੱਪਰ ਕਰਕੇ ਦਿਆ ਕਰ, ਤੂੰ ਤਾਂ ਕੁੜੀਆਂ ਨਾਲੋਂ ਵੀ ਗੁਜ਼ਰਿਆ ਵੇ ਐ, ਵੀ ਤੂੰ ਕਿਤੇ ਕੁੜੀ ਤਾਂ ਨਹੀਂ। ਕਈ ਵਾਰ ਕੁੜੀਆਂ ਕਹਿੰਦੀਆਂ। ਬਗੀਚਾ ਕਹਿੰਦਾ, ਮੈਡਮ ਜੀ ਮੈਨੂੰ ਤਾਂ ਇਹ ਕੁੜੀਓ ਲੱਗਦਾ ਬਹਿ ਜਾਵੇ, ਬੁੱਢਲ ਕੱਟਿਆ, 10ਵੀਂ ਪਾਸ ਕਰਕੇ ਸਾਡਾ ਖੜਾ ਛੱਡ ਕੇ ਮੈਂ ਦੱਤ ਲੱਗਿਆ, ਦਾੜੀ ਮੂੰਹ ਤੇ ਗਿੱਟੇ ਆ ਗਈ। ਹਿੰਦੀ ਵਾਲੀ ਮੈਡਮ ਬਗੀਚੇ ਨੂੰ ਕਹਿੰਦੀ, ਮੈਡਮ ਜੀ ਇਹ ਤਾਂ 2 ਜਵਾਕਾਂ ਦਾ ਪਿਓ ਬਣ ਕੇ 10ਵੀਂ ਕਰੂ, ਮੰਗਣਾ ਇਹਦਾ ਹੋ ਗਿਆ, ਨਾਲੇ ਮੈਨੂੰ ਪਤਾ ਲੱਗਿਆ ਜੀ ਨੀਲੂ ਆਗਦਾ ਦਾ ਬਗੀਚਾ ਲਾਲ ਹੋਦਾ। ਮੈਡਮ ਜੀ ਆਪਾਂ ਇਹਦੀ ਜੰਨ ਵੀ ਚੱਲਾਂਗੇ, ਪੂਰਨ ਖਹਿਰਾ ਕਹਿੰਦਾ। ਤੇ ਮੈਂ ਤਾਂ ਹੋਰ ਹੈਰਾਨ ਆ ਵੀ ਇਹਨੂੰ ਬਿੱਜੂ ਨੂੰ ਸਕੀ ਧੀ ਦਾ ਸਾਕ ਦਿੱਤਾ ਕਿਹਨੇ? ਇਹ ਤਾਂ 10ਵੀਂ 'ਚ ਬੁੜਾ ਹੋ ਗਿਆ। ਮੈਡਮ ਜੀ ਸਾਕ ਇਹਨੂੰ ਨਹੀਂ, ਇਹਦੀ ਜ਼ਮੀਨ ਨੂੰ ਹੋਇਆ। ਨੰਜੂ ਕਾ ਨਿੰਮਾ ਸਚਾਈ ਨੂੰ ਕਹਿੰਦਾ, ਵੇ ਪੱਛ ਪਿਆ ਸੋਹਣਾ ਜਿਹੜਾ ਕੰਨਾਂ ਨੂੰ ਖਾਵੇ, ਜ਼ਮੀਨ ਨੂੰ ਇਹੋ ਜੀ ਕੀ ਚੱਟ ਲੈਣੀ ਹੈ। ਘਰ ਵਾਲਾ ਤਾਂ ਬਿੱਲੇ ਵਰਗਾ ਚਾਹੀਦਾ, ਚਾਹੇ ਘਰੇ ਡੱਕਾ ਨਾ ਹੋਵੇ। ਮੈਡਮ ਕਹਿੰਦੀ, ਮੈਡਮ ਜੀ ਤੁਸੀਂ ਤਾਂ ਨਹੀਂ ਕਿਤੇ ਬਿੱਲੇ ਨਾਲ ਵਿਆਹ ਕਰਾਉਣ ਨੂੰ ਫਿਰਦਾ। ਬਗੀਚਾ ਕਹਿੰਦਾ, ਚੱਲ ਵੇ ਜੁੱਤੀ ਵਾਲਾ ਖਾ ਲਈ ਮੇਥੋਂ। ਮਗਜ ਮਾਰਦਾ, ਰੌਲਾ ਪੈਂਦਾ ਤੇ ਬਿੱਲਾ ਲਾਲ ਹੋਇਆ ਬੈਠਾ ਰਹਿੰਦਾ। ਤੇ ਬਿੱਲੇ ਨੇ 10ਵੀਂ ਵਿਕਾਸ ਕਰ ਲਈ, ਮੋਗੇ ਕਾਲਜ ਦਾਖਲਾ ਨੇ ਬਾਪੂ ਬਲਿਆਸ ਨੇ ਲੱਤ ਲੈ, ਹੋਰ ਪੜ੍ਹ ਕੇ ਇਹਦੇ ਇੰਸਪੈਕਟਰ ਲੱਗਣਾ, ਬਲਦਾਂ ਦੀਆਂ ਪੁੱਛਾਂ ਮਰੋੜਨੀਆਂ, ਜਾਂ ਮਰਜੀ ਬੋਲ ਲੈ। ਬਾਪੂ ਬਾਰ-ਬਾਰ ਦੁਰਮਟ ਵਰਗਾ ਪੈਰ ਧਰਤੀ ਤੇ ਮਾਰਦਾ, ਮੈਂ ਨਹੀਂ ਲਾਉਣਾ, ਜਾ ਕੇ ਉੱਥੇ ਖਰਾਬ ਹੋ ਜੂ, ਜਾ ਕੇ ਟਿੱਕੀਆਂ ਸਮੋਸੇ ਖਾਣ ਲੱਗ ਜੂ, ਸ਼ਹਿਰ ਖਾਂਦਾ ਘਰੋਂ ਜਾਊ, ਅਸੀਂ ਨਹੀਂ ਲਾਉਣਾ। ਪੜ੍ਹ ਲੈਣ ਦੇ, ਜੇ ਪੜ੍ਹਨ ਨੂੰ ਆਖਦਾ ਉਹ ਜਾਣੇ ਉਹ ਗੱਲ ਦੇ ਅੱਖ ਨੂੰ, ਅੱਗੇ ਵੀ ਟਾਈਮ ਪਾਸ ਕਰਦੇ ਹੀ ਆ। ਬੇਬੇ ਨੇ ਕਹਿਣਾ, ਫਾਇਦਾ ਕੀ ਹੋਊ, ਕਾਲਜ 'ਚ ਕਿੱਤਾ ਸਿੱਖੂ, ਕਾਲਜ ਤੇ ਜਾ ਕੇ ਅੱਧੇ ਕਮਲੇ ਹੋ ਜਾਂਦੇ ਆ, ਨਾ ਆਪ ਜੋਕਰਾ ਨਾ ਘਰ ਦੇ ਜੋਕਰਾ। ਮੇਰੇ ਮਿੱਟੀ ਦੇ ਮਾਧੋ ਜਹਾਨ ਦੇ ਟੂਟਣ, ਆ ਦੇਖ ਲੈ ਨਿੰਮੇ ਕਾ ਪੂਰਨ ਕੀ ਹੋ ਗਿਆ, ਉਹਨੂੰ ਕਮਲਾ ਹੀ ਹੋਇਆ ਫਿਰਦਾ। ਦੇਖ ਲੈ ਫਿਰਨੀ ਤੁਰਿਆ ਫਿਰਦਾ, ਬੜੇਸ ਬੰਨ ਲੈਂਦਾ ਸਿਰ ਤੇ, ਪਤਾ ਹੀ ਨਹੀਂ ਲੱਗਦਾ ਕੀ ਕਰਦਾ। ਪੜ੍ਹਨੇ ਭੇਜਿਆ ਸੀ, ਕਮਲਾ ਹੋ ਕੇ ਆਇਆ ਉੱਥੋਂ। ਧੀ ਪੁੱਤਰ ਜੋਕਰਾ ਹੋ ਗਿਆ, ਬਸ ਬਹੁਤ ਹੈ। ਅਰੇ ਹਾਂ, ਆਏ ਸਾਲ ਸੀਰੀ ਨੂੰ ਥੱਬਾ ਰੁਪਈਆ ਦਾ ਦਿੰਦੇ ਆ, ਮੈਂ ਤਾਂ ਐਤਕੀ ਸੀਰੀ ਨੂੰ ਹਟਾ ਕੇ ਇਹਨੂੰ 45 ਹੇਠ ਦੇ ਲੈਣਾ, ਜਦ ਦਾ ਪੁੱਤ ਚੰਡਿਆ ਹੀ ਠੀਕ ਹੁੰਦਾ। ਬਾਪੂ ਨਰਮ ਹੋ ਗਿਆ, ਤੂੰ ਖੇਤਾਂ 'ਚੋਂ ਮਹਿਲ ਪਾ ਲੇ, ਨਾਲੇ ਹੁਣ ਇਹ ਪਾ ਲੂ, ਧੰਦਾ ਜਿੰਨਾ ਮਰਜ਼ੀ ਪਿੱਟੀ ਚੱਲੋ। ਬਾਹੀ ਜੋ ਤਾਂ 5 ਪੁੱਤ ਖਾਣੇ ਦੇ 5 ਪਾਂਜੇ ਦੀ ਪੂਰੇ ਦੇ ਠੂਠੇ ਨਾਲ ਕਨਾਲ ਵੱਜਦਾ। ਉਮਰ ਸਾਰੀ ਉਮਰ ਗਲੋਂ ਲੀਰਾਂ ਨਹੀਂ ਨਿਕਲੀਆਂ, ਕੱਚੇ ਘਰਾਂ ਨੂੰ ਲਿਪਣ ਦੀ ਮੈਂ ਬੁੜੀ ਹੋ ਗਈ, ਵਿਆਹੀਆਂ ਪਾੜੀਆਂ ਪੈਰਾਂ ਦੀਆਂ ਤੇ ਹੱਥਾਂ ਦੀਆਂ। ਇਹ ਜਿੰਨੇ ਕਾਲਜੀ ਏਟ ਹੈ ਨਾ, ਬਾਪੂ ਦੂਸਰੇ ਦਰਨ ਹੋਇਆ ਕਰੇ, ਇਹ ਜਿੰਨੇ ਕਾਲਜੀ ਤਾਂ ਸਾਰੇ ਫਿੱਟਨੀਆਂ ਦੇ ਸੀਟ ਹੈ, ਨਿੱਤ ਨਵਾਂ ਚੱਕੀ ਰਾਹ ਕੱਢ ਕੇ ਦਿਖਾਉਂਦੇ। ਵੇ ਆਪਣੇ ਵਾਲਾ ਤਾਂ ਜਮੇ ਜਾਊ ਹੈ। ਮੰਨ ਕੇ ਮੁੰਡੇ ਬਾਰੇ ਪਤਾ ਕੀ, 10ਵੀਂ ਤੱਕ ਵਧੀਆ ਸੀ, ਗਿੱਬਿਆ ਵਿਆਹ ਨੇ ਕਾਲਜ ਲਾਤਾ, ਆ ਕੇ ਮੁੰਡਾ ਹੁਸ਼ਿਆਰ ਹੈ ਜੀ। ਕਾਲਜ ਜਾ ਕੇ ਸਾਲੇ ਨੂੰ ਪਤਾ ਨਹੀਂ ਕਿ ਧੂਰਾ ਚੜਿਆ, ਅੱਤਵਾਦੀਆਂ ਦੀ ਨੇਰੀ ਜਾ ਚੜਿਆ ਕਨੇੜੀ, ਤੇਰੇ ਸਾਹਮਣੇ ਸਾਰੀ ਜ਼ਮੀਨ ਜਾਇਦਾਦ ਫੂਕਤੀ, ਮਗਰ ਪੁਲਿਸ ਫਿਰਦੀ ਆ, ਫੇਰ ਵੀ ਨਹੀਂ ਬਖਸ਼ਿਆ। ਪੈਸੇ ਵੀ ਖਾ ਲਏ, ਮੁਕਾਬਲਾ ਬਣਾਤਾ ਅਗਲੇ ਦਾ। ਵਿਚਾਰੇ ਦਰਵੇਸ਼ ਮਲ ਦੀ ਦਾੜੀ ਵਾਧੂ ਕੱਟੀ, ਸਾਰੀ ਉਮਰ ਵਿਚਾਰੇ ਨੂੰ ਕਿਤੇ ਲਾਂਭਾ ਨਹੀਂ ਆਇਆ ਸੀ। ਕਾਲਜੀ ਇਹ ਮੁੰਡੇ ਨੇ ਕਿਤੇ ਜੋਗਾ ਨਹੀਂ ਛੱਡਿਆ। ਮੈਂ ਤਾਂ ਪਿੱਟਦਾ, ਮਾਂ ਕੂਨੀ ਸੀ। ਤੇ ਸੱਚ ਦੀ ਵੀ ਮਿਸਾਲ ਕਿਸੇ ਨੇ ਹੱਥ 'ਚ ਫੜਨੀ ਹੋਈ ਹੈ। ਅੱਤਵਾਦੀ ਨਾ ਕਹਿ, ਆ ਸ਼ਬਦ ਨਹੀਂ ਤੇਰੇ ਚੰਗੇ, ਸੰਘਰਸ਼ ਦੇ ਯੋਧੇ ਸੀ। ਅੱਤਵਾਦੀ ਕਹਿਣਾ ਮਿਸਾਲ ਕੀ ਨੇ? ਫਿਰ ਤਾਂ 10ਵਾਂ ਪਾਤਸ਼ਾਹ ਵੀ ਪੁੱਤ ਨਾ ਵਾਰਦਾ, ਫਿਰ ਉਹਨੂੰ ਪਿਓ ਕਿਉਂ ਵਾਰਨ ਦੀ ਲੋੜ ਸੀ? ਲੱਗ ਗਿਆ ਵੇ ਥਵੀਆਂ ਮਾਂ ਦਾ ਹੱਥ ਨੇ ਗੁੜ ਘੋਲ ਕੇ ਪੀ ਲੈਂਦਾ। ਤੈਨੂੰ ਕੀ ਪਤਾ ਕੀ ਕੌਮ ਨੇ? ਬਹਿ ਜਾ, ਕਸੁੰਡ ਨਾ ਖਾ ਲਈ, ਬੜੀਆਂ ਕੌਮ ਵਾਲੀਏ, ਤੇਰੇ ਗਾਤਰੇ ਪਾਏ ਵੇ ਮੈਨੂੰ ਦਿਖਦੇ ਆ।
ਬਾਬੂ ਭੱਜ ਕੇ ਪਿਆ। ਕਿੰਦਰ ਤੇ ਮਿੰਦਰ ਵਿਆਹੁਣ ਵਾਲੀਆਂ ਹੋਈਆਂ, ਇਹ ਦੋਨਾਂ ਦਾ ਛੋਟਾ 4 ਸਾਲ ਹੋਰ ਅੜਕ ਜਾਣਗੇ। ਪਰ ਕੁੜੀ ਆ, ਮੇਰੇ ਦਿਲ ਤੇ ਤਾਪ ਮੁਚੜੇ ਪਏ। ਕੁੜੀਆਂ ਵਿਆਹ ਕੇ ਮੈਂ ਤਾਂ ਇਹਨੂੰ 45 ਥੱਲੇ ਦੇਣਾ, ਕੱਲ ਪੋਤੇ ਪੋਤੀਆਂ ਹੋਣ। ਨਿੱਤ ਨਵਾਂ ਸੱਪ ਕੱਢ ਕੇ ਦਿਖਾਉਂਦੀ ਆ ਗੋਲ ਮਿਲਟ। ਐਤਕੀ ਆਹ ਬੀਜੋ, ਐਤਕੀ ਗੰਨਾ ਬੀਜੋ, ਐਤਕੀ ਆਲੂ ਬੀਜੋ। ਝਗੜਿਆ ਪਿੱਟਿਆਂ ਨੂੰ ਕੋਈ ਪਿੱਛੇ ਬੀਜ ਤਾਂ ਲਵਾਂਗੇ, ਵੇਚਾਂਗੇ ਤੁਹਾਡੇ ਵਾਲੀ ਮੰਡੀ, ਮਾਂ ਦੀ ਮੰਡੀ ਤੇ ਬਾਪੂ ਹੋਰੇ ਪਾਸੇ ਤੁਰ ਗਿਆ। ਆਲੂਆਂ ਦੀ ਕੀ ਦੁਰਦਸ਼ਾ ਹੋਈ ਹੈ। ਗੰਨੇ ਨੂੰ ਕਿਸੇ ਨੇ ਸਿਆਣੇ ਜੱਟ ਵਿਚਾਰੇ ਜੂਸ ਕੱਢਣ ਵਾਲੀਆਂ ਕੌੜੀਆਂ ਆੜਤੀਆਂ ਨੂੰ ਕੌਡੀਆਂ ਵੱਟੇ ਵੇਚਦੇ ਫਿਰਦੇ ਆ। ਕੀ ਨਾ ਕਰੇ ਬੰਦਾ, ਨਿੱਜ ਜਾਣਿਆਂ ਨੂੰ ਗੋਲੀ ਤਾਂ ਮਨ। ਆਹੀ ਤਾਂ ਕਹਿਣਾ ਜਿਹੜੀ ਗੋਲੀ ਦੀ ਗੱਲ ਕਰਨੀ ਆ। ਕਾਲਜ ਲਾਇਆ ਵਿਆ, ਕਿਤੇ ਗਰਮ ਵਾਲਿਆਂ ਦੇ ਹੱਥੇ ਚੜ ਗਿਆ, ਮੁੜ ਕੇ ਘਰੇ ਨਹੀਂ ਵੜਨਾ। ਮੰਨ ਲੈ ਗੱਲ, ਘਰੇ ਹੀ ਰੱਖ ਲੈ। ਬੈਠਾ ਬਹਿ ਗਿਆ, ਗੱਲਾਂ ਕਰਦਾ ਕਹਿੰਦੇ ਹਾਂ ਬਾਪੂ ਜੀ ਚਾਹ ਬਣਾ ਪੁੱਤ, ਮੇਰਾ ਤਾਂ ਸਰੀਰ ਟੁੱਟੀ ਜਾਂਦਾ। ਬਣਾਉਣੀ ਆ ਬਾਪੂ ਜੀ। ਬਿੱਲਾ ਕਿੱਥੇ ਹੈ? ਗੁਰਮੀਤ ਕੋਲ ਬੈਠਾ ਹੋਣਾ। ਬਾਜਮਾਨ ਨੂੰ ਡਾਕਦਾਰ ਤੋਂ ਕੋਈ ਗੋਲੀ ਗੱਪਾ ਲੈ ਕੇ ਆਵੇ। ਮੇਰੀਆਂ ਤਾਂ ਅੱਖਾਂ ਮੱਚੀ ਜਾਣੀ ਦੀ ਅੱਗ ਨਿਕਲਦੀ ਜਾਂਦੀ ਆ ਸਰੀਰ ਤੋਂ। ਗੱਲਾਂ ਕਰਦਾ ਬਾਪੂ ਆਹ ਗੱਲਾਂ ਤਾਂ ਤਾਪ ਤਾਂ ਨਹੀਂ ਤੈਨੂੰ ਹੋ ਗਿਆ? ਬੇਬੇ ਕਹਿੰਦੀ ਤਾਪ ਤਾਂ ਕੀ ਹੋਣਾ, ਹੁਈਓ ਹੱਡ ਪੈਰ ਜੇ ਦੁਖਦੇ ਨੇ। ਬਾਪੂ ਹੱਡ ਪੈਰ ਤੇ ਤਾਪ ਨੂੰ ਜੋੜਦਾ ਨਹੀਂ ਸੀ। ਬੇਬੇ ਨੇ ਬਾਪੂ ਦੇ ਮੱਥੇ ਓਹ ਤੈਨੂੰ ਤਾਂ ਬੁਲਾ ਹੀ ਤਾਪ ਆ, ਮੂੰਹ ਮੈਂ ਮਰ ਗਈ, ਤੂੰ ਪਹਿਲਾਂ ਕਿਉਂ ਨਹੀਂ ਦੱਸਿਆ? ਕੀ ਦੱਸਦਾ, ਚਿੱਤ ਘਾਊ ਮਾਊ ਹੋਈ ਜਾਂਦਾ। ਮੈਂ ਤੇਰੇ ਨਾਲ ਜੱਦੀ ਜਿੱਦੀ ਜਾਂਦੀ ਆ ਜੀ, ਤੂੰ ਮੈਨੂੰ ਦੱਸਦਾ ਸੀ ਢਿੱਲਾ ਬੱਜੇ ਤੇ ਮੈਂ ਤੇਰੇ ਪਾਣੀ ਪੱਟੀਆਂ ਰੱਖਾਂ ਸਿਰੇ। ਬੇਬੇ ਤੁਰ ਗਈ। ਬਿੱਲਾ ਬੇਬੇ ਦੇ ਨਾਲ ਹੀ ਡਾਕਦਾਰੋਂ ਆ ਗਿਆ। ਜਾ ਪੁੱਤ ਮੇਰੇ ਡਾਕਦਾਰ ਨੂੰ ਬੁਲਾ ਕੇ ਲਿਆ, ਸ਼ੇਰ ਬੱਗਿਆ ਮੇਰੇ ਤੋਂ ਤੁਰੇ ਜਾਣਾ, ਚੱਕਰ ਜੇ ਆਈ ਜਾਂਦੇ ਆ। ਲਿਓਣਾ ਬਾਪੂ ਜੀ। ਕਿੰਦਰ ਨੇ ਚਾਹ ਧਰਤੀ। ਲੌਂਗ ਬਾਲ ਲਈ ਪੁੱਤਾ, ਲੌਂਗ ਬਾਲ ਕੇ ਨਾਲੇ ਚਾਹ ਲਿਆ ਸਵਾਰ ਕੇ। ਬਾਪੂ ਨੇ ਅੱਧਾ ਗਲਾਸ ਪੀ ਲਈ ਚਾਹ, ਪੇਟ ਨੇ ਝੱਲੀ ਨਾ, ਬਹੁਤ ਜ਼ੋਰ ਨਾਲ ਉਲਟੀ ਆਈ। ਬੇਬੇ ਨੇ ਬਾਪੂ ਦੀਆਂ ਪੁੜਪੜੀਆਂ ਕੁੱਟਤੀਆਂ। ਕਿੰਦਰ ਨੇ ਉਲਟੀ ਤੇ ਸਵਾਹ ਤੂੜਤੀ। ਬਾਪੂ ਬੱਤ ਜੇ ਲਵੇ, ਅਸਲੀਆਂ ਖਿੱਚੀਆਂ। ਡਾਕਟਰ ਪੁੱਛ ਗਿਆ ਥਰਮਾਮੀਟਰ ਲਾ ਕੇ, ਆਇਆ ਤੈਨੂੰ ਤਾਂ ਬੁਖਾਰ ਏ ਬਹੁਤ ਆ। ਕਿੰਨਾ ਸ਼ੇਰ ਹੈ? 103 ਅਖਬਾਰ ਆ ਤੈਨੂੰ। ਪਿੰਡ ਵਾਲਾ ਤਿਆਰੀ ਚ ਪੂਰਾ ਸੀ। ਉਹ ਵੀ ਚੱਕ ਕੇ ਥਰਮਾਮੀਟਰ ਅੱਖਾਂ ਦੇ ਮੂਹਰੇ ਲਾਉਂਦਾ ਸੀ। ਮੈਂ ਵੀ ਆਖਾਂ ਵੀ ਇੰਨੀ ਜਾਨ ਕਿਉਂ ਤੋੜ ਬੋਲਦਾ? ਇਹ ਤਾਂ ਕਦੇ ਅੱਤੜ ਇੰਨਾ ਬੋਲਿਆ ਨਹੀਂ। ਬੇਬੇ ਨੇ ਆਪਣੀ ਆਰ ਲਾ। ਅੱਜ ਹੀ ਹੋਇਆ ਤਾਂ ਅੱਜ ਸਵੇਰੇ ਚੜਿਆ ਤਾਂ ਸਵੇਰੇ ਉਹ ਤੜਕੇ ਹੋਈ ਸਿਰ ਸੁਰ ਤਾਂ ਹੀ ਦੁਖਦਾ, ਸਾਰਾ ਸਰੀਰ ਹੀ ਦੁਖਦਾ। ਉਲਟੀ ਵੀ ਆਈ ਹੈ। ਚਾਹ ਪੀਤੀ ਸੀ 2 ਘੁੱਟ, ਉਲਟੀ ਵੀ ਆ ਗਈ। ਉਹ ਕਰ ਇਉਂ ਆ ਤੂੰ 2 ਕੈਪਸੂਲ ਤਾਂ ਹੁਣ ਲੈ ਲੈ ਤੇ 2 ਗੋਲੀਆਂ 2 ਘੰਟੇ ਨੂੰ ਲੈਣੀਆਂ ਤੇ ਮਾੜਾ ਜਿਹਾ ਪੁੜਾ ਕਰ ਨੰਗਾ। ਐਂ ਕਰੋ ਸੂਈਆਂ ਬਾਲ ਦਿਓ, ਪਤਾ ਹੀ ਨਹੀਂ ਕਿਹਦੀ ਸੂਈਆਂ ਇਹਨੇ ਗੱਡ ਜਾਣੀਆਂ ਤੇ ਮੁੜ ਕੇ ਮੇਰਾ ਪੁੜਾ ਕਿਤੇ ਪਾਥੀ ਚ ਡਰਨਾ ਹੋਵੇ। ਜਿਆਦਾ ਸਾਰੇ ਹੱਸਦੇ। ਚੱਲ ਕੇ ਲਾਈਏ। ਹੱਥ ਨੇ ਕੀ ਖਾਵਾ? ਹੱਥ ਨੇ ਖਿਚੜੀ। ਪੇਕ ਨਹੀਂ ਲਾਉਣਾ ਨਾਲੇ। ਉਹ ਪੇਕ ਤਾਂ ਫੌਜੀ ਨੇ ਦਿੱਤੀ ਸੀ, ਕਹਿੰਦੇ ਦਵਾਈ ਬਹੁਤ ਵਧੀਆ ਹੁੰਦੀ ਹੈ, ਬਰਾਂਡੀ ਦੇ ਕੇ ਗਿਆ ਤੇ ਉਹਦਾ ਤਾਂ ਨਹੀਂ ਲਾ ਸਕਦਾ ਮੈਂ ਪੇਕ। ਉਹ ਬਾਪੂ ਰਹਿਣ ਦੇ, ਤੂੰ ਬਿਮਾਰ ਪਿਆ, ਤੂੰ ਪੇਕਾਂ ਦੀਆਂ। ਆਹੀ ਗੱਲ ਦਾ ਰੌਲਾ ਹੈ। ਤਾਂ ਹੀ ਮੈਂ ਕਹਿੰਦੀ ਹਾਂ ਜੂਨ ਸਿੱਧੀ ਹੋ ਜਾਏ, ਆ ਜਵਾਕ ਪੜ ਜੇ ਅਕਲ ਆ ਜੂ। ਇਹਦੀ ਤਾਂ ਗੱਲ ਦੇ ਨਾਲ ਗੇੜੇ ਨਾਲ ਪੇਕ, ਹੱਥ ਨੇ ਜੈਬਾ ਆ ਜੂ ਉਹਦੇ ਨਾਲ ਪੇਕ। ਉਹ ਕਿੱਥੇ ਪੇਕਾਂ ਵਾਲਿਆ, ਕਿੱਥੇ ਮਸਾਂ ਜੁੜਦੀ ਹੈ, ਰੋਟੀ ਤਾਂ ਪੂਰੀ ਨਹੀਂ ਹੁੰਦੀ। ਐਵੇਂ ਹੀ ਸੀਰੀ ਬੈਠਕ ਚ ਬੈਠੇ ਜਾਨੂੰ ਆਇਆ ਘਰੇ ਤੇ ਜੈਬਾ ਆ ਗਿਆ। ਚਾਚੀ ਚਾਚਾ ਜਾ ਆਇਆ ਹੀ ਨਹੀਂ। ਚਾਚਾ ਕਿੱਥੇ ਸੀ? ਆਇਆ ਹੀ ਨਹੀਂ ਚਾਚਾ ਖੇਤ। ਵੀ ਜੈਬਿਆ ਉਹਦਾ ਤਾਪ ਨੇ ਸੁੱਟ ਲਿਆ। ਉਹ ਪਿਆ ਬੈਠ ਸੀਰੀ ਬੈਠ ਤੇ ਬਲਿਆਰ ਮੁੜਕੋ ਮੁੜਕੀ ਚਾਚਾ ਕਿਵੇਂ ਪੈਂਚਰ ਹੋਇਆ ਪਿਆ? ਚਾਚਾ ਪੈਂਚਰੇ ਹੋਇਆ ਪਿਆ ਚਾਚਾ। ਡੱਬੀਆਂ ਵਾਲਾ ਪਰਨਾ ਝਾੜਦਾ ਅੰਦਰ ਜੈਬਾ ਵੜ। ਮੈਂ ਮੁੜਕਾ ਪੂੰਝ ਲਾ। ਜੈਬੇ ਨੇ ਆਪਣਾ ਪਰਨਾ ਮੂਹਰੇ ਕਰਤਾ। ਪਤਾ ਨਹੀਂ ਸਾਲਾ ਕਿੱਥੋਂ ਚੜ ਗਿਆ। ਬਲਿਹਾਰ ਨੇ ਮੂੰਹ ਮੱਥਾ ਜਿਹੜਾ ਪੂੰਝਿਆ ਜੈਬੇ ਦੇ ਪਰਨ। ਬਹਿ ਜਾ ਪੁੱਤ, ਇਹਨੇ ਕਿਹੜਾ ਇਜਾਜ਼ਤ ਲੈਣੀ ਹੈ? ਜਿਹੜਾ ਲੋਟ ਆ ਚੁੱਪ ਲਿਆ। ਬਲਿਹਾਰ ਦੇ ਸਿੰਘ ਜੈਬੇ ਦੇ ਆਖਣ ਤੇ ਫੋਕਾ ਜਿਹਾ ਹੱਸ ਪਿਆ। ਜਾ ਜੱਗਾ ਪਾਣੀ ਲੈ ਕੇ ਆ। ਤੇ ਨਾਲ ਦਿਲ ਮੱਚੀ ਜਾਂਦਾ। ਜੈਬਾ ਪਾਣੀ ਦਾ ਗਲਾਸ ਲਿਆ। ਉਹ ਵਾਲਿਆਂ ਦਾ ਮਾਸਟਰ ਆ ਨਾ ਚਾਚਾ, ਕਿਹੜਾ? ਉਹਨਾਂ ਦੇ 2 ਮਾਸਟਰ, ਉਹੀ ਜਿਹਦੀ ਛੋਟੀ ਜੀ ਤੇ ਦਾੜੀ ਆ ਛੋਟੀ ਜੀ। ਆਹੋ ਚਾਚਾ, ਪੁਲਿਸ ਨੇ ਬਹੁਤ ਕੁੱਟਿਆ। ਕਾਹਤੋਂ? ਬਲਿਹਾਰ ਨੇ ਪਾਣੀ ਪੀ ਕੇ ਗਲਾਸ ਜੈਬੇ ਨੂੰ ਫੜਾਇਆ। ਮਸਟਰੀ ਦਾ ਕੋਰਸ ਕੀਤਾ, ਉਹਨੂੰ ਬਾਵਾ ਚਿਰ ਹੋ ਗਿਆ, ਨੌਕਰੀ ਨਹੀਂ ਮਿਲੀ। ਪਟੜੀ ਫਿਰ ਸਾਰੇ ਵਿਹਲੇ ਫਿਰਦੇ ਮਾਸਟਰਾਂ ਨੇ ਚੰਡੀਗੜ੍ਹ ਧਰਨਾ ਲਾਤਾ ਆ ਕੇ ਨੌਕਰੀਆਂ ਦੇ। ਫੇਰ ਕੀ ਉੱਥੇ ਹਾਥ ਹੂਤ ਹੋ ਗਈ। ਪੁਲਿਸ ਵਾਲਿਆਂ ਦੇ ਮੁੱਦੇ ਪਾ ਲਏ, ਚੰਗੀ ਦੁਰਬੜੀ ਲਾਈ। ਖੂਹ ਵਾਲਿਆਂ ਦੇ ਤਾਂ ਕਿਤੇ ਕਲੋਤੇ ਥਾਂ 6 ਵੱਜ ਗਈ, ਉਹਦਾ ਮੂਤ ਬੰਦ ਹੋ ਗਿਆ। ਉਹਦਾ ਹਸਪਤਾਲ ਚ ਪਿਆ ਚਾਚਾ। ਹਲਾ
ਪੁਲਿਸ ਵਾਲੇ ਵੀ ਕੀ ਕਰਨ ਚਾਚਾ, ਇਹ ਜਾਂਦੇ ਆ ਚੰਡੀਗੜ੍ਹ ਤੌੜੇ ਚੌਂਕ 'ਚ ਨਿੱਤ ਕੁੱਤਾ ਖੰਡ ਕਰਦੇ ਨੇ, ਨਾਲੇ ਮਾਰਦੇ ਆ ਜਿੰਦਾਬਾਦ ਮੁਰਦਾਬਾਦ ਦੇ, ਅਗਲੇ ਅੱਕ ਗਏ, ਲਾਦੀਆਂ ਫੀਤੀਆਂ ਅਗਲੇ ਤੌੜੇ ਚੌਂਕ 'ਚ ਹੀ। ਉਹ ਤੌੜਾ ਚੌਂਕ ਨਹੀਂ ਮਟਕਾ ਚੌਂਕ ਹੁੰਦਾ। ਆਹੋ ਚੱਲ ਚਾਚਾ, ਜਿਹੜਾ ਵੀ ਹੋਵੇ ਕੰਜਰਖਾਨਾ ਹੀ ਹੈ, ਮੁੱਕ ਰੁਪਈਆਂ ਦਾ ਲਾ ਕੇ ਪੜਿਆ ਕਰਦੇ, ਚੱਕੇ ਕੋਲਸ ਕੀਤੇ ਆ। ਗੌਰਮੈਂਟ ਨੂੰ ਕੋਈ ਸ਼ਰਮ ਨਹੀਂ ਆਉਂਦੀ, ਭੁੱਖੇ ਮਰਦੇ ਕੀ ਕਰਨ, ਘਰੇ ਘਰ ਟਿਕਟ ਨਹੀਂ ਦਿੰਦੇ, ਘਰ ਨਾਲੇ ਕੰਜਰ ਦੇ ਟੂਟੀ ਵਾਲੀ ਬੰਨੀ ਫਿਰਦੇ, ਕਿਤੇ ਲੱਗ ਜਾਣ, ਲੱਗਣ ਕਿੱਥੇ, ਨਾ ਘਰ ਜੋਗੇ ਨਾ ਬਾਹਰਲੇ। ਤਾਂ ਹੀ ਆਪਾਂ ਬਿੱਲੇ ਨੂੰ ਪੜ੍ਹ ਨਹੀਂ ਲਾਉਣਾ। ਬਲਿਹਾਰ ਸਿੰਘ ਦੇ ਨਾਲ ਜੈਬਾ ਵੀ ਮਗਰ ਗਿਆ, ਕੋਈ ਜਥੇਦਾਰ ਗਿਆ, ਇਹਨਾਂ ਨੂੰ ਕਿਵੇਂ ਪਤਾ ਲੱਗਿਆ? ਬੂਟੇ ਦੇ ਘਰੇ ਟੈਲੀਫੋਨ ਆਇਆ ਸੀ ਚਾਚਾ, ਆਪਣੇ ਪਿੰਡ ਵਾਲੇ ਭਾਈ ਡਾਕਟਰ ਨੂੰ ਬਦਨੇ ਵੀ ਟੈਲੀਫੋਨ ਆਇਆ ਸੀ, ਹਾਲਤ ਕਹਿੰਦੇ ਮਾੜੀ ਹੈ, ਬੰਨ ਪੈ ਗਿਆ ਸ਼ਰਾਬ ਪਿਸ਼ਾਬ ਦਾ, ਮੈਨੂੰ ਮੈਂ ਦਾ ਪੇਟੂ 'ਚ ਸੱਟ ਹੈ। ਹੁਣ ਸਾਲੇ ਮਾਰ ਲੱਗੇ, ਕਿਹੜਾ ਅੱਗਾ ਪਿੱਛਾ ਦੇਖ ਰਿਹਾ, ਜਿਹੜਾ ਆਪਦੇ ਸੱਟ ਲੱਗਣੀ ਹੈ। ਇਹਨਾਂ ਤੋਂ ਇਹ ਨਹੀਂ ਪਤਾ ਲੱਗਦਾ ਵੀ ਅਗਲੇ ਦੇ ਕਿੰਨੀ ਸੱਟ ਲੱਗਦੀ ਹੈ। ਦੋਨੇ ਗੱਲਾਂ ਕਰਦੇ ਰਹੇ। ਮੈਂ ਪੱਠੇ ਕੁੱਤਲਾ ਚਾਚਾ, ਦਿਨ ਤਾਂ ਜਮਾ ਹੀ ਗਿਆ। ਆਪਦੀ ਚਾਚੀ ਨੂੰ ਕਹਿ ਕੇ ਚਾਹ ਧਰਾ ਲਾ, ਮੰਨਾ ਪਹਿਲਾਂ ਚਾਹ ਪੀ ਲਾ, ਧਰਾ ਦਿੰਦਾ, ਕੱਲ ਤੱਕ ਕਾਇਮ ਹੋ ਜਾਏਗਾ। ਜੈਬੇ ਨੇ ਤੁਰਦੇ ਕਿਹਾ, ਮੈਂ ਇਹਦਾ ਕੰਮ ਅੱਜੇ ਕੰਮ ਠੀਕ ਹੋ ਜੂ। ਮੈਂ ਕਿਹਾ ਝੋਨੇ ਚੋਂ ਕੱਢਦੀ ਹੈ ਅਵਲਾ ਸਵਲਾ ਜਿਹਾ, ਜੇ ਮੈਂ ਆਉਣ ਜੋਕਰਾ ਹੋਇਆ ਮੰਨਾ ਕਾਹਨੂੰ ਚਾਚਾ, ਜਾਂ ਫਿਰ ਬਿੱਲੇ ਨੂੰ ਨਾ ਚਾਚਾ ਜਵਾਕ ਨਹੀਂ ਰੋਲਣਾ, ਜੇ ਜੱਟ ਦਾ ਪੁੱਤ ਬਾਹੀ ਨਹੀਂ ਕਰੂ ਮਿਨਿਸਟਰ ਬਣੂ। ਇਹਨੇ ਇੱਕ ਆਹ ਪੁੱਤ ਬਸੰਤੇ ਹੱਟੀ ਬਹਿਣਾ, ਪਰ ਜਿੰਨਾ ਚਿਰ ਬਸੰਤੇ ਬਿਨਾਂ ਹੱਟੀ ਚੱਲਦੀ ਆ ਚਾਚਾ, ਉਹਨਾਂ ਚਿਰ ਨਹੀਂ ਮੈਂ ਨਹੀਂ, ਛੋਟਾ ਭਾਈ ਅਸਦਾ। ਜੇ ਪਿਆ ਸਿਆਣੇ ਕਹਿੰਦੇ ਆ ਪੁੱਤਰ ਧੀ ਤੇ ਖੁਰਪਾ ਚੰਡੇ ਕੰਮ ਹੁੰਦੇ ਆ, ਘਿਓ ਕੋਲ ਕੋਈ ਚੂਚਕਾ ਰੱਖੀਏ ਨਾ ਅੰਗਾਰੀ। ਮੰਨ ਲਾ ਗੱਲ, ਤਾਂ ਚਾਚਾ ਆਪਣਾ ਬਿੱਲਾ ਚੰਡਣ ਵਾਲਾ ਨਹੀਂ, ਨਾ ਜੇ ਪਿਆ ਦੁੱਧ ਤੇ ਬੁੱਧ ਤੇ ਫੜਦਾ, ਨਾ ਚਾਚਾ ਤੈਨੂੰ ਮੈਂ ਕਹਿਤਾ ਬਿੱਲੇ ਨੂੰ ਮੈਂ ਨਹੀਂ ਲੈ ਕੇ ਜਾਣਾ, 1 ਘੰਟਾ ਪਹਿਲਾਂ ਉੱਠ ਖੜੂ, ਤੂੰ ਖੇਤ ਅੱਜ ਚਾਹੇ ਮੰਜਾ ਡਾ ਕੇ ਬੈਠਾ ਝੋਨੇ ਚੋਂ ਨਦੀਨ ਮੈਂ ਕੱਲਾ ਹੀ ਕੱਢ ਦੂੰ। ਹੁਣ ਮੈਂ ਇਕੱਠੇ ਪੱਠੇ ਕੁਤਰ ਲਾ ਮੈਂ ਮਾੜੇ ਜੀ, ਪਹਿਲਾਂ ਚਾਹ ਪੀ ਲੈ ਜਾਬਿਆ, ਤੜਕੇ ਦਾ ਕੱਲਾ ਹੀ ਭੱਜਿਆ ਫਿਰਦਾ। ਚਾਚੀ ਨੇ ਕਿਹਾ, ਉਹ ਦੇ ਤੋਂ ਕੀ ਕਰਾਉਣਾ ਚਾਚੀ, ਇਹਦੇ ਤੋਂ ਫੂਕ ਦੇਣੀ ਆ ਚਾਰ ਜਿਹੜੇ ਹੱਡ ਹੋਣਗੇ ਤੁਸੀਂ ਹਰਦੁਆਰ ਪਾਏ ਹੋਣੇ ਨੇ। ਇਹ ਨਹੀਂ ਹੈ ਮੇਰਾ ਘਰ ਆ, ਇਹ 7 ਸਾਲ ਹੋ ਗਏ ਤੇਰੇ ਕੋਲ ਹੀ ਜੰਮਿਆ ਪਲਿਆ ਵੱਡਾ ਹੋਇਆ ਹੈ ਬਈ ਚਾਚਾ, ਕਿਉਂ ਮੈਂ ਤੇਰਾ ਪੁੱਤਾਂ ਕਿ ਨਹੀਂ? ਹਾਂ ਮੱਲਾ ਤੂੰ ਪੁੱਤ। ਇੱਕ ਵਾਰ ਬਲਿਹਾਰ ਸਿੰਘ ਦਾ ਸਾਰਾ ਟੱਬਰ ਕਿਤੇ ਰਿਸ਼ਤੇਦਾਰੀ 'ਚ ਵਿਆਹ ਗਿਆ। ਜੈਬੇ ਦੀ ਘਰ ਵਾਲੀ ਕੱਲੋ ਨੂੰ ਵੀ ਪਤਾ ਸੀ, ਉਹ ਆਪਣੀ ਮੌਲੀ ਮੱਝ ਲਈ ਘਾਹ ਖੋਤਣੀ ਜਗ੍ਹਾ ਬਲਿਹਾਰ ਦੇ ਸਿੰਘ ਦੇ ਖੇਤੋਂ ਬਰਸੀਮ ਸਿੱਧਾ ਹੀ ਵੱਢਣ ਲੱਗ ਗਈ। ਘਰ ਵਾਲੀ ਨੂੰ ਪੱਠੇ ਵੱਢਦੀ ਵੇਖ ਕੇ ਜੈਬਾ ਸੰਭ ਰਹਿ ਗਿਆ, ਕੀ ਕਰਦੀ ਐ? ਉਹਨੇ ਚੀਕ ਜੀ ਮਾਰੀ, ਦੀਦਾ ਨਹੀਂ ਅੰਨਾ। ਕੱਲੋ ਬੜੀ ਅੱਤੜ ਔਰਤ ਸੀ, ਸਾਰਾ ਵਿਹੜਾ ਉਹਦੇ ਜੁੱਤੀ ਦੇ ਜਾਂਦੀ, ਵਿਹੜੇ ਦੀਆਂ ਸਾਰੀਆਂ ਔਰਤਾਂ ਨੂੰ ਪਈ। ਮੈਂ ਕਿਹਾ ਕਰਦੀ ਕੀ ਐ? ਜੈਬੇ ਨੇ ਫੇਰ ਕਿਹਾ, ਦੀਦਾ ਨਹੀਂ ਪੱਠੇ ਵੱਢਦੀਆਂ, ਇਹਦੇ ਆਸਤੇ ਕੁੱਤਿਆ ਤੂੰ ਮੇਰੇ ਠਾਣਾ ਲੱਗਿਆ, ਪੱਠੇ ਵੱਢਦੀਆਂ ਆਪਦੀ ਮੱਝ ਵਾਸਤੇ, ਹੋਰ ਤੇਰੀ ਮੈਂ ਮਾਂ ਨੂੰ ਪਾਉਣਾ? ਪੁੱਛਿਆ ਕਿਹਨੂੰ ਆ? ਗਰਚ ਕੇ ਵੱਢਣ ਲੱਗੀ, ਬਾਪੂ ਦਾ ਖੇਤ ਆ। ਕੱਲੋ ਕੁਝ ਨਾ ਬੋਲੀ, ਮਟਰ ਬਣੀ, ਆਪਣਾ ਕੰਮ ਕਰਦੇ। ਜੈਲੇ ਨੂੰ ਫਤੂਰ ਚੜ ਗਿਆ, ਉਹਨੇ ਡਾਂਗ ਲੈ ਕੇ ਕੱਲੋ ਦੀ ਤਹਿ ਲਾ। ਜਾਤੇ ਤੂੰ ਸਮਝ ਲਿਆ ਵੀ ਮਾਲਕ ਇੱਥੇ ਨਹੀਂ, ਹੁਣ ਤੂੰ ਮਾਲਕ ਹੈ। ਉਹਨੇ ਕਰੜੀ ਚੁੱਟੀ ਹੋਰ ਲਾਤੀ, ਨੇੜੇ ਤੇੜੇ ਕੋਈ ਨਹੀਂ। ਜੱਬੇ ਨੂੰ ਬੁਰੀ ਤਰ੍ਹਾਂ ਦੇਖ ਕੇ ਕੱਲੋ ਚੁੱਪ ਹੋ ਗਈ। ਪਰ ਜਿੰਨਾ ਚਿਰ ਮੈਂ ਚਾਚੇ ਨਾਲ ਸੀਰੀਆਂ ਉਹਨਾਂ ਚਿਰ ਮੈਂ ਇੱਧਰ ਦੇਖਣ ਨਹੀਂ ਦਿੰਦਾ, ਮਾਰ ਕੇ ਇੱਥੇ ਹੀ ਦੱਬ ਦੂੰ ਜੇ ਖੇਤ ਨੂੰ ਆਈਆਂ ਮੁੜ ਕੇ। ਦਾਤੀ ਖੋ ਕੇ ਉਹਦੇ ਧੌਲਾ 2 ਹੋਰ ਮਾਰ। ਗਰੀਬ ਜ਼ਰੂਰ ਹੈ, ਬੇਈਮਾਨ ਨਹੀਂ। ਦੂਰੇ ਵੀ ਪਈ ਜਾਂਦੀ, ਕੱਲੋ ਨੇ ਲੰਮੀ ਲਲਕਰੇ 'ਚ ਮਾਰਿਆ। ਆਈ ਘਰੇ ਆਈ, ਦਊ ਤੈਨੂੰ ਕੁੱਜੇ 'ਚ ਪਾ ਕੇ ਦੁੱਧ। ਕਿਵੇਂ ਅਕਲ ਨੂੰ ਗੋਟਾ ਲਵਾਈ ਫਿਰਦਾ ਮੇਰਾ ਭਤੀਜਾ, ਤੇਰੇ ਨਿਕਲੇ ਕਸੂਤੇ ਥਾਂ ਤੇ ਫੋੜੀ ਭਤੀਜਿਆ ਘਰੇ ਬੜੀ ਵੱਡੂ ਤੇਰੀਆਂ ਖੁੱਚਾਂ। ਫੋੜੀ ਕਢਾਵਾ ਕਿਵੇਂ ਮਾਲਕ ਬਣਿਆ ਫਿਰਦਾ, ਮੇਰੇ ਪਿਓ ਦਾ ਰਿਸ਼ਤੇਦਾਰ ਕੱਸੀ ਦੀ ਬੱਟ ਤੇ ਖੜੀ ਕੱਲੋ ਹਰਜਬ ਤੇਰੀ। ਜਦ ਇੰਨੀ ਗੱਲ ਕਹੀ, ਕੱਲੋ ਮੂਹਰੇ ਜੈਬਾ ਪਿੱਛੇ ਮੋਢੇ ਤੇ ਭੱਜਿਆ ਜਾਂਦਾ ਮਸਾਂ ਰੋਕਿਆ। ਤੀਜੇ ਦਿਨ ਬਲਿਹਾਰ ਆ ਗਿਆ, ਟੱਬਰ ਮੁੜਿਆ। ਜੈਬਾ ਬੋਲੇ ਨਾ, ਕੀ ਗੱਲ ਬਾਹਲਾ ਹੀ ਚੁੱਪ ਹੈ? ਨਹੀਂ ਚਾਚਾ ਤੈਨੂੰ ਭਰਮ ਹੈ, ਇਉਂ ਕਰ, ਗੱਲ ਸਿੱਧੀ ਕਰ, ਗੱਲ ਕੋਈ ਜ਼ਰੂਰ ਆ, ਬੋਲ। ਚਾਚਾ ਜੈਬੇ ਨੇ ਕਰਕੇ ਰੋਣ ਲੱਗ ਪਿਆ, ਗੱਲ ਰੁਕ ਗਈ। ਕੱਲੋ ਨਾਲ ਫੇਰ ਲੜ ਪਿਆ। 6 ਫੁੱਟ ਥੰਮ ਮਾਰ ਗਏ। ਜੈਬੇ ਦੀਆਂ ਅੱਖਾਂ 'ਚੋਂ ਪਾਣੀ ਤ੍ਰਿਪ ਕਰੇ। ਬਲਿਹਾਰ ਸਿੰਘ ਨੇ ਪੁੱਤਾਂ ਕੋ ਬੁੱਕਲ 'ਚ ਲੈ ਲਿਆ। ਕਬਲ ਨਹੀਂ ਮਾਰੀਦਾ, ਖੁੱਲ ਕੇ ਗੱਲ ਦੱਸੀ ਦਿਆ, ਤੇਰਾ ਮੇਰਾ ਕੋਈ ਹੋਲਾ। ਚਾਚਾ ਮੂੰਹ ਛੋਟਾ, ਗੱਲ ਬੜੀ ਹੈ, ਕਰੜਾ ਹੋ ਕੇ ਕੱਢ ਫੇਰ ਗੱਲ।
ਮੈਨੂੰ ਧਰਤੀ ਗਰਕਣ ਵਾਸਤੇ ਵੇਲ ਨਹੀਂ ਦਿੰਦੀ ਚਾਚਾ। ਜੈਬ ਤਾਂ ਹੀ ਜੈਬਾ ਤਾਂ ਹੀ ਹੋ ਗਿਆ। ਬੋਲੇਗਾ ਵੀ ਕੁਛ, ਬੋਲੇਗਾ ਵੀ, ਗਾਂ ਤਾਂ ਬੋਲ, ਬੋਲੀ ਤੁਰਿਆ ਜਾਂਦਾ। ਚਾਚਾ ਤੇਰੇ ਗਏ ਤੇ ਕੱਲੋ ਨੇ ਬਰਸੀਮ ਵੱਢ ਲਿਆ, ਬਰਸੀਮ ਦੀ ਭਰੀ ਵੱਢ ਕੇ ਘਰ ਨੂੰ ਲੈ ਗਈ, ਮੈਨੂੰ ਪਤਾ ਨਹੀਂ ਲੱਗਾ। ਚਾਚਾ ਚੋਰੀ ਕਰ ਲਈ ਮੇਰੀ ਘਰ ਵਾਲੀ ਨੇ ਤੇਰੇ ਖੇਤਾਂ 'ਚ। ਚਾਚਾ ਜੈਬੇ ਨੇ ਲੇਰ ਮਾਰੀ, ਜੈਬੇ ਨੇ ਲੇਰ ਮਾਰੀ ਤੇ ਬਲਿਹਾਰ ਸਿੰਘ ਨੇ ਹਿੱਕ ਨਾਲ ਲਾ ਲਿਆ। ਉਹ ਤੂੰ ਦਰਵੇਸ਼ ਹਾਂ? ਉਹ ਕਮਲਿਆ, ਤੇਰਾ ਮੇਰਾ ਘਰ ਵੰਡਿਆ ਹੋਇਆ, ਐ ਨਹੀਂ ਕਰੀਦਾ ਹੁੰਦਾ। ਚਾਚਾ ਮੈਂ ਤੇਰੇ ਮੂੰਹ ਮੱਥੇ ਲੱਗਣ ਜੋਗਾ ਵੀ ਨਹੀਂ ਰਿਹਾ, ਚੋਰੀ ਮੇਰੀ ਘਰ ਵਾਲੀ ਨੇ ਕਰ ਲਈ। ਉਹ ਤੂੰ ਕਮਲੇ ਨਹੀਂ ਮਾਰੀਦਾ ਹੁੰਦਾ। ਫੇਰ ਉਹੀ ਗੱਲ, ਹੱਥ ਨੇ ਬਲਿਹਾਰ ਸਿੰਘ ਨੇ ਬਿਠਾ ਕੇ ਪਲੋਸ ਲਿਆ, ਘੁੱਟ ਪਲਾ ਦਿੱਤੀ। ਅਗਲੇ ਦਿਨ ਟੀਕਾ ਲਵਾ ਕੇ ਬਲਿਹਾਰ ਸਿੰਘ ਖੇਤ ਪਹੁੰਚ ਗਿਆ। ਝੋਨੇ ਚ ਨਦੀਨ ਕੱਢਦਾ, ਮੱਛੀਓ ਮਾਸ ਹੋਇਆ ਪਿਆ। ਕਰੀ ਜਾਂਦੇ ਆ ਕਮਾਲਾ, ਕਰੀ ਜਾਂਦੇ ਆ ਚਾਚਾ। ਹਾਏ ਸਵੇਰ ਤੋਂ ਪੋਡਾ ਹੋਇਆ, ਸਿੱਧਾ ਹੋ ਗਿਆ ਨਦੀਨ ਪੱਟ ਦੇ। ਜੈਬੇ ਦੀ ਪੱਟ ਸਿੱਧੀ ਨਹੀਂ ਸੀ। ਸੰਗਰੋੜ ਤੇ ਹੱਥ ਰੱਖ ਕੇ ਉਕੜੂ ਜਾ ਮੋਟਰ ਨਹੀਂ ਚਲਾਈ। ਖਸਮਾਂ ਨੂੰ ਆਵੇ ਤਾਂ ਹੀ ਚਲਾਈਏ, ਲਾਈਟ ਤਾਂ ਤਗੜੇ ਛੱਡਦੇ ਨਹੀਂ। ਇਹੋ ਜਿਹੀ ਮੁਫਤ ਬਿਜਲੀ ਤੋਂ ਬੰਦੇ ਨੇ ਕੀ ਕਰਾਉਣਾ? ਇੰਜਨ ਚਲਾ ਲੈਣਾ ਸੀ। ਤੇਲ ਕਿਹੜੇ ਚਾਚੇ ਬਾਪੂ ਕੋਲੋਂ ਲਿਆਵਾਂ ਚਾਚਾ? ਬੜੇ ਦੁਖੀ ਕੀਤੇ ਹੋਏ ਗੌਰਮੈਂਟ ਨੇ ਜੈਬਿਆ। ਵੋਟਾਂ ਵੇਲੇ ਗੱਲੀ ਵਾਰੀ ਨਹੀਂ ਆਉਣ ਦੇ, ਰੱਬ ਦਾ ਸਿਰ ਪਾੜਦੇ, ਆਹ ਕਰ ਦਾਂਗੇ ਉਹ ਕਰ ਦਾਂਗੇ। ਜਿੰਨਾ ਚਿਰ ਪੰਜਾਬ ਦਾ ਜੱਟ ਖੱਸੀ ਨਹੀਂ ਹੁੰਦਾ ਉਹਨਾਂ ਚਿਰ ਜਮਾ ਨਹੀਂ ਬੋਲਦੇ। ਯਾਦ ਰੱਖਦੀ ਗੱਲ, ਮੈਨੂੰ ਇੱਕ ਸਮਝ ਆਉਂਦੀ ਆ ਜੈਬਿਆ, ਪੰਜਾਬ ਮਰ ਗਿਆ ਤਾਂ ਮਰ ਗਿਆ। ਜੇ ਮਰ ਗਿਆ ਤਗੜੇ ਰਾਜ ਕਿੱਥੇ ਕਰਨਗੇ? ਨੀਲੇ ਚਿੱਟੇ ਕਾਲੇ ਜਿਹੜੇ ਤੁਰੇ ਫਿਰਦੇ ਆ ਪਤੰਦਰਾਂ ਦੇ। ਪੰਜਾਬ ਦਾ ਪਾਣੀ ਪਰੋਸ ਦੇਤਾ, ਕਰੋੜਾਂ ਦਾ ਪਾਣੀ ਜਾਂਦਾ। ਚਾਚਾ ਕਿਵੇਂ ਜਾਂਦਾ ਹੁੰਦਾ ਪਾਣੀ? ਆਹ ਜਿਹੜੀਆਂ ਨਹਿਰਾਂ ਭਰੀ ਜਾਂਦੀਆਂ ਪੁੱਤ, ਪੱਕੀ ਨਹਿਰ ਸਲੰਦਾ ਵਾਲੀ ਦੇਖੀਏ ਜਾਂ ਫਤਿਹਗੜ੍ਹ ਮੱਥਾ ਟੇਕਣ ਜਾਂਦੇ ਹੁੰਦੇ ਆ, ਹਾਂ ਚਾਚਾ ਇਹ ਭਰੀ ਜਾਂਦੀ ਆ ਸਿੱਧੀ ਰਾਜਸਥਾਨ ਨੂੰ। ਅੱਛਾ ਚਾਚਾ ਫੇਰ ਉਹਦਾ ਪੈਸੇ ਨਹੀਂ ਲੈਂਦੇ? ਤੇ ਚਾਚਾ ਪੈਸੇ ਕਾਹਦੇ ਹੁੰਦੇ ਆ ਪਾਣੀ ਦੇ? ਤੇ ਪੁੱਤ ਉਹ ਪਾਣੀ ਪੰਜਾਬ ਦਾ ਵੇਚਦੇ ਆ, ਉੱਥੇ ਪਿੰਡ ਦੇ ਲੜਿਆ ਸਖ ਮਲਮਲ ਆਉਂਦਾ ਨਾ ਉਧਰੋਂ ਰਾਜਸਥਾਨ ਤੋਂ। ਹਾਂ ਆਪਾਂ ਜਿਹੜਾ ਗੁਰਦੁਆਰੇ ਚਿੱਕੀਆਂ ਟਿੱਕੀਆਂ ਲਾਈਆਂ ਚਾਚਾ, ਉਹ ਰਾਜਸਥਾਨ ਤੋਂ ਆਉਂਦਾ ਪੁੱਤ, ਉਹਦੇ ਪੈਸੇ ਲੈਂਦੇ ਆ ਉਹ ਰਾਜਸਥਾਨ ਦਾ। ਇਹ ਰਾਜਸਥਾਨ ਕਿੱਧਰ ਨੂੰ ਆ ਚਾਚਾ? ਓਏ ਉੱਥੇ ਜਿੱਥੇ ਪੁੱਤ ਆਪਾਂ ਘੋੜੀਆਂ ਤੇ ਮੁੱਲ ਲੈ ਕੇ ਆਉਂਦੇ ਨੇ, ਜਿੱਥੋਂ ਦੀ ਆਣੇ ਪੁੱਤ ਹਿਸਾਰ ਤੋਂ, ਪਰਬਤਸਰੋਂ, ਮੇਟਾ ਸਿਟੀ ਤੋਂ, ਉਹ ਹੈ ਕਰੌਠੇ ਵਾਲੇ ਪਾਸੇ। ਹਾਂ ਚਾਚਾ ਅੱਛਾ ਰੇਤੇ ਵਾਲਾ। ਅੱਛਾ ਇੱਕ ਗੱਲ ਨਹੀਂ ਸਮਝ ਆਉਂਦੀ ਜੈਬਿਆ। ਕਿਹੜੀ ਚਾਚਾ? ਆਹ ਮੰਤਰੀ ਆਪਦੇ ਸੂਬੇ ਵਾਸਤੇ ਇਮਾਨਦਾਰ, ਸਾਡਿਆਂ ਦਾ ਬੇੜਾ ਬਹਿ ਗਿਆ। ਇਹ ਸਾਨੂੰ ਉਜਾੜ ਕੇ ਰਾਜੀ ਕੀ ਕਰੀਏ ਚਾਚਾ? ਦਿਮਾਗ ਕੇ ਚੱਕਿਆ ਪਿਆ ਮੇਰਾ। ਇਹ ਕਾਲੀ ਵੀ ਨਾ ਦੇ ਜਾਂ ਸਟੇਜਾਂ ਤੇ ਗਾਤਰੇ ਪਾ ਲੈਂਦੇ ਆ, ਦਾੜੀਆਂ ਖੁੱਲੀਆਂ ਛੱਡ ਦਿੰਦੇ, ਵੱਡੀ ਕਿਰਪਾਨ ਹੱਥ 'ਚ ਫੜ ਲੈਂਦੇ, ਪਰ ਦਿੱਲੀ ਜਾ ਕੇ ਮੰਦਰਾਂ 'ਚ ਟੱਲ ਖੜਕਾਉਂਦੇ ਆ। ਤੇ ਆ ਜਿਹੜੇ ਚਿੱਟੇ ਆ ਇਹਨਾਂ ਦਾ ਦੇਖ ਲਾ ਤੇਰੇ ਸਾਹਮਣੇ ਆ, ਕਤਲੋਗਾਰ ਤੇ ਇਹਨਾਂ ਨੇ ਮੱਲਾ ਕੀਤੀ ਹੈ, ਇਹਨਾਂ ਨੇ ਪੁਲਿਸ ਚਾੜੀ ਆ ਆਪਣੇ ਤੇ। ਹਾਂ ਚਾਚਾ ਇਹਨਾਂ ਨੇ ਜ਼ੁਲਮ ਬਹੁਤ ਕੀਤਾ। ਕੀ ਮਾਰ ਜਖਸ਼ੀਆਂ, ਕੀ ਖੱਟੇ ਮੋਟਰਸਾਈਕਲ, ਇੱਥੇ ਸਾਈਕਲਾਂ ਤੇ ਫਿਰਦੇ ਹੁੰਦੇ ਸੀ, ਗੱਭੇ ਬੈਂਤ ਦੀਆਂ ਛੋਟੀਆਂ ਬੰਨੀ। ਹੁਣ ਕੀ ਛਟੇਨ ਗੰਨਾ, ਕੀ ਇਹਨਾਂ ਕੋਲ ਰਫਲਾ। ਹੁਣ ਤਾਂ ਦਗੜ ਕਰਦੇ ਫਿਰਦੇ ਆ ਚਾਚਾ। ਮੈਨੂੰ ਤਾਂ ਡਰ ਲੱਗਣ ਲੱਗ ਜਾਂਦਾ ਕਦੇ ਕਦੇ ਗੱਲਾਂ ਕਰਦੇ। ਉਹ ਕਹਿੰਦੇ ਜਥੇਦਾਰ ਆਉਂਦਾ, ਉਹੀ ਆ। ਉਹ ਤਾਂ ਕਹਿੰਦਾ ਚੰਡੀਗੜ੍ਹ ਗਿਆ ਮਾਸਟਰ ਦੇ ਮਗਰ ਮੁੜ ਆਇਆ, ਉਹ ਅੜਕਣਾ ਜਿਹਾ ਲੱਗਿਆ ਹੈਗਾ, ਪੈਰ ਤਾਂ ਕਿਤੇ ਲਾਉਂਦਾ ਨਹੀਂ, ਉਤਲੀ ਹਵਾ 'ਚ ਰਹੇਗਾ ਜਿੱਦਾਂ ਨੇੜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤੇ ਤੂੰ ਖੇਸ ਜਿਹਾ ਉੱਤੇ ਲਈ ਬੈਠਾ ਸੌਖਾ। ਜਥੇਦਾਰ ਨੇ ਝੱਗੀ ਹੇਠ ਢਿੱਡ ਸਮਾਨ ਸੀ ਹੁੰਦਾ, ਨਿਕਲ ਜੂ ਕਰਦਾ ਝੱਗੀ 'ਚ ਢਿੱਡ। ਤਾਂ ਆਪਣੇ ਸਿੱਟ ਲਿਆ ਮੈਨੂੰ ਤਾਂ ਇੱਕ ਦਿਨ ਮੁੱਛੇ ਪਾਤੇ। ਕੋਈ ਟੀਕਾ ਲਵਾਉਣਾ ਸੀ, ਟੀਕਾ ਵੀ ਲਵਾਇਆ ਕੱਲ ਟੀਕਾ ਵੀ ਲਾਇਆ ਤੇ ਕੈਪਸੂਲ ਵੀ ਲਿਆ, ਕੈਪਸੂਲ 2 ਲਾਏ ਆ, ਨਾਲ ਟੀਕਾ ਵੀ ਲਵਾਇਆ। ਸਰੀਰ 'ਚ ਚਿੱਬੇ ਪਾਤੇ, ਸਰੀਰ ਡਿੱਪਿਆ, ਕਮਜ਼ੋਰੀ ਹੋ ਗਈ। ਮੈਂ ਤਾਂ ਮਾਸਟਰ ਕਰਕੇ ਤੇਰੇ ਬੰਨੀ ਆਉਣਾ ਸੀ ਜੱਦਾਰਾ। ਕੀ ਹੋਇਆ ਮਾਸਟਰ ਨੂੰ? ਬਸ ਹੋਣੀ ਕੀ ਹੈ, ਪੰਜਾਬ 'ਚ ਇਹੋ ਜਿਹਾ ਬੁਰਾ ਹਾਲ ਹੈ, ਨੌਕਰੀਆਂ ਨਹੀਂ ਮਿਲਦੀਆਂ। ਧਰਨੇ ਤੇ ਚਲੇ ਗਏ ਉੱਥੇ ਮਟਕਾ ਚੌਂਕ 'ਚ, ਪੁਲਿਸ ਵਾਲਿਆਂ ਨੇ ਢਾ ਲਿਆ ਤੇ ਭੇਡੂ ਤੇ ਸੱਟ ਮਿਲ ਗਈ, ਪਿਸ਼ਾਬ ਦਾ ਬੰਨ ਪੈ ਗਿਆ। ਹੁਣ ਕਿਵੇਂ ਆ? ਹੁਣ ਤਾਂ ਠੀਕ ਹੈ। ਕੱਲ ਨਾਲੀਆਂ ਨੂਲੀਆਂ ਲਾ ਕੇ ਪਿਸ਼ਾਬ ਕੱਢਿਆ, ਅੱਜ ਸਵੇਰੇ ਆਪ ਹੀ ਕਰ ਲਿਆ ਸੀ। ਤੰਗ ਆ ਜੱਦਾਰਾ, ਪੰਜਾਬ ਦਾ ਕਿੰਨਾ ਕੁ ਚਿਰ ਚੱਲੂ ਯਾਰ ਕੰਮ? ਤੂੰ ਤਾਂ ਤੁਰਦਾ ਫਿਰਦਾ। ਇੱਕ ਪਾਸੇ ਕਹਿਣਾ ਵੀ ਮਾਸਟਰਾਂ ਵਾਂਗੂ ਸਕੂਲ ਖਾਲੀ ਪਿਆ, ਦੂਜੇ ਬੰਨੇ ਮਾਸਟਰ ਵਿਹਲੇ ਫਿਰਦੇ ਆ। ਜੱਟਾਂ ਨੂੰ ਇੱਕ ਪਾਸੇ ਝੋਨਾ ਲਾਉਣ ਨੂੰ ਆਖ ਦਿੰਦਾ, ਦੂਜੇ ਪਾਸੇ ਬਿਜਲੀ ਆਉਂਦੀ, ਨਾ ਤੇਲ ਮਿਲਦਾ। ਜੱਟ ਝੋਨਾ ਮਾਂ ਦੇ ਸਿਰ ਚੋਂ ਗਾਊ। ਬਲਿਹਾਰ ਜਿੰਨਾ ਚਿਰ ਪੰਜਾਬ ਕੰਗਾਲ ਨਹੀਂ ਨਾ ਹੁੰਦਾ ਉਨਾ ਚਿਰ ਮੰਤਰੀਆਂ ਨੂੰ ਸਬਰ ਨਹੀਂ ਆਉਣਾ। ਤੇ ਪੰਜਾਬ ਇਹ ਮਰ ਗਿਆ। ਇਹ ਕਾਲੇ ਮੂੰਹ ਵਾਲੇ ਕਿੱਥੇ ਰਾਜ ਕਰਨਗੇ ਫਿਰ ਮਾਂ ਦੇ ਸਿਰ 'ਚ? ਫਿਰ ਅਮਰੀਕਾ ਕੈਨੇਡਾ ਨੂੰ ਚਲੇ ਜਾਣਗੇ, ਔਲਾਦ ਭੇਜ ਦੇਣਗੇ। ਇਹਨਾਂ ਦਾ ਕੋਲ ਕੀ ਆ?
किसान खिड़े खूह जब किसान करू पलऊ फाहा खूहा च मारू छाला गल च पाऊ परना ते किसान मर गया जथेदारा फिर साडा की बनू मेरे चाचे मेरा की बनू। जैबा कहना आटे नाल घुण नाल ही जाऊ जैबिया तुहानू किहड़ा पैंशन लाउण लगे ने कल्ले जट्टां नूं सारे पंजाब नूं रगड़ा लगू जट पंजाब दा धुरा टुट गया पुड़ काहदे वास्ते। जैबा ते बलिहार सिंह दोने औखे हो गए नाले फिर साडे बिना फिर की बनू होना की आ भैया बनू भैया स्थान बनू धड़ा धड़ भैये आउणगे राशन कार्ड भैया दे बन रहे ने वोटां बनदियां ने भैया पंचायत मैंबर बनू ते भैया पिंड दा सरपंच बनू पिंड दा पंजाबी सीरी होती भैन दी शर्म करू पर गधे दी गां की लगदी है पंजाबी दे धीआं भैणां इन्हां दी की लगदियां ने ये तां बेड़ा बह जाए थोड़ा आही बहां ते आही कुहाड़ी एक दिन पंजाब च भैया जमीन दा मालक होऊ अज दा जिमीदार ओहदा करिंदा होया करू याद रख लो मेरी गल। जथेदार नूं सवेर दा बंदा नहीं सी मिलिया सज्जी बांह चक चक के करदा मूहरे दोने ही बैठे बलिहार ते नाल जैबा ये तां यार बहुत जानू तुर पिया तुरन तो बाद गल्लां तां चाचा जथेदार दियां लाख रुपईयां दियां ने ऐ कमला तुरिया फिरिया बंदा बाहर बंदियां च बहिंदा अखबार पढ़दा है पढ़ के बंदे सोझी आउंदी है चल मल्ला चलीए रोड जोड़ रेड़ी ना मैनू झुट्टी ला दे चाचा तू डाल तू टीका टल्ला लवा चल के नाले क्या वसूल जेडे ने तेनू दिते क्या वसूल वो भी खा लिया कर चंगा तू पुत्र समय नाल आई फिर हथ ने इस दी बुकल मार के बलिहार सिंह डॉक्टर वालू तुर पिया परछावें ढल दे डॉक्टर को पहुंच गया आ ताया किवें हुण अज सवेरे वाले टीके नाल पिया फर्क कुछ डॉक्टर ने कहा ताप नहीं शेरा मुड़ के चढ़िया कमजोरी बहुत है ताकत का टीका ला दिया ताया सवेर नूं बना दूं घोड़ा जैबा कला शेरा काम दा सरदा नहीं कोई वधिया जिहा टीका ला दे कल नूं मैं नाल अपने पुत्त दे लगा कल तक बैठका कड्ढण ला दूं चाचा बहम ना कर जिउंदा रह शेरा डॉक्टर ने टीका लाता पुड़ा मलदा बलिहार सिंह उठ के बैठ गया ताया एक गल करा कर शेरा अज मेरे को बिल्ला आया सी अपना काहदे वास्ते दस भी उन्हें कर ली हाँ कर ली वो डॉक्टरी सिखण नूं कहंदा ताया हला बड़ा कजरा चुप कीता मैनूं तां दस्सिया ही नहीं को पूजे ने इत्थों डरदा ताया काले तू लाउंदा नहीं ਉਹਨੂੰ ਕਿੱਤੇ ਚ ਪਾ ਦੇ ਬਾਹੀ ਨਾਲੋਂ ਚੰਗਾ ਇਹ ਤਾਂ ਠੀਕ ਆ ਸ਼ੇਰਾ ਬਾਹੀ ਚ ਤਾਂ ਧੱਕੇ ਹੀ ਨੇ ਜਿੰਨਾ ਮਰਜ਼ੀ ਲੈ ਜੱਟ ਦੀ ਕੋਈ ਜੂਨ ਆ ਫੇ ਕੀ ਸੋਚਿਆ ਕੋਈ ਮਾੜੀ ਗੱਲ ਨਹੀਂ ਇਹ ਕੰਮ ਤੇ ਤੋਂ ਸਿੱਖ ਜੂ ਜਾਂ ਤਾਂ ਇਹਨੂੰ ਤੂੰ ਸਿਖਾ ਦੇ ਨਹੀਂ ਤਾਇਆ ਆਪਣੇ ਪਿੰਡ ਵਾਲੇ ਭਜਨ ਡਾਕਟਰ ਕੋਲ ਇਹਨੂੰ ਵੱਧਣੀ ਛੱਡਦੇ ਮੇ ਦੋਨੇ ਮੀਆਂ ਵੀ ਡਾਕਟਰ ਨੇ ਆਪਣੇ ਉੱਥੇ ਕੋਲ ਛੱਡ ਕੇ ਆਵਾਂਗੇ ਭਜਨ ਕੋਲ ਤਾਂ ਬਾਰੀ ਨਹੀਂ ਆਉਂਦੀ ਮੈਂ ਵੀ ਉੱਥੋਂ ਸਿੱਖਿਆ ਵਿਆ ਤੇਰੀ ਭਜਨ ਮੰਨਦਾ ਪੂਰੀ ਤਾਇਆ ਫੇਰ ਇਹਨੂੰ ਆ ਕੇ नाल जाके भजन नाल गल करिए कल मैं करूं तू मेरे नाल चली जा कदों मेरे वालों कल ही चल परसों चलांगे कल नूं एक दो काम ने वड्डी गल तां डीजल लियाउणा चल परसों खुशी दे परां झोड़दा दरवेश बलिहार सिंह घरे आ गया बैठक च रूड़ी मार का बोतल कढ ली जांदे ने आप चों उठिया काहनूं झुलसनी सी अज जीत सिंह ने कहा तू पुछ ला अज तू पुछना जवाई अज तू परा हट जा हुण बोली ना तू अज बहुत खुश आ मेरा मान कादी खुशी आ मैनू भी दस जैबे नूं आ लैंदे जैबे नूं मेरे पुत्त नूं फेर दसू तू उठ जा परा मैनू तू 4 पेज नाले पानी दी गड़वी भेज तू हुण तू बोली ना बस तू दिन पलट जाने ने अपने बलिहार कदी कदी खुश हुंदा कोई झगड़ा नहीं सी करता अज उन्हें खड़े दिन ही पैग मार ली जीत कौर अनुसार बड़ी खुशी है जिहदे करके दिन शुरू हो गया जैबा खेतों पट्टे ले गया बलिहार सिंह बैठ के बाबू पड़िया बैठा जैबे नूं देख के उन्हें लड़के बाहर से आजा पुत्त आजा आजा तू मेरे कोल पुत्त इधर आजा जैबिया आजा पुत्त हुण तू चंगा भला आया उथों टीका नाले कैप्सूल खांदा हुण लड़करे चाचा मारी जांदा चाचा दे पेट्रोल तैनूं तां डॉक्टर ने भेजिया सी मैं ये तो चाह वेले दा पी जांदा कहंदा खुशी आ जैबे आए ते दस अच्छा ओ जैबिया हाँ चाचा चाह ना पीण लग जी इत्थों गिलास लिया मल्ला आ चाह मेरा शेर ना पी जी किते जैबा गिलास ला के बैठ च बढ़ गया बलिहार सिंह दी मंजे दी बाहियां ते भार पा के मंत्री बनया बैठा सामने बोतल ते चाह चाचा जैनी संदेहा बलिहार सिंह ने जैबे दी मूंहों गल पहला इत्थे गिलास रख फिर तेनू अज दसदा अज हो गई कि जगों 13वीं गल हो गई अज यार मेरे यार तू मल्ला गिलास रख
ਗਲਾਸ ਘੁੱਲ 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 ਪਈ ਗਈ। ਜੈਬਾ ਝਾਕੇ ਨਾਲ ਜਦ ਪੌਣਾ ਗਲਾਸ ਰਹਿਣ ਦੇ ਚਾਚਾ ਬਾਲੀ ਨਾ ਪਾਇਆ ਕਰ, ਮੈਨੂੰ ਬਰਾਨ ਕਰਦੀ ਆ ਇਹ, ਤੈਨੂੰ ਪਤਾ ਪਹਿਲਾਂ। ਜੈਬਿਆ ਗੱਲ ਸੁਣ ਕੰਨ ਦੇ ਨੇੜੇ, ਲੈ ਪੁੱਤ ਗੱਲ ਨਾ ਕਰੀ ਕਿਸੇ ਕੋਲ, ਆਪਾਂ ਆਪਣੇ ਬਿੱਲੇ ਨੂੰ ਤਾਕਤਦਾਰ ਬਣਾ ਲੈਣਾ। ਕਲਾਦਕਾਰ ਇੱਧਰ ਖੁਸ਼ੀ ਚ ਮੂੰਹ ਨੂੰ ਚੜਦੇ, ਉਹਦੇ ਗੁੱਟੀ ਬੂਟੀ ਜਵਾਰ ਬੁੱਝਦਾ, ਅੱਛਾ ਜੀ ਬਿੱਲਾ ਤਾਕਤਦਾਰ ਬਣੂ ਆਪਣਾ ਚਾਚਾ? ਹਾਂਜੀ। ਜੈਬਾ ਤੇ ਦੋਨੇ ਹੀ ਬਲਿਹਾਸ, ਗੱਲ ਨਾ ਕਰੀ। ਜੈਬਿਆ ਪੱਠੇ ਕੁਤਰ ਲਾ ਪੁੱਤ, ਅੱਜ ਨਹੀਂ ਕੁਤਰ ਰਹੇ ਪੱਠੇ। ਬਲਿਹਾਰ ਸਿੰਘ ਕਹਿੰਦਾ ਪਸ਼ੂਆਂ ਨੂੰ ਪੀਵਾ, ਪਸ਼ੂਆਂ ਨੂੰ ਅੱਜ ਪਾਵਾਂਗੇ ਡਬਲ ਰੋਟੀਆਂ ਲਿਆ ਕੇ ਕਰਿਆਰ ਦਿਓ, ਡਬਲ ਰੋਟੀਆਂ ਪਾਵਾਂਗੇ ਅੱਜ ਮੱਝਾਂ ਨੂੰ। ਦੇ ਤਾਂ ਗੱਲਾਂ ਕੀ ਕਰ ਜੈਬਿਆ, ਤੂੰ ਨਹੀਂ ਕੁਤਰ ਦੇ ਪੁੱਤ, ਅਸੀਂ ਮੈਂ ਤੇ ਕਿੰਦਰ ਮਿੰਦਰ ਕੁਤਰ ਲੈਣੇ ਆ। ਨਹੀਂ ਚਾਚੀ, ਚਾਚੀ ਮੇਰੇ ਹੁੰਦੇ ਕੁਤਰੇ ਵਾਲੀ ਮਸ਼ੀਨ ਨੂੰ ਹੱਥ ਨਾ ਲਾਈ, ਮੈਂ ਆਇਆ ਵਾ ਚੱਚਤਾ ਚ ਬੰਬੂ ਕਾਰ ਤੇ ਸਵਾਰ ਹੈ, ਇਹਨੂੰ ਧਰਤੀ ਕਾਹਨੂੰ ਦੇਦੀ ਹੈ। ਬਾ ਚਾਚਾ ਮੈਂ ਤਾਂ ਹੋਵਾਂ ਵਿਹਲਾ, ਇਹਦੇ ਨਾਲ ਲਾਲਚ ਲੱਗੇ। ਗੱਲ ਸੁਣ ਲਾ ਬੰਦਾ, ਕੰਨ ਚ ਗੱਲ ਸੁਣ ਲਾ। ਕਿਸੇ ਵੀ ਸ਼ਰੀਕ ਦੇ ਗੱਲ ਨਾਲ ਕੋਲ ਚਲ ਜਾਵੇ, ਬਿੱਲੇ ਨੂੰ ਆਪਾਂ ਡਾਕਦਾਰ ਆਪਣਾ ਬਣਾ ਲੈਣਾ। ਅੱਛਾ ਜੀ, ਇਹ ਗੱਲ ਕਿਵੇਂ ਹੋਈ ਚਾਚਾ? ਬਸ ਮੈਂ ਜਿਆਦਾ ਟੀਕਾ ਲਵਾਉਣ ਗਿਆ, ਉਹ ਕਹਿੰਦਾ ਬਿੱਲਾ ਆਇਆ ਸੀ ਆਪਣੇ ਕੋਲ, ਸਾਰੀ ਡਾਕਟਰ ਕਹਿੰਦਾ। ਫੇਰ ਕਹਿੰਦਾ ਉਹ ਕਹਿੰਦਾ ਚਾਚਾ ਮੈਂ ਡਾਕਟਰ ਬਣਨਾ। ਕਹਿੰਦਾ ਮੈਨੂੰ ਕਹਿੰਦਾ ਭਜਨ ਨੂੰ ਬੱਧਨੀ ਵਾਲੇ, ਕਹਿੰਦਾ ਭਜਨ ਬੱਧਨੀ ਵਾਲੇ ਮੈਨੂੰ ਸੱਥਰੀ ਪੈਂਦੀ ਹੈ। ਫੇਰ ਬਸ ਲਾ ਲਾ 2 ਸਾਲ ਵਿੱਚ, ਬਸ 2 ਸਾਲ ਬਾਅਦ ਡਾਕਟਰ ਨਾਲ ਬਣ ਗਿਆ। ਪਿੰਡ ਚ ਖੋਲੂ ਦੁਕਾਨ ਆਪਣੇ ਵਾਲੀ, ਬਾਹਰ ਦੀ ਬੈਠਕ ਜਿੱਥੇ ਆਪਾਂ ਬੈਠੇ ਆ ਉੱਥੇ ਲਿਖਿਆ ਹੋਊਗਾ ਬਿੱਲਾ ਡਾਕਟਰ। ਜੈਬੇ ਦਾ ਭਾਈ ਬਲਿਹਾਰ ਸਿੰਘ ਦਾ ਪੁੱਤ ਜਿਉਂਦਾ ਰਹੇ। ਵਾਹ ਚਾਚਾ, ਵਾਹ ਚਾਚਾ। ਜੈਬਾ ਨਿਕਲਿਆ ਜਾਂਦਾ ਸੀ। ਬੈਠਕ ਚ ਬੈਠੇ ਦਰਵੇਸ਼ ਨੂੰ ਅੱਜ ਖੁਸ਼ੀ ਸੀ, ਪਰ ਦਰਵੇਸ਼ਾਂ ਦੇ ਦਰਦ ਬਹੁਤ ਲੰਮੇ ਸੀ। ਅੱਜ ਦੀ ਆਥਣੇ ਦਰਵੇਸ਼ ਰਾਜਾ ਬਣਿਆ ਬੈਠਾ ਸੀ। ਇਹ ਸੀ ਅੱਜ ਦਾ ਪ੍ਰੋਗਰਾਮ ਜੀ। ਕੱਲ ਨੂੰ ਫੇਰ 9 ਵਜੇ ਤੁਹਾਡੀ ਸੇਵਾ ਚ ਹਰਜੀਤ ਗਿੱਲ ਸ਼ੋਅ ਦੇ ਵਿੱਚ ਸ਼ੇਰੇ ਪੰਜਾਬ ਰੇਡੀਓ ਤੇ ਸਾਂਝ ਪਵੇਗੀ, ਤੇ 12 ਵਜੇ ਇੱਥੇ। ਹੁਣ ਤਾਂ ਸਾਰਾ ਦਿਨ ਆਹੀ ਕੰਮ ਹੈ ਮੈਨੂੰ ਲੱਗਦਾ ਆਪਾਂ। ਚਲੋ ਗੀਤ ਸੁਣੋ ਇੱਕ, ਵੇਖਦੇ ਹਾਂ ਜਿੰਨਾ ਚਿਰ ਚੱਲਦਾ, ਤੇ ਫਿਰ ਇੱਕ ਜਗ੍ਹਾ ਟਿਕਾਂਗੇ। ਰੱਬ ਰੱਖ।